ਦੇਸ਼ ਦੁਨੀਆ 'ਚ ਵਸਦੇ ਪੰਜਾਬੀਆਂ ਨੂੰ ਜੀ ਆਇਆਂ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ ਪੰਜਾਬ ਫਰੰਟ। ਮੇਰੇ ਨਾਲ ਨੇ ਸਰਦਾਰ ਗੁਰਚਰਨਜੀਤ ਸਿੰਘ ਲਾਂਬਾ, ਜਿਹੜੇ ਕਿ ਉੱਘੇ ਸਿੱਖ ਸਕਾਲਰ ਨੇ। ਪੰਜਾਬ ਦਾ ਇਤਿਹਾਸ ਮੋਰਚਿਆਂ ਦਾ ਇਤਿਹਾਸ ਹੈ, ਲੇਕਿਨ ਬਹੁਤੇ ਮੋਰਚੇ ਸ਼੍ਰੀ ਅਕਾਲ ਤਖਤ ਸਾਹਿਬ ਦੁਆਲੇ ਘੁੰਮਦੇ ਰਹੇ ਆ। ਜਿੰਨੇ ਵੀ ਮੋਰਚੇ ਲੱਗੇ ਉਹਨਾਂ 'ਚ ਸਿੱਖ ਬਹੁਲਤਾ ਰਹੀ ਆ, ਹਾਲਾਂਕਿ ਹਰ ਮਜ਼ਹਬ ਦੇ ਲੋਕ ਨਾਲ ਸ਼ਾਮਲ ਹੁੰਦੇ ਰਹੇ। ਇਸ ਵਾਰੀ ਦਿੱਲੀ ਦੇ ਵਿੱਚ ਜਿਹੜੇ ਲੋਕ ਬੈਠੇ ਆ ਉਸੇ ਹੀ ਪਰੰਪਰਾ ਤੋਂ ਆ ਰਹੇ ਆ, ਰਵਾਇਤਾਂ ਉਹੀ ਨੇ। ਇਹ ਹੁਣ ਮੋਰਚਾ ਲੋਕ ਮਨ ਤੱਕ ਪਹੁੰਚ ਗਿਆ। ਅਕਸਰ ਮੋਰਚੇ ਕਿਸੇ ਨਾ ਕਿਸੇ ਕਮਿਊਨਿਟੀ ਨਾਲ ਜਾਂ ਕਿਸੇ ਨਾ ਕਿਸੇ ਵਰਗ ਵਿਸ਼ੇਸ਼ ਨਾਲ ਜੁੜਦੇ ਰਹੇ ਆ, ਭਾਵੇਂ ਉਹ ਅਕਾਲੀ ਦਲ ਸੀ ਜਾਂ ਅਕਾਲੀ ਲਹਿਰ ਸੀ ਜਾਂ ਉਸ ਤੋਂ ਵੀ ਪਹਿਲਾਂ ਦੀਆਂ ਗੱਲਾਂ ਨੇ। ਸਰਦਾਰ ਗੁਰਚਰਨਜੀਤ ਸਿੰਘ ਲਾਂਬਾ ਕੋਲੇ ਉਹ ਇਤਿਹਾਸ ਦੇ ਪੱਤਰੇ ਨੇ ਜਿਨ੍ਹਾਂ ਦੇ ਵਿੱਚ ਇਹ ਅੰਕਿਤ ਹੈ ਬਾਰ-ਬਾਰ ਕਿ ਅਸੀਂ ਕਦੋਂ ਮੁੜ-ਮੁੜ ਕੇ ਆਪਣੇ ਹੱਕਾਂ ਲਈ ਖੜੇ ਹੋਏ। ਇਸ ਵਾਰੀ ਜਿਹੜਾ ਇਹ ਜੰਗ ਇਹ ਅੱਗੇ ਤੁਰਿਆ, ਇਹਨੇ ਸੱਚਮੁੱਚ ਉਹ ਮੋਕਲਾਪਣ, ਉਹ ਪੁਰਾਣੀਆਂ ਰਵਾਇਤਾਂ ਨੂੰ ਮੁੜ ਸੰਜੀਵ ਕੀਤਾ। ਲੋਕਾਂ ਦੇ ਮਨਾਂ ਦੇ ਵਿੱਚ ਉਹੀ ਜਜ਼ਬਾ ਤੇ ਜੋਸ਼ ਆ ਜਿਹਨੂੰ ਵੇਖ ਕੇ ਪੰਜਾਬੀਆਂ ਦੇ ਲੂੰ ਕੰਡੇ ਵੀ ਖੜੇ ਹੁੰਦੇ ਆ, ਪੰਜਾਬੀ ਬਹਾਦਰੀ ਨਾਲ ਅੱਗੇ ਵੱਧਦੇ ਆ। ਇੱਕ ਤੋਂ ਬਾਅਦ ਇੱਕ ਲੜੀ ਬਣਦੀ ਜਾਂਦੀ, ਸਿਲਸਿਲਾ ਬਣਦਾ ਜਾਂਦਾ। ਲਾਂਬਾ ਸਾਹਿਬ, ਇਤਿਹਾਸ ਦੁਹਰਾਉਂਦਾ ਰਹਿੰਦਾ, ਇਹ ਅਸੀਂ ਅਕਸਰ ਦੁਹਰਾਉਂਦੇ ਰਹਿੰਦੇ ਹਾਂ, ਲੇਕਿਨ ਇਤਿਹਾਸ ਮੁੜ ਕੇ ਰੂਪਮਾਨ ਹੁੰਦਾ ਹੈ। ਇਹਨੂੰ ਜੇ ਇਹ ਜਿਹੜੇ ਲੰਮੇ ਨੇ, ਇਹ ਜੋ ਪੜਾਅ ਨੇ, ਇਸ ਵੇਲੇ ਜੋ ਅਸੀਂ ਹੰਢਾ ਰਹੇ ਵੇਖ ਰਹੇ ਆ, ਇਹਨੂੰ ਰਿਲੇਟ ਕਰਨਾ ਹੋਵੇ ਦਿੱਲੀ ਤੋਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਇਸ ਮੋਰਚੇ ਤੱਕ। ਜੀ ਰੰਧਾਵਾ ਸਾਹਿਬ, ਸਭ ਤੋਂ ਪਹਿਲੇ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਕਿ ਮੁੜ ਪੰਜਾਬ ਨਾਲ, ਪੰਥ ਨਾਲ, ਅਕਾਲ ਤਖਤ ਸਾਹਿਬ ਨਾਲ ਔਰ ਵਤਨ ਨਾਲ ਜੁੜਨ ਲਈ। ਸ੍ਰੀ ਅਕਾਲ ਤਖਤ ਸਾਹਿਬ ਇੱਕ ਕੇਂਦਰ ਬਿੰਦੂ ਹੈ। ਜਿਹੜੀ ਰਵਾਇਤ, ਜਿਹੜੀਆਂ ਮਨੁੱਖੀ ਹੱਕਾਂ ਦੀ ਗੱਲ, ਜਿਹੜੇ ਵੀ ਬੁਨਿਆਦੀ ਹਕੂਕ ਦੀ ਗੱਲ ਹੈ, ਜਦੋਂ ਬਾਬਰ ਨੇ ਵੀ ਹਮਲਾ ਕੀਤਾ ਸੀ ਤਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜਦੋਂ ਆਵਾਜ਼ ਉਠਾਈ, ਮੁਸਲਮਾਨੀਆਂ ਪੜ੍ਹੇ ਕਤੇਬਾ ਕਸ਼ਟ ਮੈਂ ਕਰੇ ਖੁਦਾਏ ਵੇ ਲਾਲੋ, ਉਹ ਭਾਵੇਂ ਕੋਈ ਵੀ ਕਿਸੇ ਮਜ਼ਹਬ ਦੇ ਸੀ, ਉਹਨਾਂ ਦੇ ਹੱਕ ਲਈ ਉਹਨਾਂ ਨੇ ਆਵਾਜ਼ ਚੁੱਕੀ। ਔਰ ਇਹ ਸਿਲਸਿਲਾ ਇੱਥੇ ਆ ਕੇ ਖਤਮ ਨਹੀਂ ਹੋਇਆ। ਗੁਰੂ ਸਾਹਿਬ ਨੂੰ ਸ਼ਹਾਦਤਾਂ ਦੇਣੀਆਂ ਪਈਆਂ। ਫਿਰ ਗੁਰੂ ਹਰਗੋਬਿੰਦ ਸਾਹਿਬ ਨੇ ਅਕਾਲ ਤਖਤ ਸਾਹਿਬ ਦੀ ਸਿਰਜਣਾ ਕੀਤੀ, ਉਸ ਨੂੰ ਇੱਕ ਇੰਸਟੀਟਿਊਸ਼ਨਲਾਈਜ਼ ਕਰ ਦਿੱਤਾ। ਹਾਲਾਂਕਿ ਉਸ ਵੇਲੇ ਤੱਕ ਹਰਮੰਦਰ ਸਾਹਿਬ ਬਣ ਗਿਆ, ਕੀਰਤਨ ਹੋ ਗਿਆ, ਸਾਰੀਆਂ ਪਰੰਪਰਾਵਾਂ ਹੋ ਗਈਆਂ ਸੀ, ਸਾਰਾ ਗੁਰੂ ਗ੍ਰੰਥ ਸਾਹਿਬ ਸੀ, ਪਰ ਅਜੇ ਲੋੜ ਸੀ ਕਿ ਇਸ ਚੀਜ਼ ਨੂੰ ਅੱਗੇ ਤੋਰਨ ਲਈ ਉਹ ਮੀਰੀ ਪੀਰੀ ਦਾ ਜਿਹੜਾ ਸੰਕਲਪ ਦਿੱਤਾ, ਉਹ ਫਿਰ ਸ੍ਰੀ ਅਕਾਲ ਤਖਤ ਸਾਹਿਬ ਦੀ ਸਿਰਜਣਾ ਹੋਈ। ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹਾਦਤ ਨੇ ਸ੍ਰੀ ਅਕਾਲ ਤਖਤ ਸਾਹਿਬ ਦਿੱਤਾ ਦੁਨੀਆ ਨੂੰ। ਔਰ ਉਸ ਅਕਾਲ ਤਖਤ ਸਾਹਿਬ ਤੋਂ ਜਿੱਥੇ ਵੀ ਕਿਧਰੇ ਮਜ਼ਲੂਮਾਂ ਲਈ, ਕਿਸੇ ਦੇ ਹੱਕ ਲਈ, ਬਿਨਾਂ ਕਿਸੇ ਭੇਦਭਾਵ ਦੇ ਜਦੋਂ ਵੀ ਕੋਈ ਗੱਲ ਹੋਈ, ਉਹਦੇ ਲਈ ਅਕਾਲ ਤਖਤ ਸਾਹਿਬ ਨੇ ਆਪਣਾ ਰੋਲ ਅਦਾ ਕੀਤਾ। ਉਸ ਤੋਂ ਪਹਿਲੇ ਸਰਕਾਰਾਂ ਨੂੰ ਇਹ ਸੀਗਾ, ਬਲਕਿ ਸਰਕਾਰ ਨੇ ਕਹਿਤਾ ਕਿ ਇਹ ਜਿਹੜਾ ਹਰਮੰਦਰ ਸਾਹਿਬ ਹੈ ਦੁਕਾਨੇ ਬਾਤਲ ਹੈ, ਝੂਠ ਦੀ ਦੁਕਾਨ ਹੈ, ਪਰ ਉਸ ਦੀ ਰਾਖੀ ਲਈ ਉੱਥੇ ਅਕਾਲ ਤਖਤ ਸਾਹਿਬ ਦੀ ਸਿਰਜਣਾ ਹੋਈ। ਔਰ ਉਸ ਤੋਂ ਬਾਅਦ ਜਿੰਨਾ ਵੀ ਮੌਜੂਦਾ ਦੌਰ ਤੱਕ ਜੋ ਕੁਝ ਵੀ ਸੀਗਾ, ਉਹ ਹਰ ਮੋਰਚਾ ਅਕਾਲ ਤਖਤ ਸਾਹਿਬ ਤੋਂ ਹੀ ਸ਼ੁਰੂ ਹੋਇਆ। ਪਰ ਇੱਕ ਗੱਲ ਹੋਈ, ਇਹ ਜਿਹੜਾ 1984 ਤੋਂ ਬਾਅਦ 1984 ਦਾ ਜਿਹੜਾ ਦੁਖਾਂਤ ਸੀ, ਇਹ ਇੱਕ ਇਤਨਾ ਵੱਡਾ ਹਮਲਾ ਸੀ ਜਿਹੜਾ ਕਦੀ ਵੀ ਭੁੱਲਣ ਵਾਲਾ ਨਹੀਂ ਹੈ, ਭਾਵੇਂ ਕੋਈ ਲੱਖ ਕੋਸ਼ਿਸ਼ ਕਰ ਲਵੇ। ਉਹਦੇ ਵਿੱਚ ਆ ਕੇ ਕਈ ਚੀਜ਼ਾਂ ਤਬਦੀਲ ਹੋਈਆਂ। ਉਹਦੇ ਵਿੱਚ ਜਿਹੜੀ ਸਭ ਤੋਂ ਵੱਡੀ ਚੀਜ਼ ਇਹ ਹੋਈ, ਉਸ ਤੋਂ ਬਾਅਦ ਸਭ ਤੋਂ ਪਹਿਲੇ ਤਾਂ ਸਰਕਾਰ ਵੱਲੋਂ ਕੋਸ਼ਿਸ਼ ਕੀਤੀ ਗਈ ਕਿ ਗੁਰਦੁਆਰਿਆਂ ਦਾ ਸੈਕੂਲਰਾਈਜੇਸ਼ਨ ਕੀਤੀ ਜਾਏ ਦਾਲਮ ਕਮੇਟੀ ਰਾਹੀਂ। ਹੁਣ ਗੁਰਦੁਆਰਾ ਕਦੀ ਸੈਕੂਲਰ ਨਹੀਂ ਹੁੰਦਾ, ਧਰਮ ਸੈਕੂਲਰ ਨਹੀਂ ਹੋਏਗਾ। ਹਾਂ, ਧਰਮ ਹੈ, ਕਿਸੇ ਵੀ ਮਜ਼ਹਬ ਦੇ ਬੰਦੇ ਆ ਸਕਦੇ ਹੈ। ਪੋਲੀਟੀਸ਼ੀਅਨ ਸੈਕੂਲਰਿਜ਼ਮ ਦਾ ਲਬਾਦਾ ਪਾਉਂਦੇ ਆ, ਪਰ ਸੈਕੂਲਰਿਜ਼ਮ ਦਾ ਮਤਲਬ ਧਰਮ ਵਿਹੀਣ ਹੁੰਦਾ। ਹੁਣ ਪਹਿਲੀ ਕੋਸ਼ਿਸ਼ ਕੀਤੀ ਗਈ ਕਿ ਅਕਾਲ ਤਖਤ ਸਾਹਿਬ, ਹਰਮੰਦਰ ਸਾਹਿਬ ਨੂੰ ਜਾਂ ਗੁਰਦੁਆਰਿਆਂ ਨੂੰ ਸੈਕੂਲਰਾਈਜ਼ ਕੀਤਾ ਜਾਏ। ਉਹ ਦੇਵ ਨੈਤ ਨਾਲ ਉਹ ਗੱਲ ਫੇਲ ਹੋ ਗਈ। ਉਸ ਦੇ ਬਾਅਦ ਜਿਹੜੀ ਦੂਜੀ ਚੀਜ਼ ਕੀਤੀ ਗਈ ਉਹ ਸੀਗੀ ਕਿ ਅਕਾਲੀ ਦਲ ਨੂੰ ਸੈਕੂਲਰਾਈਜ਼ ਕਰ ਦਿੱਤਾ ਜਾਏ। ਯਾਨੀ ਉਹ ਜਿਹੜੀ ਇੱਕੋ ਇੱਕ ਪੰਥ ਦੀ ਜਮਾਤ ਸੀ, ਪੰਥ ਦੀ ਹੱਕ ਉਠਾਉਂਦਾ ਸੀ, ਉਹ ਵੀ ਸੈਕੂਲਰਾਈਜ਼ ਹੋ ਗਿਆ। ਹੁਣ 84 ਤੋਂ ਬਾਅਦ ਇੱਕ ਚੀਜ਼ ਬੜੀ ਵੱਡੀ ਤਬਦੀਲੀ ਆਈ। ਜੇ ਅਸੀਂ ਦੇਖੀਏ ਕਿ ਉਸ ਦੇ ਬਾਅਦ ਕੋਈ ਪੰਥਕ ਜਮਾਤ ਨਹੀਂ ਹੈ ਜਿਹੜੀ ਨਿਰੋਲ ਪੰਥ ਦੀ ਗੱਲ ਕਰ ਸਕੇ, ਪੰਥਕ ਕੋਈ ਆਗੂ ਨਹੀਂ ਹੈ, ਮਗਰ ਉਹ ਜਿਹੜੀਆਂ ਸਪਿਰਿਟ ਸੀ,
ਉਹ ਜਿਹੜੀ ਸਪਿਰਿਟ ਗੁਰੂ ਸਾਹਿਬ ਨੇ ਭਰੀ ਸੀ, ਉਹ ਆਮ ਸਿੱਖਾਂ ਦੇ ਵਿੱਚ, ਆਮ ਜਨਤਾ ਦੇ ਵਿੱਚ ਉਹ ਘਰ ਕੀਤੀ ਹੋਈ ਹੈ, ਉਹ ਨਹੀਂ ਨਿਕਲੀ। ਅੱਜ ਲੀਡਰ ਨਹੀਂ ਹੈਗੇ, ਕੋਈ ਜਿਹੜੇ ਰਵਾਇਤੀ ਆਗੂ ਨਹੀਂ ਹੈਗੇ, ਪਰ ਉਹ ਜਿਹੜੀ ਸਪਿਰਿਟ ਹੈਗੀ ਹੈ ਕੰਮ ਕਰ ਰਹੀ ਹੈ। ਜਿਸ ਸਪਿਰਿਟ ਦੇ ਨਾਲ ਸਿੱਖ ਜੂਝਦੇ ਰਹੇ, ਭਾਵੇਂ ਉਹ ਰੰਗੜ ਆਏ, ਭਾਵੇਂ ਅਬਦਾਲੀ ਆਏ, ਭਾਵੇਂ ਕੋਈ ਦੁਰਾਨੀ ਆਏ, ਭਾਵੇਂ ਕੋਈ ਵੀ ਆਏ ਹੈਗੇ ਆ, ਅੰਗਰੇਜ਼ ਆਏ ਹੈ ਜਾਂ ਬਾਅਦ ਵਿੱਚ ਵੀ ਜਿਹੜੀਆਂ ਆਈਆਂ, ਉਹ ਲੜਦੇ ਰਹੇ। ਅੱਜ ਉਹੀ ਸਪਿਰਿਟ ਜਿਹੜੀ ਹੈਗੀ ਹੈ ਗੁਰੂ ਦੀ ਅਦ੍ਰਿਸ਼ ਕਲਾ ਵਾਪਰ ਰਹੀ ਹੈ। ਇਹ ਜਿਹੜਾ ਹੁਣ ਚੱਲ ਰਿਹਾ ਸੰਘਰਸ਼, ਇਹਦੇ ਵਿੱਚ ਉਹ ਰਵਾਇਤ ਉਹੀ ਹੈ ਮਾਈਨਸ ਆਗੂਆਂ ਦੇ, ਇਹ ਮੈਨੂੰ ਲੱਗਦਾ ਹੈਗਾ ਇਸ ਤਰ੍ਹਾਂ ਜਾਪ ਰਿਹਾ ਜੀ। ਵੈਸੇ ਜੋ ਲਾਂਬਾ ਸਾਹਿਬ ਜੋ ਵਾਪਰ ਰਿਹਾ, ਇਸ ਵਾਪਰਦੇ ਵਰਤਾਰੇ ਵਿੱਚ ਜੇ ਦਿੱਲੀ ਦੀ ਸਪਿਰਿਟ ਨੂੰ ਦੇਖੀਏ ਤੇ ਇਹ ਸਪਿਰਿਟ ਅਕਾਲ ਤਖਤ ਸਾਹਿਬ ਤੋਂ ਲੱਗਦੇ ਮੋਰਚਿਆਂ ਵਾਲੀ ਸਪਿਰਿਟ ਹੈ। ਇਹਨੂੰ ਜੇ ਉਸ ਨਜ਼ਰੀਏ ਤੋਂ ਵੇਖਣਾ ਹੋਵੇ, ਕਿਉਂਕਿ ਤੁਸੀਂ ਦੂਰੋਂ ਰਹਿ ਕੇ ਅਮਰੀਕਾ 'ਚ ਬੈਠੇ ਹੋ, ਇਸ ਵੇਲੇ ਜਿੰਨਾ ਜ਼ਬਤ ਹੈ, ਜਿੰਨਾ ਅਨੁਸ਼ਾਸਨ ਹੈ, ਇਹਨੂੰ ਪੁਰਾਤਨ ਇਤਿਹਾਸ ਨਾਲ ਜੋੜ ਕੇ ਵੇਖੀਏ ਕਿ ਉਸੇ ਹੀ ਸਿਲਸਿਲੇ ਦਾ ਅਗਲੀ ਕੜੀ ਹੈ, ਜਾਂ ਬੀਤੇ ਔਰ ਅੱਜ ਦੇ ਮੋਰਚੇ 'ਚ ਫਰਕ ਕੀ ਹੈ? ਅੱਜ ਦੇ ਅੰਦੋਲਨ 'ਚ ਤੇ ਉਹਨਾਂ ਅੰਦੋਲਨਾਂ 'ਚ ਕੀ ਫਰਕ ਹੈ, ਤੁਸੀਂ ਦੇਖਦੇ ਹੋਵੋਗੇ? ਦੇਖੋ, ਜਿਹੜੀ ਸਪਿਰਿਟ ਹੈਗੀ ਹੈ ਉਹੀ ਕੰਮ ਕਰ ਰਹੀ ਹੈ। ਖਾਲਸਾਈ ਸਪਿਰਿਟ ਜਿਹੜੀ ਅੰਦਰੋਂ ਹੁੰਦੀ ਹੈ ਨਾ, ਉਹ ਕੋਈ ਵਿਜ਼ੀਬਲ ਨਹੀਂ ਹੁੰਦੀ। ਜਿਵੇਂ એનર્ਜੀ ਹੁੰਦੀ ਹੈ, ਉਹ ਲੇਟੈਂਟ ਹੁੰਦੀ ਹੈ, ਉਹ ਅੰਦਰੂਨੀ ਹੁੰਦੀ ਹੈ, ਉਹ ਸਾਰੀ ਕਾਇਮ ਹੈ। ਉਹਨੂੰ ਚੈਨਲਾਈਜ਼ ਜਿਹੜੀ ਹੈ ਕਰਨ ਦੀ ਲੋੜ ਹੈ। ਇਸ ਵੇਲੇ ਉਹ ਸਪਿਰਿਟ ਉਹੀ ਹੈ, ਪਰ ਦਿੱਕਤ ਇਹ ਹੋ ਗਈ ਕਿ 1984 ਤੋਂ ਬਾਅਦ 1984 ਵਿੱਚ ਇੱਕ ਬੜੀ ਵੱਡੀ ਤਬਦੀਲੀ ਆਈ ਸਰਕਾਰ ਵੱਲੋਂ, ਔਰ ਉਹਦਾ ਥੋੜਾ ਜਿਹਾ ਅਸੀਂ ਡਿਸਕਸ ਵੀ ਕਰਾਂਗੇ। ਸਰਕਾਰ ਵੱਲੋਂ ਇੱਕ ਚੀਜ਼ ਕੀਤੀ ਗਈ ਕਿ ਅੱਜ ਤੋਂ ਪਹਿਲਾਂ 1984 ਤੋਂ ਪਹਿਲਾਂ ਜਦੋਂ ਦਾ ਅਕਾਲ ਤਖਤ ਸਾਹਿਬ ਬਣਿਆ, ਹਰ ਪੰਥਕ ਜਦੋਂ ਵੀ ਕੋਈ ਮਸਲਾ ਉੱਠਿਆ, ਅਕਾਲ ਤਖਤ ਸਾਹਿਬ ਨੇ ਅਗਵਾਈ ਦਿੱਤੀ, ਉੱਥੋਂ ਮੋਰਚੇ ਜਾਰੀ ਹੋਏ, ਭਾਵੇਂ ਉਹ ਕਿਸੇ ਲਈ ਵੀ ਹੋਣ, ਭਾਵੇਂ ਪਠਾਣਾ ਲਈ ਹੋਣ, ਆਰੀਆ ਸਮਾਜੀਆਂ ਲਈ ਹੋਣ, ਵਤਨ ਦੇ ਲਈ ਹੋਣ, ਕਿਸੇ ਦੂਜੇ ਦੇ ਲਈ ਹੋਣ। ਪਰ 1984 ਸਰਕਾਰ ਨੇ ਇੱਕ ਗੱਲ ਕਰ ਦਿੱਤੀ ਕਿ ਅਕਾਲ ਤਖਤ ਸਾਹਿਬ ਨੂੰ ਮੋਰਚੇ ਲਈ, ਉਹ ਮੀਰੀ ਪੀਰੀ ਦੇ ਕਨਸੈਪਟ ਲਈ ਨਹੀਂ ਵਰਤਿਆ ਜਾ ਸਕਦਾ। ਔਰ ਇਹਦੇ ਹਵਾਲੇ ਮਿਲਦੇ ਹੈ, ਉਹ ਤੁਹਾਡੇ ਨਾਲ ਫਿਰ ਉਸ ਦੇ ਤੇ ਵਿਚਾਰ ਕਰ ਲਾਂਗੇ। ਉਹ ਕਿਵੇਂ ਹੋਇਆ, ਕਿਸ ਤਰ੍ਹਾਂ ਹੋਇਆ, ਉਹਦਾ ਪਿਛੋਕੜ ਕੀ ਸੀ, ਉਹਦੇ ਸਾਰੇ ਡਾਕੂਮੈਂਟਸ ਵੀ ਮੌਜੂਦ ਹੈਗੇ ਆ। ਵੈਸੇ ਲਾਂਬਾ ਸਾਹਿਬ, ਜਦੋਂ ਮੈਂ ਪਿਛਲੇ ਦੌਰ ਨੂੰ ਵੇਖਦਾ ਹਾਂ ਤੇ ਜਦੋਂ ਅਸੀਂ ਸ਼੍ਰੀ ਅਕਾਲ ਤਖਤ ਸਾਹਿਬ ਔਰ ਹਰਮੰਦਰ, ਕਿਉਂਕਿ ਹੁਣ ਅਸੀਂ ਤੁਹਾਨੂੰ ਸ਼ਾਮਲ ਕੀਤਾ ਹੈ ਤਾਂ ਕੁਝ ਨਾ ਕੁਝ ਉਹ ਜਾਣਕਾਰੀਆਂ ਵੀ ਜ਼ਰੂਰ ਚਾਹਾਂਗੇ ਜਿਹੜੀਆਂ ਤੁਸੀਂ ਵਕਤ ਲਾ ਕੇ ਸਟੱਡੀ ਕੀਤੀਆਂ ਨੇ, ਜਿਹੜੀਆਂ ਤੁਸੀਂ ਇਤਿਹਾਸਿਕ ਹਵਾਲਿਆਂ ਨਾਲ, ਉਹ ਜਿਹੜੇ ਰੈਫਰੈਂਸਸ ਨੇ ਵੱਖ-ਵੱਖ ਥਾਵਾਂ ਤੋਂ ਆ ਰਹੇ ਆ, ਪੁਰਾਤਨ ਇਤਿਹਾਸ ਆ, ਉਹਦਾ ਉਹ ਜਾਣਕਾਰੀ ਜ਼ਰੂਰ ਚਾਹਾਂਗੇ ਕਿ ਸ਼੍ਰੀ ਹਰਮੰਦਰ ਸਾਹਿਬ ਔਰ ਸ਼੍ਰੀ ਅਕਾਲ ਤਖਤ ਸਾਹਿਬ, ਸ਼੍ਰੀ ਦਰਬਾਰ ਸਾਹਿਬ ਔਰ ਸ਼੍ਰੀ ਅਕਾਲ ਤਖਤ ਸਾਹਿਬ ਦਾ ਜਿਹੜਾ ਇਹ ਮੌਜੂਦਾ ਸਰੂਪ ਆ, ਕਿਤੇ ਇਹ ਵੀ ਸਵਾਲ ਉੱਠਦਾ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਤਖਤ ਨੇ, ਉਹਨਾਂ ਦੀ ਪ੍ਰਕਰਮਾ ਨਹੀਂ ਹੋ ਸਕਦੀ। ਸ਼੍ਰੀ ਅਕਾਲ ਤਖਤ ਸਾਹਿਬ ਦਾ ਜਿਹੜਾ ਮੌਜੂਦਾ ਸਰੂਪ ਹੈ, ਉਹਦੇ ਚ ਤਬਦੀਲੀ ਕੀਤੀ ਗਈ। ਸਵਾਲ ਕਿੰਨੇ ਸਾਰੇ ਇਕੱਠੇ ਹੋ ਜਾਂਦੇ ਆ। ਚਲੋ ਗੱਲ ਤੁਰੀ ਆ ਤੇ ਮੈਂ ਆਪਣੀ ਜਗਿਆਸਾ ਲਈ, ਆਪਣੀ ਜਾਣਕਾਰੀ ਲਈ ਇਹ ਗੱਲ ਪੁੱਛ ਲਵਾਂ ਤੁਹਾਨੂੰ ਕਿ ਸ਼੍ਰੀ ਦਰਬਾਰ ਸਾਹਿਬ ਔਰ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਜੇਕਰ ਅਸੀਂ ਦੋ ਵੱਖਰੇ ਸੰਕਲਪਾਂ ਨਾਲ ਦੇਖਣਾ ਹੋਵੇ, ਜੇ ਦੋ ਵੱਖਰੇ ਸਿਧਾਂਤ ਦੇ ਨਜ਼ਰੀਓਂ ਦੇਖਣਾ ਹੋਵੇ, ਜਰਾ ਖੋਲ ਕੇ ਇਹ ਵੀ ਦੱਸ ਦਿਓ, ਕਿਉਂਕਿ ਬਹੁਤ ਸਾਰੇ ਦੋਸਤ ਐਸੇ ਜੁੜਦੇ ਆ ਜਿਹੜੇ ਬਹੁਤ ਨਵੀਨ ਜਾਣਕਾਰੀਆਂ ਜਿਹੜੀਆਂ ਪੁਰਾਤਨ ਇਤਿਹਾਸ ਦਾ ਹਿੱਸਾ ਨੇ, ਉਹਨਾਂ ਨੂੰ ਅਡਾਪਟ ਕਰਨਾ ਚਾਹੁੰਦੇ। ਹਾਂਜੀ ਰੰਧਾਵਾ ਸਾਹਿਬ, ਬੜਾ ਅੱਛਾ ਤੁਹਾਡਾ ਸਵਾਲ ਹੈ। ਇਹਦੇ ਵਿੱਚ ਦੋ ਹੋਣਗੇ। ਇੱਕ ਤਾਂ ਜਿਹੜਾ ਅਕਾਲ ਤਖਤ ਸਾਹਿਬ ਦਾ ਜਿਹੜਾ ਸੰਕਲਪ ਸੀ, ਜੇਕਰ ਹਰਮੰਦਰ ਸਾਹਿਬ ਮੌਜੂਦ ਸੀ, ਜਿਵੇਂ ਪਹਿਲੇ ਅਰਜ਼ ਕੀਤੀ ਹੈ, ਫਿਰ ਉਹਦੇ ਸਾਹਮਣੇ ਗੁਰੂ ਸਾਹਿਬ ਨੂੰ ਅਕਾਲ ਤਖਤ ਸਾਹਿਬ ਬਣਾਉਣ ਦੀ ਲੋੜ ਕੀ ਪੈ ਗਈ? ਪਹਿਲੀ ਗੱਲ ਤਾਂ ਇਹ ਹੈ। ਇਹਦਾ ਮਤਲਬ ਹਰਮੰਦਰ ਸਾਹਿਬ ਇੱਕ ਹੈ, ਵੱਖਰਾ ਹੈ, ਔਰ ਅਕਾਲ ਤਖਤ ਸਾਹਿਬ ਦਾ ਸੰਕਲਪ ਵੱਖਰਾ ਹੈਗਾ। ਇੱਕ ਅੰਗਰੇਜ਼ ਬੁੱਕ ਹੈਗਾ ਸੀ, ਉਹਦਾ ਨਾਂ ਸੀ ਬੁੱਕ। ਉਹ ਆਇਆ ਦਰਬਾਰ ਸਾਹਿਬ ਦਰਸ਼ਨ ਕਰਨ ਆਇਆ, ਤੇ ਜਦੋਂ ਅਕਾਲ ਤਖਤ ਸਾਹਿਬ ਦੇ ਸਾਹਮਣੇ ਖੜਾ ਹੋਇਆ, ਉਹਨੇ ਇੱਕ ਟਿੱਪਣੀ ਕੀਤੀ ਹੈ ਜਿਹੜੀ ਉਹਦੀ ਕਿਤਾਬ ਦੇ ਵਿੱਚ ਹੈ। ਉਹ ਕਹਿੰਦਾ ਇਹ ਇੱਕ ਇਮਾਰਤ ਹੈ ਜਿੱਥੇ ਸਿੱਖ ਮੈਨੂਫੈਕਚਰ ਕੀਤੇ ਜਾਂਦੇ ਆ। ਹਰਮੰਦਰ ਸਾਹਿਬ ਵਿੱਚ ਖਾਲਸਾ ਮੈਨੂਫੈਕਚਰ ਨਹੀਂ ਕੀਤਾ ਜਾਂਦਾ, ਅਕਾਲ ਤਖਤ ਸਾਹਿਬ ਦੇ ਉੱਤੇ ਅੰਮ੍ਰਿਤ ਛਕਾਇਆ ਜਾਂਦਾ ਹੈ। ਜਿਹੜਾ ਮਰਜ਼ੀ ਟੁੱਟਾ ਭੱਜਾ ਬੰਦਾ ਲੈ ਆਓ, ਉਸ ਨੂੰ ਉਹ ਤਿਆਰ ਕਰਕੇ, ਠੋਕ ਵਜਾ ਕੇ ਉਸ ਨੂੰ ਇੱਕ ਖਾਲਸਾ ਤਿਆਰ ਕਰਕੇ, ਉਹ ਕਹਿੰਦੇ ਇੱਕ ਫੈਕਟਰੀ ਹੈ, ਇਹ ਫੈਕਟਰੀ ਹੈ। ਹੁਣ ਦੋਨਾਂ ਦੇ ਤੁਸੀਂ ਦੇਖੋਗੇ ਕਿ ਹਰਮੰਦਰ ਸਾਹਿਬ ਇੱਕ ਗੁਰਦੁਆਰਾ ਹੈ, ਉਹ ਹਰਿਮੰਦਰ ਹੈ, ਹਰੀ ਮੰਦਰ ਹੈ,
ਔਰ ਜਿਹੜਾ ਤਖਤ ਹੈ ਥਰੋਨ ਹੈ, ਉਹ ਦੋਨਾਂ ਦੇ ਵਿੱਚ ਕੰਸਟਰਕਸ਼ਨ ਦੇ ਵਿੱਚ ਫਰਕ ਹੈ, ਸੰਕਲਪ ਵਿੱਚ ਫਰਕ ਹੈ। ਜਦੋਂ ਤੁਸੀਂ ਹਰਮੰਦਰ ਸਾਹਿਬ ਜਾਂਦੇ ਹੋ ਤੁਹਾਨੂੰ ਝੁੱਕ ਕੇ ਮੱਥਾ ਟੇਕਣਾ ਪੈਂਦਾ। ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਜ਼ਮੀਨ ਦੇ ਉੱਤੇ ਹੈ, ਮੰਜੀ ਸਾਹਿਬ ਦੇ ਉੱਤੇ ਹੈਗਾ। ਉੱਥੇ ਤੁਹਾਨੂੰ ਜਿਹੜਾ ਮੱਥਾ ਨੀਵਾਂ ਹੋ ਕੇ ਤੁਹਾਨੂੰ ਟੇਕਣਾ ਪੈਂਦਾ ਹੈਗਾ। ਹਰਮੰਦਰ ਸਾਹਿਬ ਜਦੋਂ ਅਕਾਲ ਤਖਤ ਸਾਹਿਬ ਜਾਓਗੇ, ਅਕਾਲ ਤਖਤ ਇੱਕ ਤਖਤ ਹੈ। ਕਿਸੇ ਵੀ ਬਾਦਸ਼ਾਹ ਦਾ ਤਖਤ ਜਿਹੜਾ ਹੈ ਉਹ ਉਹਦੇ ਮਗਰਲੇ ਪਾਸੇ ਨਹੀਂ ਝਾਕਿਆ ਜਾਂਦਾ, ਪਿਛਲੇ ਪਾਸੇ ਨਹੀਂ ਦੇਖਿਆ ਜਾਂਦਾ, ਉਹਦੇ ਸਾਹਮਣੇ ਪੇਸ਼ ਹੋਇਆ ਜਾਂਦਾ ਹੈ। ਹਰਮੰਦਰ ਸਾਹਿਬ ਦੀ ਪਰਿਕਰਮਾ ਕੀਤੀ ਜਾਂਦੀ ਹੈ, ਅਕਾਲ ਤਖਤ ਦੀ ਨਹੀਂ ਕੀਤੀ ਜਾਂਦੀ। ਪਰ ਬਦਕਿਸਮਤੀ ਦੇ ਨਾਲ, ਅਣਗਹਿਲੀ ਕਹਿ ਲਓ ਜਾਂ ਕੋਈ ਬੜੀ ਵੱਡੀ ਸਾਜ਼ਿਸ਼ ਕਹਿ ਲਓ, ਬੜੀ ਵੱਡੀ ਸਾਜ਼ਿਸ਼, ਇਹਦੇ ਵਿੱਚ ਕੋਈ ਦਿੱਕਤ ਨਹੀਂ, ਜਾਂ ਪੂਰੀ ਜਾਣ ਬੁੱਝ ਕੇ ਇੱਕ ਐਸਾ ਉਹਦਾ ਅਕਾਲ ਤਖਤ ਸਾਹਿਬ ਦਾ ਜਿਹੜਾ ਸਰੂਪ 1984 ਤੋਂ ਪਹਿਲੇ ਸੀ ਉਹਨੂੰ ਮਲੀਆਮੇਟ ਕਰ ਦਿੱਤਾ ਗਿਆ। ਅਕਾਲ ਤਖਤ ਸਾਹਿਬ ਨੂੰ ਢਾਣਾ ਇੱਕ ਗੱਲ ਹੈ, ਉਹਨੂੰ ਬਰਬਾਦ ਕਰਨਾ, ਉਹਨੂੰ ਤੋਪਾਂ ਨਾਲ ਉਡਾਣਾ ਇੱਕ ਗੱਲ ਹੈ, ਪਰ ਉਹਦੇ ਸੰਕਲਪ ਨੂੰ ਖਤਮ ਕਰਨ ਲਈ ਉਹਦੀ ਜਿਹੜੀ ਸੰਕਲਪ ਨੂੰ ਇਸ ਤਰ੍ਹਾਂ ਖਤਮ ਕੀਤਾ ਗਿਆ। ਸਭ ਤੋਂ ਪਹਿਲੀ ਗੱਲ ਤਾਂ ਅਕਾਲ ਤਖਤ ਸਾਹਿਬ ਦੀ ਪਰਿਕਰਮਾ ਬਣਾ ਦਿੱਤੀ ਗਈ, ਜਿਹੜੀ ਕਿ ਬਿਲਕੁਲ ਮਰਿਆਦਕ ਤੌਰ ਦੇ ਉੱਤੇ ਗਲਤ ਹੈਗਾ। ਦੂਜੀ ਗੱਲ ਜਿਹੜੀ ਕੀਤੀ ਗਈ ਉਹਦੇ ਵਿੱਚ ਕੀਤੀ ਗਈ ਕਿ ਜਿਹੜਾ ਅਕਾਲ ਤਖਤ ਸਾਹਿਬ ਸੀ ਉਹਦਾ ਗੁੰਬਦ ਬੁਲੰਦ ਸੀ, ਉਹ ਬੁਲੰਦ ਸੀ। ਹਰਮੰਦਰ ਸਾਹਿਬ ਬੈਠਵਾਂ, ਤੁਸੀਂ ਕਦੀ ਸਾਹਮਣੇ ਦੋਨੋਂ ਰੱਖ ਕੇ ਦੇਖੋਗੇ ਤਾਂ ਹਰਮੰਦਰ ਸਾਹਿਬ ਦਾ ਗੁੰਬਦ ਨਿਠਵਾਂ ਹੈ, ਬੈਠਵਾਂ ਹੈ, ਉਹਦੇ ਉੱਤੇ ਕਮਲ ਫੁੱਲ ਪੁੱਠਾ ਹੈ। ਕਮਲ ਫੁੱਲ ਪੁੱਠੇ ਦਾ ਮਤਲਬ ਹੁੰਦਾ ਹੈ ਲక్ష్ਮੀ ਕਮਲ ਵਿੱਚ ਨਿਵਾਸ ਕਰਦੀ ਹੈ, ਮਗਰ ਉੱਥੇ ਲక్ష్ਮੀ ਦੀ ਕੋਈ ਕਮੀ ਨਹੀਂ, ਉਹ ਕਮਲ ਫੁੱਲ ਪੁੱਠਾ ਹੈਗਾ। ਮਗਰ ਅਕਾਲ ਤਖਤ ਸਾਹਿਬ ਦਾ ਜਿਹੜਾ ਗੁੰਬਦ ਹੈ ਬੁਲੰਦ ਹੈ, ਉਹਦੇ ਵਿੱਚ ਦੋ ਗੁੰਬਦ ਸਨ। ਹੁਣ ਕਿਸੇ ਇਮਾਰਤ ਦੀ ਬੁਲੰਦੀ ਘਟਾਣੀ ਹੋਏ, ਬੁਲੰਦੀ ਅਗਰ ਘਟਾਣੀ ਹੋਏ, ਉਹਦੇ ਦੋ ਤਰੀਕੇ ਹੈ, ਜਾਂ ਤੇ ਉਹਨੂੰ ਉੱਤੋਂ ਕੱਟ ਦਿਓ ਜਾਂ ਉਹਦੀ ਚੌੜਾਈ ਵਧਾ ਦਿਓ। ਬਹੁਤ ਹੀ ਅਫਸੋਸ ਦੀ ਗੱਲ ਹੈ ਕਿ ਜਦੋਂ ਅਕਾਲ ਤਖਤ ਸਾਹਿਬ ਢਾ ਦਿੱਤਾ ਗਿਆ, ਜਦੋਂ ਜ਼ੈਲ ਸਿੰਘ ਇੱਥੇ ਆਏ ਔਰ ਉਹਨਾਂ ਦਾ ਬਿਆਨ ਹੈ ਕਿ ਇਹ ਅਕਾਲ ਤਖਤ ਸਾਹਿਬ ਪਹਿਲੇ ਨਾਲੋਂ ਵੱਡਾ ਔਰ ਸੋਹਣਾ ਬਣਾਇਆ ਜਾਏਗਾ। ਜਦੋਂ ਸਿੱਖਾਂ ਨੇ ਕਿਹਾ ਕਿ ਅਸੀਂ ਇਸ ਨੂੰ ਬਰਦਾਸ਼ਤ ਨਹੀਂ ਕਰਾਂਗੇ, ਅਸੀਂ ਢਾ ਦੇਾਂਗੇ, ਜਿਹੜਾ ਬਣਾਇਆ ਸਰਦਾਰ ਬੂਟਾ ਸਿੰਘ ਨੇ ਤੇ ਸੰਤਾ ਸਿੰਘ ਨੇ ਤੇ ਔਰ ਤੇਜਵੰਤ ਸਿੰਘ ਨੇ, ਉਹਨਾਂ ਸਾਰਿਆਂ ਨੇ ਮਿਲ ਕੇ, ਜਿਹੜੇ ਨਾਲ ਉਹਨਾਂ ਦੇ ਸਰਕਾਰੀ ਅਹਿਲਕਾਰ ਸਨ, ਉਹ ਸਿੱਖਾਂ ਨੇ ਕਿਹਾ ਕਿ ਅਸੀਂ ਢਾ ਦੇਾਂਗੇ। ਰਾਜੀਵ ਗਾਂਧੀ ਦਾ ਬਿਆਨ ਸੀ, ਉਹਨਾਂ ਨੂੰ ਪੁੱਛਿਆ ਕਿ ਉਹ ਸਿੱਖ ਕਹਿੰਦੇ ਅਸੀਂ ਇਹਨੂੰ ਢਾ ਕੇ ਦੁਬਾਰਾ ਬਣਾਵਾਂਗੇ ਤੇ ਤੁਸੀਂ ਇਹਦੇ ਬਾਰੇ ਕੀ ਕਹਿੰਦੇ ਹੋ। ਬੜੀ ਇੱਕ ਹਾਸੋਹੀਣਾ ਜਿਹਾ ਬਿਆਨ ਸੀ ਰਾਜੀਵ ਗਾਂਧੀ ਦਾ। ਉਹ ਕਹਿਣ ਲੱਗਾ ਕਿ ਜੇ ਕਾਰਪੋਰੇਸ਼ਨ ਦੇ ਰੂਲਸ ਇਜਾਜ਼ਤ ਦੇਣਗੇ ਤੇ ਮੈਨੂੰ ਕੋਈ ਇਤਰਾਜ਼ ਨਹੀਂ। ਉਹਨਾਂ ਨੇ ਤੁਹਾਡੇ ਕੋਲੋਂ ਪੁੱਛਣਾ, ਕਾਰਪੋਰੇਸ਼ਨ ਕੋਲੋਂ ਪੁੱਛਣਾ ਹੈਗਾ ਕਿ ਇਹ ਤਖਤ ਕਿੱਦਾਂ ਦਾ ਬਣਨਾ। ਪਰ ਖੈਰ ਉਹਦੇ ਵਿੱਚ ਜਿਹੜਾ ਕੀਤਾ ਕੀ ਗਿਆ ਕਿ ਅਕਾਲ ਤਖਤ ਸਾਹਿਬ ਦੀ ਚੌੜਾਈ ਚਾਰੇ ਪਾਸਿਓਂ ਵਧਾ ਦਿੱਤੀ ਗਈ। ਜਿਹੜੇ ਸ਼ਹੀਦੀ ਅਸਥਾਨ ਬਾਬਾ ਗੁਰਬਖਸ਼ ਸਿੰਘ ਦਾ ਸੀ, ਜਿਨ੍ਹਾਂ ਨੇ 30 ਬੰਦਿਆਂ ਨੂੰ ਨਾਲ ਲੈ ਕੇ ਉਹਨਾਂ ਨੇ ਪੂਰੇ ਅਬਦਾਲੀ ਦੀ ਫੌਜ ਦਾ ਮੁਕਾਬਲਾ ਕੀਤਾ ਔਰ ਉੱਥੋਂ ਅੰਦਰੋਂ ਸਿਹਰਾ ਲੈ ਕੇ ਉਹਨਾਂ ਨੇ ਕਿ ਹੁਣ ਮੇਰੀ ਬਰਾਤ ਜਾ ਰਹੀ ਹੈ, ਉੱਥੇ ਸ਼ਹਾਦਤ ਦਿੱਤੀ। ਉਹ ਉਹਨਾਂ ਦਾ ਸਥਾਨ ਸੀ, ਉਹ ਵੀ ਢਾ ਦਿੱਤਾ ਇਸ ਨਵੇਂ ਸਕੀਮ ਦੇ ਵਿੱਚ। ਔਰ ਉਸ ਦੇ ਬਾਅਦ ਇੱਥੇ ਤੱਕ ਆਂਦਾ ਹੈ ਕਿ 1925-30 ਦੇ ਦੌਰਾਨ ਇਹ ਜ਼ਿਕਰ ਆਂਦਾ ਹੈ, ਉਸ ਤੋਂ ਪਹਿਲੇ ਹੈਗਾ, ਅੰਗਰੇਜ਼ਾਂ ਨੇ ਕੋਸ਼ਿਸ਼ ਕੀਤੀ ਸੀ ਕਿ ਅਕਾਲ ਤਖਤ ਹਰਮੰਦਰ ਸਾਹਿਬ ਨੂੰ ਇੱਕ ਚਰਚ ਵਿੱਚ ਤਬਦੀਲ ਕਰ ਦਿੱਤਾ ਜਾਏ। ਇਹਦਾ ਮਤਲਬ ਹਰ ਹਕੂਮਤ ਦੀ ਕੈਰੀ ਨਜ਼ਰ ਹਰਮੰਦਰ ਸਾਹਿਬ ਔਰ ਅਕਾਲ ਤਖਤ ਤੇ ਪੈਂਦੀ ਰਹੀ ਹੈ, ਮਗਰ ਉਹ ਕਾਮਯਾਬ ਨਹੀਂ ਹੋਏ। ਫਿਰ ਉਹਨਾਂ ਨੇ ਕੀਤਾ, ਤੁਸੀਂ ਦੇਖੋ ਇੱਕ ਬੜੀ ਵੱਡੀ ਗੱਲ ਹੈਗੀ ਹੈ ਕਿ ਜਿਹੜੀ ਹਰਮੰਦਰ ਸਾਹਿਬ ਜਿਹੜਾ ਹੈ, ਅੰਮ੍ਰਿਤਸਰ ਸਾਹਿਬ ਜਿਹੜਾ ਗੁਰੂ ਦੀ ਨਗਰੀ ਹੈ, ਗੁਰੂ ਸਾਹਿਬ ਨੇ ਜਦੋਂ ਇਸ ਨੂੰ ਵਸਾਇਆ ਤਾਂ ਉਹਨਾਂ ਨੇ ਕਿਹਾ ਕਿ ਵਸਦੀ ਸਗਨ ਅਪਾਰ ਅਨੂਪ ਰਾਮਦਾਸਪੁਰ, ਸਗਨ ਵਸਦੀ ਹੋਈ, ਜਿਹੜੀ ਸੰਘਣੀ ਵਸਦੀ ਹੋਈ ਹੈਗੀ ਹੈ। ਇਹ ਜਿਤਨੀਆਂ ਪੁਰਾਣੀਆਂ ਹੈਗੇ ਹੈ ਸਥਾਨ ਹੈਗੇ ਹੈ ਕਿਸੇ ਵੀ ਧਰਮ ਦੇ, ਤੁਸੀਂ ਦੇਖੋਗੇ ਉਹ ਤੰਗ ਗਲੀਆਂ ਦੇ ਵਿੱਚੋਂ ਹੋ ਕੇ ਉੱਥੇ ਪਹੁੰਚਣਾ ਪੈਂਦਾ। ਉਹਦਾ ਕਾਰਨ ਇਹ ਹੁੰਦਾ ਸੀ ਕਿ ਇੱਕ ਤਾਂ ਸਿਕਿਉਰਿਟੀ ਸੀ, ਜਦੋਂ ਤੁਸੀਂ ਦੇਖੋਗੇ ਬੰਦ ਗਲੀਆਂ ਹੁੰਦੀਆਂ ਸੀ, ਵੱਡੀਆਂ ਬਿਲਡਿੰਗਾਂ ਦੇ ਵੀ ਉਹਨਾਂ ਨੇ ਬੰਦ ਗਲੀ ਰੱਖੀ ਹੁੰਦੀ ਸੀ, ਤੰਗ ਗਲੀਆਂ ਚੋਂ ਲੰਘਦੇ ਸੀ। ਔਰ ਉਹ ਸ਼ਰਧਾ ਨਾਲ, ਪੁਰਾਣੇ ਅੰਗਰੇਜ਼ਾਂ ਦੀ ਰਿਕਾਰਡਿੰਗ ਹੈਗੀ ਹੈ ਕਿ ਜਦੋਂ ਸਿੱਖ ਆਂਦੇ ਸੀ ਹਾਲ ਗੇਟ ਦੇ ਉੱਤੇ ਮੱਥਾ ਟੇਕਦੇ ਸੀ, ਜ਼ਮੀਨ ਦੇ ਉੱਤੇ ਮੱਥਾ ਟੇਕਦੇ ਸੀਗੇ। ਪੋਪ ਵੀ ਜਦੋਂ ਕਿਸੇ ਸ਼ਹਿਰ ਨਵੀਂ ਜਗ੍ਹਾ ਜਾਂਦਾ ਹੈ ਉਹ ਜ਼ਮੀਨ ਦੇ ਉੱਤੇ ਸਿਜਦਾ ਕਰਦਾ, ਬੋਸਾ ਲੈਂਦਾ। ਔਰ ਹਰਮੰਦਰ ਸਾਹਿਬ ਦੀ ਇੰਨੀ ਪਵਿੱਤਰਤਾ ਸੀ ਕਿ ਹਾਲ ਗੇਟ ਦੇ ਉੱਤੇ ਉੱਥੇ ਮੱਥਾ ਟੇਕਦੇ ਸੀ। ਮਗਰ ਇਹ ਜਿਹੜੀ ਗੁਰੂ ਸਾਹਿਬ ਨੇ ਵੀ ਕਿਹਾ, ਜੋ ਤੋ ਪ੍ਰੇਮ ਖੇਲਣ ਕਾ ਚਾਓ ਸਿਰਦਰ ਤਲੀ ਗਲੀ ਮੇਰੀ ਆਓ, ਇਹ ਗਲੀਆਂ ਸਨ।
ਮਗਰ ਉਹ ਅੰਗਰੇਜ਼ਾਂ ਨੇ ਵੀ ਕੋਸ਼ਿਸ਼ ਕੀਤੀ ਕਿ ਗਲੀਆਂ ਮਿਟਾ ਦਿੱਤੀਆਂ ਜਾਣ। ਉਹਨਾਂ ਨੂੰ ਆਪਣਾ ਸੀ ਕਿ ਅਸੀਂ ਇਹਦੇ ਤੇ ਕਿੱਦਾਂ ਕੰਟਰੋਲ ਕਰਨਾ ਹੈ। ਜਿਵੇਂ ਜਲਿਆਂਵਾਲੇ ਬਾਗ 'ਚ ਤੋਪਾਂ ਲੈ ਕੇ ਗਏ ਸੀ, ਉਹਨਾਂ ਨੂੰ ਬੜੀ ਦਿੱਕਤ ਹੋਈ ਸੀ, ਇਤਨਾ ਤੰਗ ਸੀ, ਤੇ ਉਹਨਾਂ ਦੀ ਸਕੀਮ ਸੀ ਇਸ ਨੂੰ ਕਰ ਦਿੱਤਾ ਜਾਏ। ਹਰਮੰਦਰ ਅਕਾਲ ਤਖਤ ਸਾਹਿਬ ਨੂੰ ਢਾਣਾ ਇੱਕ ਵੱਖਰੀ ਹੈ, ਮਗਰ ਉਸ ਦੇ ਬਾਅਦ ਉਹਦਾ ਨਕਸ਼ਾ ਚੇਂਜ ਕਰ ਦੇਣਾ, ਉਹਦੇ ਨਕਸ਼ੇ ਨੂੰ ਬਦਲ ਦੇਣਾ, ਉਹਦੇ ਚਾਰੇ ਪਾਸੇ ਚੌੜਾਈ ਕਰ ਦੇਣੀ, ਉਹਦੀ ਪਰਿਕਰਮਾ ਬਣਾ ਦੇਣੀ, ਇਹ ਪੂਰੇ ਦੇ ਪੂਰੇ ਸਿੱਖ ਕਨਸੈਪਟ ਦੀ ਜਿਹੜੀ ਹੈ ਬੜੀ ਵੱਡੀ ਤੋਹੀਨ ਕੀਤੀ ਗਈ ਹੈ ਕਿ ਇਸ ਨੂੰ ਦੇ ਗੁੰਬਦ ਨਵੇਂ ਬਣਾ ਦਿੱਤੇ, ਗੁੰਬਦਾਂ ਦੀ ਗਿਣਤੀ ਵਧਾ ਦਿੱਤੀ ਗਈ, ਚੌੜਾਈ ਵਧਾ ਦਿੱਤੀ ਗਈ, ਅੰਦਰ ਦੀ ਜਿੰਨੀਆਂ ਪੁਰਾਣੀਆਂ ਪੇਂਟਿੰਗ ਸਨ ਉਹ ਖਤਮ ਕਰ ਦਿੱਤੀਆਂ ਗਈਆਂ। ਹੋਰ ਤਾਂ ਹੋਰ ਉੱਥੇ ਇੱਕ ਬੋਰਡ ਲੱਗਾ ਹੁੰਦਾ ਸੀ ਜੀ, ਹਰਮੰਦਰ ਸਾਹਿਬ ਦੇ ਵਿੱਚ ਹਰ ਕੋਈ ਮੱਥਾ ਟੇਕ ਸਕਦਾ ਹੈ, ਜਿਹੜਾ ਮਰਜ਼ੀ ਟੇਕ ਸਕਦਾ ਹੈ, ਮਗਰ ਅਕਾਲ ਤਖਤ ਸਾਹਿਬ ਦੇ ਕਲੀਅਰ ਲਿਖਿਆ ਕਿ ਕਿਸੇ ਵੀ ਗੈਰ ਸਿੱਖ ਦੀ ਅਰਦਾਸ ਹੋ ਸਕਦੀ ਹੈ, ਮੁਸਲਮਾਨ ਦੀ, ਈਸਾਈ ਦੀ, ਨਾਸਤਕ ਦੀ, ਪਰ ਕਿਸੇ ਪਤਤ ਤੇ ਤਨਖਾਹੀਏ ਸਿੱਖ ਦੀ ਅਰਦਾਸ ਨਹੀਂ ਹੋ ਸਕਦੀ। ਇਹਦਾ ਮਤਲਬ ਜੇ ਕਿਸੇ ਨੇ ਧਾਰਮਿਕ ਤੌਰ ਤੇ ਸਿੱਖ ਨੇ ਕੁਰੈਤ ਕੀਤੀ ਹੈ, ਉਸ ਦੀ ਅਰਦਾਸ ਨਹੀਂ ਹੋ ਸਕਦੀ। ਇਹ ਬੋਰਡ ਵੀ ਹਟਾ ਦਿੱਤਾ ਗਿਆ। ਇਹਦਾ ਮਤਲਬ ਹੈ ਕਿ ਜਿਵੇਂ ਮੈਂ ਆਪਣੀ ਦਾੜੀ ਟ੍ਰਿਮ ਕਰਦਾ ਹਾਂ, ਤੁਸੀਂ ਦਾੜੀ ਬੰਨ੍ਹਦੇ ਹੋ, ਇਹਦਾ ਮਤਲਬ ਹੈ ਕਿ ਅਸੀਂ ਅੰਮ੍ਰਿਤਧਾਰੀ ਲੋਕ ਨਹੀਂ ਹੈ, ਸਾਨੂੰ ਅਕਾਲ ਤਖਤ ਸਾਹਿਬ ਤੇ ਮੱਥਾ ਟੇਕਣ ਲੱਗਿਆ ਸੈਲਫ ਡਿਸਪਲਿਨ ਲਾਉਣਾ ਚਾਹੀਦਾ ਹੈ ਕਿ ਇਸ ਜਗ੍ਹਾ ਦੇ ਉੱਤੇ ਪਹੁੰਚਣ ਲਈ ਸਾਨੂੰ ਅਜੇ ਕੁਝ ਹੋਰ ਸਫ਼ਰ ਤੈਅ ਕਰਨਾ ਪਊਗਾ। ਇਹਦਾ ਮਤਲਬ ਤਾਂ ਇਹੀ ਹੈ। ਮੈਂ ਦੋਸਤੋ ਇੱਕ ਚੀਜ਼ ਤੁਹਾਡੇ ਨਾਲ ਨਹੀਂ, ਮੈਂ ਤੁਹਾਨੂੰ ਕਲੀਅਰ ਕਰਦੇ ਆ, ਹਾਂ ਮੈਂ ਕਲੀਅਰ ਕਰਦੇ ਆ, ਦਾੜੀ ਬੰਨਣ ਦੀ ਜਿਹੜੀ ਹੈ ਉਹਦੇ ਤੇ ਕੋਈ ਪਾਬੰਦੀ ਨਹੀਂ ਹੈ, ਉਹ ਸੰਭਾਲ ਹੈ। ਦਾੜੀ ਕੱਟਣੀ ਜਿਹੜੀ ਹੈ ਉਹ ਪਤਤ ਹੈ, ਦਾੜੀ ਰੰਗਣ ਵਾਲਾ ਤਨਖਾਹੀਆ ਹੈ। ਤੁਸੀਂ ਬਚ ਗਏ ਜੀ। ਮੈਂ ਉਹਨੇ ਲਿਖਿਆ ਸੀ ਨਾ, ਈਸ਼ਰ ਸਿੰਘ ਭਾਈਏ ਨੇ, ਕਹਿੰਦਾ ਕਿਸੇ ਪਾਈ ਸਾੜੀ ਤੇ ਮਜ਼ਹਬ ਨੂੰ ਖਤਰਾ, ਕਿਸੇ ਬੱਦੀ ਦਾੜੀ ਤੇ ਮਜ਼ਹਬ ਨੂੰ ਖਤਰਾ, ਕਿਸੇ ਟੁਖਾੜੀ ਤੇ ਮਜ਼ਹਬ ਨੂੰ ਖਤਰਾ, ਮਜ਼ਹਬ ਨਾ ਹੋਇਆ ਹੋਈ ਮੋਮਬੱਤੀ, ਪਿਘਲ ਗਈ ਝੱਟ ਲੱਗੀ ਧੁੱਪ ਤੱਤੀ। ਖੈਰ ਉਹ ਜਿਹੜਾ ਬੋਰਡ ਲੱਗਾ ਸੀ ਉਹ ਹਟਾ ਦਿੱਤਾ ਗਿਆ ਤਾਂ ਕਿ ਦਿੱਕਤ ਹੁੰਦੀ ਸੀ ਕਈਆਂ ਨੂੰ, ਪਰ ਹੁਣ ਆ ਕੇ ਜਥੇਦਾਰ ਹਰਪ੍ਰੀਤ ਸਿੰਘ ਜੀ ਨੇ ਉਹ ਬੋਰਡ ਦੁਬਾਰਾ ਲਗਾਇਆ, ਪਰ ਉਹ ਅੱਧਾ ਵਿਚੜਾ ਲੱਗਾ ਜਿਹੜਾ ਪਹਿਲੇ ਲਿਖਿਆ ਸੀ ਕਿ ਕਿਸੇ ਕਿਸਮ ਦਾ ਬਿਲਡਿੰਗ ਮਟੀਰੀਅਲ ਵੀ ਨਹੀਂ ਦੇ ਸਕਦਾ। ਉਹਦੇ ਤੇ ਅੰਦਰ ਜਿਹੜੀ ਇਬਾਰਤ ਲਿਖੀ ਸੀ, ਸੁਧ ਜਪਤੇ ਹਮ ਧਰੀ ਬਚਨ ਗੁਰਦਏ ਹਮਾਰੇ, ਯਾਨੀ ਕਿ ਪੂਰੇ ਦਾ ਪੂਰਾ ਸਰੂਪ ਜਿਹੜਾ ਹੈ ਅਕਾਲ ਤਖਤ ਸਾਹਿਬ ਦਾ ਉਹ ਸਾਰਾ ਹੀ ਜਿਹੜਾ ਕਰ ਦਿੱਤਾ। ਔਰ ਇਸ ਦੇ ਇਲਾਵਾ ਇੱਕ ਹੋਰ ਦੋਨਾਂ 'ਚ ਫਰਕ ਹੈ। ਹਰਮੰਦਰ ਸਾਹਿਬ ਵਿੱਚ 17 ਘੰਟੇ ਕੀਰਤਨ ਹੁੰਦਾ, ਕੀਰਤਨ ਹੁੰਦਾ, ਉੱਥੇ ਕੋਈ ਜੈਕਾਰਾ ਨਹੀਂ ਹੋ ਸਕਦਾ, ਕੋਈ ਲੈਕਚਰ ਨਹੀਂ, ਕੋਈ ਕਥਾ ਨਹੀਂ, ਮਗਰ ਅਕਾਲ ਤਖਤ ਸਾਹਿਬ ਦੇ ਉੱਤੇ ਨਾ ਕੇਵਲ ਢਾਡੀ, ਵਾਰਾਂ, ਰਾਗੀ ਹਰ ਚੀਜ਼ ਹੁੰਦਾ ਹੈ, ਬਲਕਿ ਉੱਥੇ ਤਾਂ ਸਜ਼ਾਵਾਂ ਵੀ ਦਿੱਤੀਆਂ ਜਾਂਦੀਆਂ, ਦੰਡ ਵੀ ਦਿੱਤੇ ਜਾਂਦੇ ਆ, ਹੁਕਮਨਾਮੇ ਵੀ ਜਾਰੀ ਕੀਤੇ ਜਾਂਦੇ ਆ। ਸੋ ਜੀ ਮੈਂ ਲਾਂਬਾ ਸਾਹਿਬ ਦੇਖੋ ਆਪਣੇ ਦੋਸਤਾਂ ਦੀ ਸਾਂਝ ਪਵਾਲਾ ਨਾਲ ਜਿਹੜੇ ਦੇਰ ਨਾਲ ਸਾਡੇ ਨਾਲ ਜੁੜੇ ਆ, ਅਸੀਂ ਇਹ ਜਿਹੜੇ ਸੰਕਲਪ ਸਾਡੇ ਇਸ ਧਰਾਤਲ ਤੋਂ ਉਪਜੇ ਵਿਕਸੇ ਉਹਨਾਂ ਦਾ ਜ਼ਿਕਰ ਕਰ ਰਹੇ ਹਾਂ। ਦਿੱਲੀ ਵਿੱਚ ਬੈਠੇ ਸਾਡੇ ਸਿੰਘ ਸੂਰਮੇ ਜਿਹੜੇ ਭਾਵੇਂ ਕਿਸੇ ਵੀ ਧਾਰਾ ਨਾਲ, ਕਮਿਊਨਿਟੀ ਨਾਲ, ਧਰਮ ਨਾਲ ਸੰਬੰਧ ਰੱਖਦੇ ਆ, ਉਹ ਸਾਰੇ ਹੀ ਮਰਜੀ ਬੜੇ ਆ, ਲੜਨ ਵਾਲੇ ਆ, ਜਿਹੜੇ ਲਗਭਗ 40 ਦਿਨ ਤੋਂ ਜ਼ਿਆਦਾ ਸਮੇਂ ਤੋਂ ਸਰਦ ਰਾਤਾਂ 'ਚ ਬੈਠੇ ਆ, ਉਹਨਾਂ ਦੀ ਘਾਲਣਾ ਕੋਈ ਘੱਟ ਨਹੀਂ। ਅਸੀਂ ਕਿਸੇ ਨੂੰ ਵੀ ਛੋਟਾ ਕਰਕੇ ਨਹੀਂ ਦੇਖ ਸਕਦੇ। ਇਹ ਉਸੇ ਹੀ ਪਰੰਪਰਾ 'ਚੋਂ ਆ ਰਿਹਾ, ਜਿਹੜੀ ਪਰੰਪਰਾ ਪੁਰਾਤਨ ਹੈ, ਜਿਹੜੀ ਮੋਰਚਿਆਂ ਦੀ ਪਰੰਪਰਾ, ਜਿਹੜੀ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਲੱਗਦੇ ਮੋਰਚਿਆਂ ਦੀ। ਮੈਂ ਸਰਦਾਰ ਸਾਹਿਬ, ਕਿਉਂਕਿ ਹੁਣ ਇਹ ਦੋ ਚੀਜ਼ਾਂ ਇਕੱਠੀਆਂ ਹੋ ਗਈਆਂ। ਨੰਬਰ ਇੱਕ ਕਿ ਤੁਸੀਂ ਹੀ ਮੈਨੂੰ ਦੱਸਿਆ ਸੀ, ਤੁਹਾਡੇ ਕੋਲ ਸਰੋਤ ਵੀ ਪਏ ਆ, ਕਿ ਜਥੇਦਾਰ ਗੁਰਚਰਨ ਸਿੰਘ ਟੌਹੜਾ ਜਿਹੜੇ ਸਭ ਤੋਂ ਜ਼ਿਆਦਾ ਸਮਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਹੇ, ਭਾਵੇਂ ਬੜੀ ਸੱਚੀ ਸੁੱਚੀ ਇਮਾਨਦਾਰ ਹਸਤੀ ਸਨ, ਲੇਕਿਨ ਉਹਨਾਂ ਨੇ ਵੀ ਬਹੁਤ ਸਿਆਸੀ ਤੌਰ ਤੇ ਸਮਝੌਤੇ ਕੀਤੇ, ਉਹਨਾਂ ਨੇ ਵੀ ਬਹੁਤ ਛੋਟਾਪਣ ਬਹੁਤ ਜਗ੍ਹਾ ਤੇ ਦਿਖਾਇਆ। ਬੁਲੰਦ ਹਸਤੀ ਸੀ, ਸਿਆਸਤ ਵਿੱਚ ਪੈ ਕੇ ਉਹਨਾਂ ਨੇ ਬਹੁਤ ਜ਼ਿਆਦਾ ਗਲਤ ਚੀਜ਼ਾਂ ਦੇ ਨਾਲ ਸਮਝੌਤੇ ਕੀਤੇ ਆ। ਸਿਆਸਤ 'ਚ ਬਣੇ ਰਹਿਣ ਲਈ ਉਹਨਾਂ ਨੇ ਕਈ ਹੱਥ ਕੰਡੇ ਅਪਣਾਏ, ਲੇਕਿਨ ਜਿਹੜਾ ਹਲਫਨਾਮਾ ਉਹਨਾਂ ਨੇ ਅਦਾਲਤ ਵਿੱਚ ਦਾਇਰ ਕੀਤਾ, ਜਦੋਂ ਦਰਬਾਰ ਸਾਹਿਬ ਤੋਂ ਹਮਲੇ ਤੋਂ ਬਾਅਦ ਜਿਹੜਾ ਕੇਸ ਸੁਪਰੀਮ ਕੋਰਟ ਦੇ ਵਿੱਚ ਗਿਆ ਸੀਗਾ, ਉਹਦੇ ਵਿੱਚ ਉਹਨਾਂ ਨੇ ਜਿਹੜਾ ਹਲਫੀਆ ਬਿਆਨ ਦਿੱਤਾ ਕਿ ਇੰਦਰਾ ਗਾਂਧੀ ਨੇ ਉਹਨਾਂ ਨੂੰ ਕਿਸੇ ਵੇਲੇ ਇਹ ਕਿਹਾ ਸੀ ਕਿ ਤੁਸੀਂ ਅਕਾਲ ਤਖਤ ਸਾਹਿਬ ਤੋਂ ਮੋਰਚੇ ਲਾਉਂਦੇ ਹੋ, ਇਸ ਕਰਕੇ ਇਹ ਅਕਾਲ ਤਖਤ ਸਟੇਟ ਦੀ, ਕੇਂਦਰ ਦੀ, ਇੰਦਰਾ ਗਾਂਧੀ ਦੀਆਂ ਅੱਖਾਂ 'ਚ ਰੜਕਦਾ ਸੀ, ਜਿਹਦੇ ਕਾਰਨ ਇਹ ਸਾਰਾ ਕੁਝ ਹੋਇਆ। ਹੁਣ ਇਹ ਦੋ ਪਹਿਲੂ, ਇੱਕ ਤਾਂ ਮੈਂ ਤੁਹਾਡੇ ਤੋਂ ਇਹ ਜਾਣਕਾਰੀ ਲੈਣੀ, ਦੂਜੇ ਬੰਨੇ ਤੁਸੀਂ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਨੇ ਉਹ ਬੋਰਡ ਫਿਰ ਲਗਵਾਇਆ। ਗਿਆਨੀ ਹਰਪ੍ਰੀਤ ਸਿੰਘ ਉਸੇ ਪਰੰਪਰਾ 'ਚ ਆਉਂਦੇ ਆ
ਜਿੱਥੋਂ ਬਾਬਾ ਫੂਲਾ ਸਿੰਘ ਸੀ, ਜਿੱਥੋਂ ਬਾਬਾ ਜੀ। ਫੂਲਾ ਸਿੰਘ ਆਉਂਦੇ ਸੀ। ਕੀ ਅਕਾਲ ਤਖਤ ਸਾਹਿਬ ਤੋਂ ਇਸ ਮੋਰਚੇ ਲਈ ਸਿਧਾਂਤਕ ਤੌਰ ਤੇ ਸਪੋਰਟ ਮਿਲਣੀ, ਗਿਆਨੀ ਹਰਪ੍ਰੀਤ ਸਿੰਘ ਦਾ ਅੱਗੇ ਆਉਣਾ, ਕੀ ਅਨਿਵਾਰੇ ਸੀ, ਕੀ ਇਹ ਜ਼ਰੂਰੀ ਸੀ, ਕੀ ਇਹ ਬਣਦਾ ਸੀ? ਦੋ ਪਹਿਲੂ ਵੱਡੇ ਨੇ। ਪੰਜਾਬ ਦੀ ਸਰਜਮੀ ਤੋਂ ਕੋਈ ਲਹਿਰ ਉੱਠਦੀ ਹੈ ਤੇ ਉਹਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਹਾਜ਼ਰੀ ਇੱਕ ਧਿਰ ਤੱਕ ਸੀਮਤ ਰਹਿ ਜੇ, ਗੱਲ ਬਣਦੀ ਨਹੀਂ। ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਦਾ ਖੁੱਲ ਕੇ ਖਲੋਣਾ ਤੇ ਖੰਡਾ ਖਿੱਚ ਕੇ ਖਲੋਣਾ, ਮੈਂ ਚਲੋ ਇਹ ਸ਼ਬਦ ਜ਼ਿਆਦਾ ਵਰਤ ਗਿਆ, ਜਿਹੜੀ ਸ਼ਾਂਤਮਈ ਔਰ ਜਿਹੜੀ ਬਹੁਤ ਡਿਸਪਲਿਨ ਵਾਲੀ ਇੱਕ ਮੂਵਮੈਂਟ ਚੱਲ ਰਹੀ ਹੈ, ਉਹਦੇ ਵਿੱਚ ਉਸੇ ਹੀ ਵੇਗ ਨਾਲ, ਉਸੇ ਹੀ ਭਾਵਨਾ ਨਾਲ ਸ਼ਾਮਲ ਹੋਣਾ ਬਣਦਾ ਸੀ ਕਿ ਨਹੀਂ? ਪਹਿਲਾ ਜਥੇਦਾਰ ਗੁਰਚਰਨ ਸਿੰਘ ਟੌੜਾ ਵਾਲਾ ਉਹ ਹਲਫਨਾਮਾ, ਤੇ ਦੂਜਾ ਗਿਆਨੀ ਹਰਪ੍ਰੀਤ ਸਿੰਘ ਦਾ ਇਸ ਮੋਰਚੇ ਨਾਲ ਥੋੜਾ ਜਿਹਾ ਵਿੱਥ ਤੇ ਚੱਲਣਾ। ਬਿਲਕੁਲ, ਜਿਹੜਾ ਦੂਜਾ ਸਵਾਲ ਹੈਗਾ ਨਾ ਜੀ, ਉਸ ਦਾ ਸਰੋਤ ਵੀ ਜਾਂ ਉਹ ਬਿਲਕੁਲ ਪੀढ़े ਤੌਰ ਦੇ ਉੱਤੇ ਜੁੜਿਆ ਹੋਇਆ ਤੁਹਾਡੇ ਪਹਿਲੇ ਸਵਾਲ ਦੇ ਨਾਲ, ਔਰ ਉਹ ਬਹੁਤ ਹੀ ਅਹਿਮ ਹੈ। ਔਰ ਮੈਨੂੰ ਹੈਰਾਨੀ ਹੈ ਕਿ ਇਤਨਾ ਅਹਿਮ ਸਰੋਤ ਸਾਡੇ ਕੋਲ ਮੌਜੂਦ ਹੈ, ਜਿਹੜਾ ਸਰਦਾਰ ਗੁਰਚਰਨ ਸਿੰਘ ਟੌੜਾ ਨੇ ਅਕਾਲ ਤਖਤ ਸਾਹਿਬ ਦੇ ਢਾਏ ਜਾਣ ਤੇ ਬਲੂ ਸਟਾਰ ਦੇ ਉੱਤੇ ਜਿਹੜਾ 1000 ਕਰੋੜ ਰੁਪਏ ਦਾ ਹਰਜਾਨੇ ਦਾ ਦਾਅਵਾ ਕੀਤਾ ਸੀ, ਉਸ ਦੇ ਲਈ ਲਗਾਤਾਰ 2 ਸਾਲ, ਤਕਰੀਬਨ 1991 ਦੇ ਕਰੀਬ 2 ਸਾਲ ਟੌੜਾ ਸਾਹਿਬ ਦੀ ਹਾਈ ਕੋਰਟ ਦਿੱਲੀ ਦੇ ਵਿੱਚ ਪੇਸ਼ੀ ਹੁੰਦੀ ਰਹੀ, ਔਰ ਉਹਨਾਂ ਨੇ ਰਜਿਸਟਰਾਰ ਦੇ ਸਾਹਮਣੇ ਹਾਈ ਕੋਰਟ ਦੇ ਵਿੱਚ ਹਲਫੀਆ ਬਿਆਨ ਦਿੱਤੇ, ਔਰ ਬੜਾ ਲੰਬਾ, ਉਹ ਇੱਕ ਕਿਸਮ ਦਾ ਪੂਰਾ ਹਰਮੰਦਰ ਸਾਹਿਬ ਦਾ, ਅਕਾਲੀ ਲਹਿਰ ਦਾ ਸਿੱਖ ਇਤਿਹਾਸ ਹੈ। ਜੇਕਰ ਉਸ ਪੂਰੇ ਬਿਆਨ ਨੂੰ ਅਗਰ ਸਾਂਭ ਲਿਆ ਜਾਏ, ਉਹ ਚੀਜ਼ ਦੇਖੀ ਜਾਏ, ਉਹਦੇ ਵਿੱਚ ਉਹਨਾਂ ਨੇ ਸਾਰਾ ਕੁਝ ਦਰਜ ਕੀਤਾ ਹੈ ਕਿ ਕੀ ਹਰਮੰਦਰ ਸਾਹਿਬ ਦਾ ਇਤਿਹਾਸ ਕੀ ਹੈ। ਉਹਨਾਂ ਨੇ ਹਰਮੰਦਰ ਸਾਹਿਬ ਦੀ ਪਰੰਪਰਾ, ਉੱਥੇ ਦੀ ਕੀਰਤਨ, ਉੱਥੇ ਦੀ ਮਰਿਆਦਾ, ਉੱਥੇ ਦੀਆਂ ਇਮਾਰਤਾਂ, ਉਹਨਾਂ ਸਾਰਿਆਂ ਦਾ ਵੇਰਵੇ ਸਹਿਤ ਜ਼ਿਕਰ ਕੀਤਾ। ਫਿਰ ਉਹਨਾਂ ਨੇ ਇਹ ਵੀ ਦੱਸਿਆ ਉਹਦੇ ਚ, ਉਸ ਹਲਫੀਆ ਬਿਆਨ ਦੇ ਵਿੱਚ, ਕਿ ਕਦੋਂ ਵੱਖ-ਵੱਖ ਲੋਕਾਂ ਦੀਆਂ ਮੁਸ਼ਕਲਾਂ ਲਈ ਉੱਥੋਂ ਮੋਰਚੇ ਲੱਗਦੇ ਰਹੇ, ਉਹ ਵੀ ਉਹਨਾਂ ਨੇ ਦੱਸਿਆ। ਉਹ ਕਹਿਣ ਲੱਗੇ, ਉਹਦੇ ਵਿੱਚ ਉਹਨਾਂ ਨੇ ਇੱਕ ਗੱਲ ਬੜੀ ਸਪਸ਼ਟ ਤੌਰ ਦੇ ਉੱਤੇ ਲਿਖੀ ਹੈ। ਉਹ ਕਹਿੰਦੇ ਹੈ ਕਿ ਸਾਡੀ ਮੁਲਾਕਾਤ ਇੰਦਰਾ ਗਾਂਧੀ ਨਾਲ ਹੋਈ। ਉਹਨਾਂ ਨੇ ਹਲਫੀਆ ਬਿਆਨ ਹੈ ਇਹ, ਔਰ ਇਸ ਨੂੰ ਅਜੇ ਡਿਨਾਇਲ ਨਹੀਂ ਹੈ, ਔਰ ਉਹ ਇੱਕ ਰਿਕਾਰਡ ਦੇ ਉੱਤੇ ਹੈ। ਉਹ ਕਹਿੰਦੇ ਕਿ ਸਾਡੀ ਮੁਲਾਕਾਤ ਜਦੋਂ ਇੰਦਰਾ ਗਾਂਧੀ ਨਾਲ ਹੋਈ ਤਾਂ ਉਹ ਬੜੇ ਗੁੱਸੇ ਵਿੱਚ ਸੀ, ਬਹੁਤ ਗੁੱਸੇ ਵਿੱਚ ਸੀ। ਉਹ ਕਹਿਣ ਲੱਗੀ ਕਿ ਤੁਸੀਂ 1975 ਦੀ ਐਮਰਜੈਂਸੀ ਵਿੱਚ ਮੇਰੇ ਖਿਲਾਫ ਮੋਰਚਾ ਲਗਾਇਆ। ਇਹ ਟੌੜਾ ਸਾਹਿਬ ਦਾ ਬਿਆਨ ਹੈ। ਉਹਦੇ ਚੋਂ ਕਹਿਣ ਲੱਗੇ ਕਿ ਅਸੀਂ ਤੇਰੇ ਖਿਲਾਫ ਨਹੀਂ ਲਗਾਇਆ, ਤੁਹਾਡੇ ਖਿਲਾਫ ਨਹੀਂ ਲਗਾਇਆ, ਅਸੀਂ ਤਾਂ 1975 ਦੀ ਜਿਹੜੀ ਮਨੁੱਖੀ ਹੱਕਾਂ ਦੀ ਜਿਹੜੀ ਬੁਨਿਆਦੀ ਹਕੂਕ ਸਨ, ਉਹਦੇ ਲਈ ਅਸੀਂ ਬਹਾਲੀ ਲਈ ਅਸੀਂ ਮੋਰਚਾ ਲਾਇਆ। ਕਹਿੰਦੇ ਇੰਦਰਾ ਗਾਂਧੀ ਨੇ ਕਿਹਾ ਕਿ ਬਾਕੀ ਕਿਸੇ ਪਾਰਟੀ ਨੇ ਮੋਰਚਾ ਨਹੀਂ ਲਗਾਇਆ, ਕੇਵਲ ਤੁਸੀਂ ਲਗਾਇਆ। ਉਹ ਕਹਿਣ ਲੱਗੇ ਕਿ ਸਾਡਾ ਫਰਜ਼ ਹੈ। ਫਿਰ ਉਸਨੇ ਇੱਕ ਲਫ਼ਜ਼ ਟੌੜਾ ਸਾਹਿਬ ਦੇ ਵਿਦਨ ਇਨਵਰਟਡ ਕਾਮਾ ਹੈ, ਤੁਸੀਂ ਉੱਥੋਂ ਹੱਲਾ ਗੁੱਲਾ ਕਰਦੇ ਹੋ, ਤੁਸੀਂ ਰੋਲਾ ਪਾਉਂਦੇ ਹੋ, ਤੁਸੀਂ ਉੱਥੋਂ ਹੱਲਾ ਗੁੱਲਾ ਕਰਕੇ ਤੁਸੀਂ ਉੱਥੋਂ ਮੋਰਚਾ ਸ਼ੁਰੂ ਕਰਦੇ ਹੋ। ਉਹਨਾਂ ਨੇ ਕਿਹਾ ਅਸੀਂ ਜੈਕਾਰੇ ਲਗਾਉਂਦੇ ਹਾਂ, ਅਸੀਂ ਉੱਥੋਂ ਅਕਾਲ ਤਖਤ ਸਾਹਿਬ ਤੋਂ ਅਰਦਾਸ ਕਰਕੇ ਟੁਰਦੇ ਹਾਂ। ਇੰਦਰਾ ਗਾਂਧੀ ਕਹਿਣ ਲੱਗੀ ਕਿ ਤੁਸੀਂ ਮੇਰੇ ਖਿਲਾਫ ਉੱਥੋਂ ਜਿਹੜਾ ਮੋਰਚਾ ਲਗਾਇਆ। ਉਹਨਾਂ ਨੇ ਕਿਹਾ ਅਸੀਂ ਬਿਲਕੁਲ ਕਿਸੇ ਵਿਅਕਤੀ ਦੇ ਖਿਲਾਫ ਨਹੀਂਗਾ, ਉਹ ਜਿਹੜੀ ਐਮਰਜੈਂਸੀ ਲੱਗੀ ਹੈ ਉੱਥੋਂ ਅਸੀਂ ਅਰਦਾਸ ਇਹ ਕਰੀਦੀ ਸੀ ਕਿ ਵਾਹਿਗੁਰੂ ਸਾਨੂੰ ਸ਼ਕਤੀ ਦੇਵੇ, ਅਸੀਂ ਸ਼ਾਂਤਮਈ ਤਰੀਕੇ ਦੇ ਨਾਲ ਅਸੀਂ ਉੱਥੋਂ ਮੋਰਚਾ ਜਿਹੜਾ ਹੈ ਆਰੰਭ ਕਰੀਏ। ਉਹਦੇ ਤੇ ਕਹਿੰਦੇ ਪੀਸੀ ਸੇਠੀ ਵੀ ਮੌਜੂਦ ਸੀ, ਜਿਹੜੇ ਉਸ ਵੇਲੇ ਦੇ ਗ੍ਰਹਿ ਮੰਤਰੀ ਸੀ। ਉਸਨੇ ਟੌੜਾ ਸਾਹਿਬ ਦਾ ਹਲਫੀਆ ਬਿਆਨ ਹੈ, ਪੀਸੀ ਸੇਠੀ ਕਹਿਣ ਲੱਗਾ, ਕਹਿੰਦਾ ਕਿ ਅਸੀਂ ਤੁਹਾਡਾ ਇਤਿਹਾਸ ਬਦਲ ਦਿਆਂਗੇ। ਅੱਛਾ, ਇਹ ਹਲਫੀਆ ਬਿਆਨ ਚ, ਹਲਫੀਆ ਬਿਆਨ ਦੇ ਵਿੱਚ ਹੈ, ਹਲਫੀਆ ਬਿਆਨ ਵਿੱਚ ਹੈ ਟੌੜਾ ਸਾਹਿਬ ਦਾ। ਇਹ ਟੌੜਾ ਸਾਹਿਬ ਦਾ ਹਲਫੀਆ ਬਿਆਨ ਹੈ, ਨਾਂ ਲਿਖਿਆ, ਔਰ ਉਹਦੇ ਚ ਉਹਨਾਂ ਨੇ ਨਾਂ ਲਿਖਿਆ ਕਿਹੜੇ ਕਿਹੜੇ ਬੰਦੇ ਉਹਦੇ ਵਿੱਚ ਸ਼ਾਮਲ ਹੋਏ। ਉਹ ਕਹਿੰਦੇ ਉਹਦੇ ਚ ਸਾਡੇ ਕੋਲ, ਮੈਂ ਜੇਲ੍ਹ ਵਿੱਚ ਸੀ, ਜੇਲ੍ਹ ਵਿੱਚ ਜਥੇਦਾਰ ਸੰਤੋਖ ਸਿੰਘ ਆਏ, ਦਰਬਾਰਾ ਸਿੰਘ ਆਏ, ਆਈਜੀ ਪੁਲਿਸ ਆਏ, ਹੋਰ ਉਹਨਾਂ ਨੇ 2-4 ਨਾਂ ਲਿਖਾਏ ਹੈ, ਜਿਹੜੇ ਉੱਥੇ ਆ ਕੇ ਉਹਨਾਂ ਨੇ ਇਹਨਾਂ ਨੂੰ ਕਰਨ ਦੀ ਕੋਸ਼ਿਸ਼ ਕੀਤੀ ਕਿ ਤੁਸੀਂ ਸਰਕਾਰ ਦੇ ਨਾਲ ਇਸ ਤਰ੍ਹਾਂ ਨਾ ਕਰੋ। ਮਗਰ ਜਿਹੜਾ ਮੇਨ ਉਸ ਵੇਲੇ ਸੀ, ਟੌੜਾ ਸਾਹਿਬ ਦਾ ਕਹਿਣਾ ਹੈ, ਇੰਦਰਾ ਗਾਂਧੀ ਬਹੁਤ ਹੀ ਗੁੱਸੇ ਵਿੱਚ ਸੀ, ਔਰ ਜਿਹੜਾ ਉਸ ਦਾ ਵਤੀਰਾ ਸੀ ਕਿ ਤੁਸੀਂ ਜਿਹੜਾ ਉਹ ਸਾਡੇ ਖਿਲਾਫ ਮੋਰਚਾ ਲਗਾਇਆ। ਸ਼੍ਰੋਮਣੀ ਅਕਾਲੀ ਦਲ ਵੱਲੋਂ ਲਗਾਇਆ ਹੋਇਆ ਮੋਰਚਾ ਕਾਮਯਾਬੀ ਨਾਲ ਪੂਰਾ ਹੋਇਆ, ਪਰ ਉਹ ਜਿਵੇਂ ਕਹਿੰਦੇ ਆ, ਖੁਸ਼ ਹੁਆ ਥਾ ਤੋੜ ਕਰ
अपने कफस की तीलियां हाय कह के रह गया टूटे परों को देखकर। दूजिਆਂ ਲਈ ਮੋਰਚਾ ਲਗਾਇਆ, ਸਾਰਿਆਂ ਲਈ ਲਗਾਇਆ, ਸਾਰੇ ਹਿੰਦੁਸਤਾਨ ਦੀ ਫਾਈ ਸੀ। ਪਰ ਜਦੋਂ ਉਹਦਾ ਇਵਜ਼ਾਨਾ ਸਿੱਖਾਂ ਨੂੰ ਇਹ ਮਿਲਿਆ 1979 ਵਿੱਚ, ਇਹ ਬਹੁਤ ਇੰਪੋਰਟੈਂਟ ਹੈ, 1977 ਤੱਕ ਮੋਰਚਾ ਚੱਲਦਾ ਹੈ ਐਮਰਜੈਂਸੀ ਦਾ। 1979 ਦੇ ਵਿੱਚ ਕਿ ਪਾਰਲੀਮੈਂਟ ਦੇ ਕਨਸਟੀਟਿਊਸ਼ਨ ਅਮੈਂਡ ਕਰਕੇ ਕੇਵਲ ਪੰਜਾਬ ਦੇ ਵਿੱਚ ਐਮਰਜੈਂਸੀ ਲਗਾਈ ਜਾਂਦੀ ਹੈ। ਬਿਲਕੁਲ, ਉਹ ਲਗਾਤਾਰ ਮੇਰੇ ਖਿਆਲ ਉਹ ਲਗਾਤਾਰ 11 ਸਾਲ ਰਹਿੰਦੀ ਹੈ। ਔਰ 1990 ਜਦੋਂ ਐਮਰਜੈਂਸੀ ਤੋੜੀ ਜਾਂਦੀ ਹੈ, ਉਸਦੇ ਉੱਤੇ ਉਹਨਾਂ ਨੇ ਕਿਹਾ, ਉਹਦੇ ਤੇ ਵੀਪੀ ਸਿੰਘ ਨੇ ਕਿਹਾ, ਉਹਨੇ ਤੋੜੀ ਸੀ, ਵੀਪੀ ਸਿੰਘ ਨੇ ਕਿਹਾ ਪ੍ਰਾਈਮ ਮਿਨਿਸਟਰ ਦੇ ਤੌਰ ਤੇ ਕਿ ਤੁਹਾਨੂੰ ਧੰਨਵਾਦੀ ਹੋਣਾ ਚਾਹੀਦਾ, ਯਾਨੀ ਕਿ ਅਸੀਂ 11 ਸਾਲ ਤੁਹਾਨੂੰ ਨੂੜ ਕੇ ਰੱਖਿਆ, ਇਹਦਾ ਤੁਸੀਂ ਧੰਨਵਾਦ ਕਰੋ ਕਿ ਅਸੀਂ ਤੁਹਾਨੂੰ ਜਿਹੜਾ ਹੈਗਾ ਆਜ਼ਾਦੀ ਦੇ ਰਹੇ ਹੈਗੇ, ਆਜ਼ਾਦ ਕਰ ਦਿੱਤਾ। ਵੈਸੇ ਸਰ ਮੈਨੂੰ ਇੱਕ ਤਕਲੀਫ ਇਸ ਮੌਕੇ ਤੇ ਇਹ ਵੀ ਆ ਕਿ ਇਸ 11 ਸਾਲ ਦੇ ਪੀਰੀਅਡ 'ਚ ਕੀ ਸਾਡਾ ਕੋਈ ਮੈਂਬਰ ਪਾਰਲੀਮੈਂਟ ਉੱਥੇ ਨਹੀਂ ਸੀ? ਸਾਡੇ ਲੋਕ ਪਾਰਲੀਮੈਂਟ 'ਚ ਜਦੋਂ ਇਹ ਅਮੈਂਡਮੈਂਟਸ ਆਉਂਦੀਆਂ ਰਹੀਆਂ, ਇਹ ਸੋਧਾਂ ਆਉਂਦੀਆਂ ਰਹੀਆਂ, ਅਸੀਂ ਬੈਂਚਾਂ ਤੇ ਘੁਰਾੜੇ ਮਾਰਦੇ ਸੀ, ਜਾਂ ਸਾਡੀ ਜ਼ੁਬਾਨ ਨੂੰ ਤੰਦੂਆ ਕਹਿੰਦੇ ਹੁੰਦੇ ਪੈ ਗਿਆ, ਅਸੀਂ ਬੋਲਣ ਤੋਂ ਆਰੀ ਕਿਉਂ ਹੋ ਗਏ? ਕੀ ਸਾਡੇ ਅੰਦਰ ਐਡੇ ਡਰ ਘਰ ਕਰ ਗਏ ਸੀ? ਜਦੋਂ ਐਡਾ ਵੱਡਾ ਲੀਡਰ ਬਣ ਜਾਂਦਾ ਕਿ ਉਹ ਪਾਰਲੀਮੈਂਟ 'ਚ ਪਹੁੰਚ ਜਾਂਦਾ, ਕੀ ਫਰਕ ਪੈਂਦਾ? ਕਿਸੇ ਸਧਾਰਨ ਵਿਅਕਤੀ ਨੂੰ ਜਾਂ ਵਿਅਕਤੀ ਦੇ ਪੁੱਤ ਨੂੰ ਤਾਂ ਘਰੋਂ ਉਠਾਇਆ ਜਾ ਸਕਦਾ, ਕਿਸੇ ਨਾਲ ਕੁਝ ਵੀ ਅਨਿਆਏ ਹੋ ਸਕਦਾ, ਲੇਕਿਨ ਜਿਹੜਾ ਬੰਦਾ ਉੱਥੇ ਪਾਰਲੀਮੈਂਟ 'ਚ ਬੈਠਾ, ਉਹਦੇ ਕਾਹਦੇ ਡਰ? ਪਾਉਂਦੇ ਤਾਂ ਰੌਲਾ, ਕਰਦੇ ਤਾਂ ਹੋ ਹੱਲਾ। ਮੈਨੂੰ ਨਹੀਂ ਲੱਗਦਾ ਕੋਈ ਆਵਾਜ਼ ਆਈ ਹੋਵੇ। ਮੈਂ ਤਸਦੀਕ ਵੀ ਕਰਨ ਦੀ ਕੋਸ਼ਿਸ਼ ਕਰੂੰਗਾ, ਪਾਰਲੀਮੈਂਟ ਦੇ ਇਤਿਹਾਸ ਵਿੱਚੋਂ ਲੱਭਣ ਦੀ ਕੋਸ਼ਿਸ਼ ਕਰਾਂਗੇ ਕਿ ਕੀ ਸਾਡੇ ਕਿਸੇ ਬੰਦੇ ਨੇ ਉਹ 11 ਸਾਲ ਦੀ ਜਿਹੜੀ ਐਮਰਜੈਂਸੀ ਵਰਗੇ ਹਾਲਾਤ ਸੀਗੇ, ਗਵਰਨਰੀ ਰਾਜ ਸੀ, ਰਾਸ਼ਟਰਪਤੀ ਰਾਜ ਸੀ, ਉਹਦੇ ਖਿਲਾਫ ਕੋਈ ਬੋਲਿਆ? ਉਹਦੇ ਖਿਲਾਫ ਕਿਸੇ ਦੀ ਕੋਈ ਵੱਡੀ ਸਪੀਚ ਹੈ? ਕੀ ਕਿਸੇ ਨੇ ਸਪੀਕਰ ਨੂੰ ਐਡਰੈਸ ਕੀਤਾ? ਦੋ ਗੱਲਾਂ ਇਹਦੇ ਤੇ ਨਾ। ਖੁਸ਼ਵੰਤ ਸਿੰਘ ਨੇ ਇੱਕ ਵਾਰੀ ਬੜਾ ਥੋੜਾ ਜਿਹਾ ਇੱਕ ਤੰਜ਼ੀਆ ਬਿਆਨ ਦਿੱਤਾ ਸੀ, ਕਹਿੰਦਾ ਕਿ ਜਿੰਨੇ ਅਕਾਲੀ ਲੀਡਰ ਹੈਗੇ ਆ, ਇਹਨਾਂ ਦੀਆਂ ਜਿਹੜੀ ਪੰਥਕ ਲੀਡਰ ਕਹਿ ਲੋ, ਇਹਨਾਂ ਦੀਆਂ ਸਾਰੀਆਂ ਸਟੇਟਮੈਂਟਸ ਜਿਹੜੀਆਂ ਪਾਰਲੀਮੈਂਟ ਵਿੱਚ ਸਿੱਖ ਹਿੱਤਾਂ ਲਈ, ਉਹ ਇੱਕ ਡਾਕ ਟਿਕਟ ਦੇ ਪਿਛਲੇ ਪਾਸੇ ਤੁਸੀਂ ਲਿਖ ਸਕਦੇ ਹੋ। ਇਹਨਾਂ ਦੀ ਸਪੀਚ ਹੈ। ਬਾਕੀ ਇੱਕ ਗੱਲ ਹੈ ਕਿ ਤੁਸੀਂ ਕਹਿੰਦੇ ਹੋ ਕਿ ਚੁੱਪ ਰਹੇ, ਨਹੀਂ, ਦੇਖੋ ਕਿਸੇ ਦੇ ਵਿਰੋਧ ਵਿੱਚ ਨਹੀਂ ਹੈ। ਜਦੋਂ ਇਹ ਅਮੈਂਡਮੈਂਟ ਦੀ ਕਨਸਟੀਟਿਊਸ਼ਨ ਜਿਹੜੀ ਪ੍ਰੋਵੀਜ਼ਨ ਸੀ ਦੀ ਐਕਸਟੈਂਸ਼ਨ ਜਦੋਂ ਹੋਣੀ ਸੀ, ਉਹਦੇ ਲਈ ਉਹ ਮੂਵ ਕੀਤੀ ਸਰਦਾਰ ਬੂਟਾ ਸਿੰਘ ਨੇ ਕੀਤੀ ਸੀ ਕਿ ਐਮਰਜੈਂਸੀ ਹੋਰ ਵਧਾਈ ਜਾਏ। ਇਹ ਉਹਨਾਂ ਦਾ ਸੀਗਾ ਕਿ ਉਹ ਇਹ ਐਮਰਜੈਂਸੀ ਵਧਾਈ ਜਾਏ। ਔਰ ਉਸ ਦੇ ਬਾਅਦ ਇਸ ਦਾ ਕਿਸੇ ਨੇ ਕਦੀ ਜ਼ਿਕਰ ਨਹੀਂ ਕੀਤਾ। ਪਰ ਤੁਸੀਂ ਇੱਕ ਗੱਲ ਦੇਖੋ ਕਿ ਜਿਹੜੀਆਂ ਉਸਦੇ ਅੰਦਰ ਪਾਵਰਸ ਮਿਲੀਆਂ ਸੀ, ਜਿੰਨੇ ਕਾਲੇ ਕਾਨੂੰਨ ਸੀ, ਸਾਰਾ ਕੁਝ ਸੀ, ਉਹ 1979 ਔਰ 1990 ਦੇ ਵਿਚਕਾਰ ਹੈ। ਉਹਦੇ ਦੌਰਾਨ ਹੀ ਉਹ ਸਾਰਾ ਕੁਝ ਜਿਹੜਾ ਦੁਖਾਂਤ ਵਾਪਰਦਾ ਹੈ। ਪਰ ਉਹ ਟੋੜਾ ਸਾਹਿਬ ਦਾ ਬਿਆਨ, ਇਹ ਐਮਰਜੈਂਸੀ ਦਾ ਲੱਗਣਾ, ਔਰ ਉਸ ਦੇ ਬਾਅਦ ਇਹ ਸਾਰਾ ਕੁਝ ਸਾਡਾ ਚੇਂਜ ਕਰ ਦੇਣਾ। ਔਰ ਉਸ ਦੇ ਬਾਅਦ ਇੱਕ ਚੀਜ਼ ਜਿਹੜੀ ਅਮਲੀ ਤੌਰ ਤੇ ਹੋਈ ਹੈ ਕਿ ਉਹਦੇ ਬਾਅਦ 84 ਤੋਂ ਬਾਅਦ ਅਕਾਲ ਤਖਤ ਸਾਹਿਬ ਤੋਂ ਕਿਸੇ ਮੁੱਦੇ ਲਈ ਵੀ ਮੋਰਚਾ ਨਹੀਂ ਲੱਗਾ, ਭਾਵੇਂ ਛੋਟਾ ਵੀ ਹੋਏ। ਮੈਂ ਦੇਖੋ ਬਿਲਕੁਲ ਬਹੁਤ ਤੁਸੀਂ ਟਿਕਾਣੇ ਤੇ ਗੱਲ ਲੈਂਦੀ ਹੈ। ਮੈਂ ਪਹਿਲਾ ਸਵਾਲ ਕੀਤਾ ਸੀ ਜਿਹਦਾ ਅਜੇ ਤੁਹਾਡੇ ਕੋਲੋਂ ਸਿੱਖ ਸਕਾਲਰ, ਬਤੌਰ ਸਿੱਖ ਸਕਾਲਰ ਅਜੇ ਜਵਾਬ ਮੈਂ ਲੈਣਾ ਹੈ ਕਿ ਜਿਹੜਾ ਹੁਣ ਮੋਰਚਾ ਚੱਲਦਾ ਹੈ, ਇਹ ਸਾਡੀਆਂ ਜੜ੍ਹਾਂ, ਸਾਡੀਆਂ ਰੂਟਸ ਤੋਂ ਆਉਂਦਾ ਹੈ। ਇਹ ਸਾਡੇ ਜਨ ਜੀਵਨ ਨੂੰ ਪ੍ਰਭਾਵਿਤ ਕਰਦਾ ਹੈ ਤੇ ਇਹਦੇ ਵਿੱਚ ਸਾਡੇ ਧਰਮ ਦੇ ਬਹੁ ਗਿਣਤੀ ਲੋਕ ਸ਼ਾਮਲ ਨੇ। ਮੈਂ ਇਹ ਸਮਝਦਾ ਕਿ ਚਲੋ ਜੇ ਕੋਈ ਕਵੇ ਕਿ ਇਹ ਤਾਂ ਕਿਸਾਨੀ ਦਾ ਮੋਰਚਾ, ਕਿਹੜਾ ਧਰਮੀ ਮੋਰਚਾ ਹੈ, ਤੇ ਮੈਂ ਕਹਿੰਦਾ ਕਿ ਜਦੋਂ ਬਹੁ ਗਿਣਤੀ ਲੋਕ ਧਰਮ ਨਾਲ ਸੰਬੰਧਿਤ ਸ਼ਾਮਲ ਹੋਣ, ਉਦੋਂ ਉਸ ਧਰਮ ਦੇ ਸਭ ਤੋਂ ਸਿਖਰਲੇ ਵਿਅਕਤੀ ਦਾ, ਜਿਹਨੂੰ ਅਸੀਂ ਆਪਣਾ ਸਰਬਰਾਹ ਕਹਿੰਦੇ ਹਾਂ, ਅਕਾਲ ਤਖਤ ਸਾਹਿਬ ਦੀ ਸਰਦਾਰੀ ਹੈ, ਜਥੇਦਾਰ ਦਾ ਉਹੀ ਰੁਤਬਾ ਜਿਹੜਾ ਰੁਤਬਾ ਪੁਰਾਣੇ ਜਥੇਦਾਰਾਂ ਦਾ ਹੈ। ਸੋ ਕੀ ਗਿਆਨੀ ਹਰਪ੍ਰੀਤ ਸਿੰਘ ਦਾ ਇਸ ਮੌਕੇ ਤੇ ਐਕਟਿਵ ਹੋਣਾ, ਪਾਰਟਿਸਿਪੇਟ ਕਰਨਾ, ਭਾਵੇਂ ਸੰਕੇਤਕ ਹੁੰਦਾ, ਸਿਧਾਂਤਕ ਤੌਰ ਤੇ ਜ਼ਰੂਰੀ ਸੀ, ਤੁਹਾਨੂੰ ਲੱਗਦਾ ਹੈ? ਦੇਖੋ, ਜਿੱਥੇ ਤੱਕ ਤੇ ਇਹਦੇ ਦੋ ਪੱਖ ਹੈਗੇ ਆ। ਪਹਿਲਾ ਪੱਖ ਤਾਂ ਇਹ ਹੈਗਾ ਕਿ ਉਹ ਕਿਸੇ ਭਾਵੇਂ ਸਿੱਖਾਂ ਦੇ ਨਾਲ ਸੰਬੰਧਿਤ ਹੈ, ਪੰਜਾਬ ਦੇ ਨਾਲ ਸੰਬੰਧਿਤ ਹੈ, ਇਹਦੇ ਸ਼ਾਮਲ ਹੋਣਾ ਚਾਹੀਦਾ ਕਿ ਨਹੀਂ ਹੋਣਾ ਚਾਹੀਦਾ। ਸਵਾਲ ਇਹ ਹੈ ਕਿ ਜਦੋਂ ਸਿੱਖ ਨਾ ਵੀ ਹੋਣ, ਪੰਜਾਬੀ ਨਾ ਵੀ ਹੋਣ, ਪੰਜਾਬ ਨਾ ਵੀ ਹੋਏ, ਜਦੋਂ ਕਿਸੇ ਦੂਜੇ ਦੇ ਉੱਤੇ ਮੁਸੀਬਤ ਆਂਦੀ ਰਹੀ ਹੈ, ਅਕਾਲ ਤਖਤ ਸਾਹਿਬ ਆਪਣਾ ਰੋਲ ਅਦਾ ਕਰਦਾ ਰਿਹਾ, ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਹੁਣ ਦੂਜੀ ਗੱਲ ਹੈਗੀ ਹੈ ਕਿ ਉਹ ਇਸ ਦੇ ਵਿੱਚ ਕੀ ਰੋਲ ਅਦਾ ਕਰਨਗੇ, ਕਿਉਂ ਨਹੀਂ ਕਰ ਰਹੇ, ਕਿਸ ਤਰ੍ਹਾਂ ਕਰਨਾ ਹੈ, ਇਹਦਾ ਜਵਾਬ ਜਿਹੜਾ ਹੈ ਉਹ ਸਿੰਘ ਸਾਹਿਬ ਦੇ ਸਕਦੇ ਹੈ। ਮੈਂ ਉਹਦੇ ਬਾਰੇ ਬਿਲਕੁਲ ਅਸਮਰਥ ਹੈਗਾ।
ਬਾਕੀ ਕਰਨ ਦਾ ਹੈਗਾ, ਕਰਨਾ ਜਿਹੜਾ ਉਹਦਾ ਇਤਿਹਾਸ ਵੀ ਹੈ, ਹਵਾਲੇ ਵੀ ਹੈ, ਔਰ ਜਿਹਨੂੰ ਕਹਿੰਦੇ ਦਸਤੂਰ ਵੀ ਹੈ, ਮੌਕਾ ਵੀ ਹੈ, ਔਰ ਸਾਰਾ ਕੁਝ ਹੈਗਾ। ਪਰ ਮੈਂ ਤੁਹਾਨੂੰ ਸਿੰਘ ਸਾਹਿਬ ਦੇ ਬੁਲਾਰੇ ਵਜੋਂ ਨਹੀਂ ਕਹਿ ਰਿਹਾ ਸੀ, ਮੈਂ ਤਾਂ ਇੱਕ ਸਿੱਖ ਸਕਾਲਰ ਤੋਂ ਪੁੱਛਿਆ ਸੀ, ਜਦੋਂ ਤੁਸੀਂ ਜਵਾਬ ਦੇ ਦਿੱਤਾ ਕਿ ਬਣਦਾ ਹੈ। ਕਿਤੇ ਵੀ ਭੀੜ ਪੈਂਦੀ ਆ, ਕਿਸੇ ਵੀ ਧਰਮ, ਕਿਸੇ ਵੀ ਵਰਗ ਵਿਸ਼ੇਸ਼ ਤੇ ਆਉਂਦੀ, ਉੱਥੇ ਅਕਾਲ ਤਖਤ ਵੱਲੋਂ ਮਦਦ ਲਈ ਬੋੜਿਆ ਜਾਂਦਾ। ਇਹ ਸਿੱਖਾਂ ਦੀ ਪਰੰਪਰਾ। ਪਰ ਮੈਂ ਇਹ ਸਮਝਦਾ ਹਾਂ ਕਿ ਜੇਕਰ ਇਸ ਪੱਧਰ ਤੇ ਗੱਲ ਹੁੰਦੀ ਹੈ ਤੇ ਇਹ ਮਾਨਸਿਕ ਤੌਰ ਤੇ ਇੱਕ ਬੂਸਟਰ ਦਾ ਕੰਮ ਕਰਦੀ ਹੈ। ਜਿੰਨੇ ਲੋਕ ਬੈਠੇ ਆ, ਜਦੋਂ ਤੁਸੀਂ ਵਿਅਕਤੀਗਤ ਤੌਰ ਤੇ ਹੁੰਨੇ ਹੋ ਉਹ ਅਲੱਗ ਗੱਲ ਆ, ਜਦੋਂ ਤੁਸੀਂ ਕਿਸੇ ਮਰਿਆਦਾ ਨਾਲ, ਕਿਸੇ ਸਿਧਾਂਤ ਨਾਲ, ਕਿਸੇ ਤਖਤ ਨਾਲ, ਕਿਸੇ ਵੱਡੀ ਸੰਸਥਾ ਨਾਲ ਜੁੜੇ ਹੁੰਨੇ ਹੋ, ਫਿਰ ਇਹ ਅਸਰ ਤਾਂ ਪੈਂਦਾ ਹੀ ਹੈ, ਸਰਕਾਰਾਂ ਤੇ ਵੀ ਪੈਂਦੇ ਆ। ਸੋ ਮੈਨੂੰ ਲੱਗਦਾ ਹੈ ਕਿ ਸਭ ਤੋਂ ਜਿਹੜਾ ਅਹਿਮ ਸਵਾਲ ਆ ਕਿ ਕੀ ਜਦੋਂ ਤੁਸੀਂ ਬਾਰ-ਬਾਰ ਇੱਕ ਗੱਲ ਕੀਤੀ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੇ ਢਹਿ ਢੇਰੀ ਕੀਤੇ ਜਾਣ ਦੀ, ਤੇ ਉੱਥੋਂ ਦੀ ਜਿਹੜਾ ਫਿਜ਼ੀਕਲੀ ਬਦਲਾਅ ਨੇ, ਉਹਦੀ ਬਿਲਡਿੰਗ ਦੇ ਵਿੱਚ ਜੋ ਤਬਦੀਲੀਆਂ ਕੀਤੀਆਂ ਗਈਆਂ। ਤੁਸੀਂ ਜ਼ਿਕਰ ਕਰਦੇ ਸੀ ਕਿ ਤਖਤਾਂ ਦੇ ਗਲਿਆਰੇ ਨਹੀਂ ਹੁੰਦੇ, ਤਖਤਾਂ ਦੇ ਸਾਹਮਣੇ ਅਸੀਂ ਮੱਥਾ ਟੇਕ ਸਕਦੇ ਹਾਂ, ਤਖਤਾਂ ਦੇ ਉੱਤੋਂ ਹੁਕਮ ਹੁੰਦੇ ਆ, ਤਖਤਾਂ ਦੀ ਪਰਿਕਰਮਾ ਨਹੀਂ ਹੁੰਦੀ। ਇਹ ਤੁਸੀਂ ਜਿਵੇਂ ਦੱਸਿਆ ਮੈਂ ਵੀ ਸਮਝ ਸਕਿਆ, ਕਿਉਂਕਿ ਇਸ ਤਰਤੀਬ ਨਾਲ ਕੋਈ ਸਮਝਾਉਂਦਾ ਨਹੀਂ ਤੇ ਪੜ੍ਹਨ ਦੀ ਰੁਚੀ ਲੋਕਾਂ 'ਚ ਰਹੀ ਨਹੀਂ। ਦੂਜਾ ਪਹਿਲੂ ਇਹ ਹੈ ਕਿ ਜਦੋਂ ਤਖਤ ਸਾਹਿਬ ਇਹ ਢਾਏ ਜਾਂਦੇ ਆ ਦੂਜੀ ਵਾਰੀ, ਜਦੋਂ ਅਸੀਂ ਇਹਨੂੰ ਖੁਦ ਸੰਗਤ ਤਿਆਰ ਕਰਦੀ ਆ, ਉਦੋਂ ਤਾਂ ਅਸੀਂ ਆਪਣੀ ਮਰਜ਼ੀ ਕਰ ਸਕਦੇ ਸੀ। ਦੂਜੀ ਗੱਲ, ਉਹ ਮਲਬਾ ਜਿਹੜਾ ਤਖਤ ਦਾ ਮਲਬਾ ਸੀ, ਕਿਉਂਕਿ ਮੈਨੂੰ ਯਾਦ ਹੈ ਕਿ ਅੱਜ ਵੀ ਜਿੱਥੇ ਵੀ ਇਸ ਤਰ੍ਹਾਂ ਦੇ ਲੋਕ ਤਾਂ ਕਾਰ ਸੇਵਾ ਜਦੋਂ ਦਰਬਾਰ ਸਾਹਿਬ ਦੀ ਹੁੰਦੀ ਹੈ ਤੇ ਉੱਥੋਂ ਉਹ ਚਿੱਕੜ ਲੈ ਜਾਂਦੇ ਆ। ਉਹ ਵੀ ਮੈਨੂੰ ਤੁਸੀਂ ਇੱਕ ਜ਼ਿਕਰ ਕੀਤਾ ਸੀਗਾ ਕਿ ਮਹਾਰਾਜਾ ਪਟਿਆਲਾ ਜਦੋਂ ਉਸ ਕਾਰ ਸੇਵਾ ਦੇ ਵਿੱਚ ਸ਼ਾਮਲ ਹੋਏ ਸੀ ਇੱਕ ਵਾਰੀ, ਤੇ ਮੁੜ ਕੇ ਉਹ ਆਪਣੀ ਜੀਪ ਦੇ ਵਿੱਚ ਉਸੇ ਹੀ ਜਿਹੜਾ ਜਿਹਨੂੰ ਅਸੀਂ ਚਿੱਕੜ ਦੂਜੇ ਲਫ਼ਜ਼ਾਂ 'ਚ ਕਹਿੰਦੇ ਆ, ਜਿਹੜੀ ਦਰਬਾਰ ਸਾਹਿਬ ਚੋਂ ਨਿਕਲੀ ਪਰਿਕਰਮਾ ਚੋਂ ਗਾਰ ਸੀ, ਜੇ ਮਾਫ ਕਰਨਾ ਸਰੋਵਰ ਦੀ ਗਾਰ ਦੇ ਨਾਲ ਉਹ ਖੁੱਲੀ ਜਿਪਸੀ ਦੇ ਵਿੱਚ ਪਟਿਆਲੇ ਤੱਕ ਗਏ ਸੀ। ਤੇ ਜਿਹੜੇ ਸ਼ਬਦ ਉਹਨਾਂ ਨੇ ਜਦੋਂ ਲੋਕਾਂ ਨੇ ਪੁੱਛਿਆ ਸੀ ਤੁਸੀਂ ਦੱਸੋਗੇ ਮੈਨੂੰ। ਲੇਕਿਨ ਦੂਜਾ ਪਹਿਲੂ ਕਿ ਕੀ ਜਿਹੜਾ ਉਹ ਮਲਬਾ ਹੈ ਉਹ ਸਾਂਭਣਯੋਗ ਸੀ, ਜਿਹੜੀਆਂ ਉਹ ਸਿਲਾਂ ਸੀ, ਕਿਉਂਕਿ ਸਾਰਾ ਕੁਝ ਤਹਿਸ ਨਹਿਸ ਤੇ ਹੋਇਆ ਹੀ ਨਹੀਂ ਸੀ, ਉਹਦੇ ਕੁਝ ਅਵਸ਼ੇਸ਼ ਤਾਂ ਹੋਣਗੇ, ਉਹ ਕਿੱਥੇ ਹੋਣਗੇ, ਲੋਕ ਸਾਂਭਣਾ ਚਾਹਣਗੇ। ਮੇਰਾ ਖਿਆਲ ਆ ਕਿ ਕਈ ਐਸੀਆਂ ਯਾਦਗਾਰੀ ਉਹਦੇ ਚ ਸਿਲਾਂ ਹੋਣਗੀਆਂ, ਕੁਝ ਯਾਦਗਾਰੀ ਜਿਹੜੀ ਅਸੀਂ ਕਹਿੰਦੇ ਆ ਕਿ ਪੇਂਟਿੰਗਸ ਹੋਣਗੀਆਂ ਜਾਂ ਕੁਝ। ਇਹਦਾ ਮੈਨੂੰ ਜਰਾ ਡਿਟੇਲ ਚ, ਕਿਉਂਕਿ ਤੁਸੀਂ ਉਹ ਫੋਟੋਗ੍ਰਾਫੀ ਕੀਤੀ ਸੀ ਉਸ ਤੋਂ ਬਾਅਦ, ਜਰਾ ਹੋਰ ਡਿਟੇਲ ਦਿਓ ਜੀ। ਇਹਦੇ ਚ ਨਾ ਫੋਟੋਗ੍ਰਾਫੀ ਮੈਂ ਨਹੀਂ ਸੀ ਕੀਤੀ, ਪਰ ਉਹ ਸਾਡੇ ਕੋਲ ਮੌਜੂਦ ਹੈਗੀ ਹੈ, ਉਹ ਉੱਥੋਂ ਦੀਆਂ ਜਿਹੜੀਆਂ ਜਿਨ੍ਹਾਂ ਨੇ ਪਹਿਲੇ ਕੀਤੀਆਂ ਸੀ, ਔਰ ਉਹ ਕਾਫੀ ਸਰੋਤ ਅਵੇਲੇਬਲ ਹੈਗੇ ਆ। ਦੋ ਗੱਲਾਂ ਹੁੰਦੀਆਂ, ਜਦੋਂ ਇਤਨਾ ਵੱਡਾ ਘੱਲੂਕਾਰਾ ਵਾਪਰਿਆ ਉਸ ਵੇਲੇ ਇਤਨੀ ਨਿਰਾਸ਼ਤਾ ਕਹਿ ਲੋ ਜਾਂ ਇਤਨੀ ਜ਼ਿਆਦਾ ਜਿਹੜੀ ਉਹ ਦਬਾਅ ਸੀਗਾ ਕਿ ਸਭ ਤੋਂ ਪਹਿਲਾ ਕੰਮ ਤੇ ਇਹ ਹੋਇਆ ਕਿ ਉਹਦਾ ਨਕਸ਼ਾ ਚੇਂਜ ਕੀਤਾ, ਜੋ ਕੁਝ ਉਹਦਾ ਸਾਰਾ ਕੁਝ ਬਦਲਿਆ। ਫਿਰ ਉਹਦੇ ਬਾਅਦ ਦਿੱਲੀ ਤੋਂ ਸਰਦਾਰ ਹਰਚਰਨ ਸਿੰਘ ਕੋਲੇਵਾਲੇ ਉਹਨਾਂ ਨੂੰ ਜਥੇਦਾਰ ਬਣਾਇਆ ਗਿਆ, ਔਰ ਨਾਲ ਉਹਨਾਂ ਦੇ ਸਰਦਾਰ ਇੰਦਰਪਾਲ ਸਿੰਘ ਭਾਟੀਆ ਆਏ ਜਿਹੜੇ ਦਿੱਲੀ ਧਰਮ ਪ੍ਰਚਾਰ ਕਮੇਟੀ ਦੇ ਸੀਗੇ, ਔਰ ਇਹਨਾਂ ਨੇ ਆ ਕੇ ਕਿਹਾ ਜੀ ਅਸੀਂ ਹੁਣ ਸੁੰਦਰੀਕਰਨ ਕਰਾਂਗੇ, ਇਹਦਾ ਸੁੰਦਰੀਕਰਨ ਕਰਨਾ ਹੈ, ਔਰ ਜਿੰਨੀਆਂ ਨਿਸ਼ਾਨੀਆਂ ਹੈਗੀਆਂ ਉਹ ਸਾਰੀਆਂ ਨੂੰ ਪੋਚਾ ਮਾਰ ਕੇ ਤੇ ਵਾਈਟ ਪੇਂਟ ਕੀਤੇ ਗਏ। ਇਹ ਪਹਿਲਾ ਕੰਮ ਕੀਤਾ ਗਿਆ ਤਾਂ ਕਿ ਉਹ ਸਾਰਾ ਕੁਝ ਮਿਟਾ ਦਿੱਤਾ ਜਾਏ। ਤੇ ਜਲਿਆਂਵਾਲੇ ਬਾਗ ਵੀ ਜਿਹੜੇ ਆ ਉਹ ਵੀ ਬੜੇ ਭੈੜੇ ਲੱਗਦੇ ਆ, ਉਹ ਗੋਲੀਆਂ ਦੇ ਨਿਸ਼ਾਨ, ਉਹ ਪਤਾ ਨਹੀਂ ਕਿਉਂ ਇਹਨਾਂ ਨੇ ਸਾਂਭ ਕੇ ਰੱਖੇ ਆ, ਸਾਡੇ ਕੋਲੋਂ ਕੁਝ ਸਿੱਖ ਲੈਂਦੇ। ਜੀ ਜੇ ਇਹ ਮਿਟਾਏ ਸੀ ਤੇ ਉਹ ਵੀ ਮਿਟਾ ਲੈਂਦੇ, ਠੀਕ ਹੈ ਨਾ ਜੀ? ਉਹੀ ਤਾਂ ਕਹਿ ਰਹੇ ਨਾ, ਸਾਡੇ ਕੋਲ ਸਿੱਖ ਲੈਂਦੇ ਨਾ। ਮੈਂ ਦੋ ਗੱਲਾਂ ਕਹਿਣੀਆਂ ਚਾਹਾਂਗਾ। ਦੇਖੋ, ਜਿਹੜਾ ਵਿਰਸਾ ਹੈ ਨਾ ਜੀ, ਜਿਹੜੀ ਵਿਰਾਸਤ ਹੈ ਗੁਰੂ ਸਾਹਿਬ ਦੀ, ਮਤਲਬ ਇੱਕ ਇੱਕ ਚੀਜ਼ ਜਿਹੜੀ ਹੈ ਉਹ ਲੋਕ ਤਾਂ ਉਸਦੇ ਤੇ ਜਾਨ ਵਾਰਨ ਨੂੰ ਤਿਆਰ ਹੈ, ਪਰ ਉਹ ਜਿਹੜੀਆਂ ਐਡੀਆਂ ਕੀਮਤੀ ਚੀਜ਼ਾਂ ਹੈਗੀਆਂ ਗੁਰੂ ਸਾਹਿਬ ਦੀਆਂ, ਅਗਰ ਇਹ ਵਸ ਚੱਲਦਾ, ਜਿਸ ਤਰ੍ਹਾਂ ਸਾਰਾ ਕੁਝ ਹਥੌੜਿਆਂ ਦੇ ਨਾਲ ਤੋੜਿਆ ਗਿਆ, ਉਹ ਪੇਂਟਿੰਗਸ, ਉਹ ਜਿਹੜੀਆਂ ਨਿਸ਼ਾਨੀਆਂ, ਉਹ ਜਿਸ ਤਰੀਕੇ ਦੇ ਨਾਲ ਤੋੜਿਆ ਗਿਆ। ਮੈਂ ਬਰਲਿਨ ਗਿਆ, ਬਰਲਿਨ ਦੇ ਵਿੱਚੋਂ 1-1 ਇੰਚ ਦੇ ਟੁਕੜੇ ਜਿਹੜੇ ਆ ਬਰਲਿਨ ਵਾਲ ਦੇ, ਹਾਲਾਂਕਿ ਕੋਈ ਧਾਰਮਿਕ ਨਹੀਂ, ਕੋਈ ਦੀ ਅਟੈਚਮੈਂਟ ਨਹੀਂ ਲੋਕਾਂ ਨੂੰ, ਪਰ ਉਹਨੂੰ ਐਜ਼ ਏ ਯਾਦਗਾਰ ਦੇ ਤੌਰ ਤੇ ਲੈ ਕੇ 25-30 ਪਾਉਂਡ ਦਾ 1-1 ਇੰਚ ਦਾ ਟੁਕੜਾ। ਅਗਰ ਉਹ ਅਕਾਲ ਤਖਤ ਸਾਹਿਬ ਦੇ
ਅਕਾਲ ਤਖਤ ਸਾਹਿਬ ਦੇ ਅਗਰ ਉਹ ਹਰਮੰਦਰ ਸਾਹਿਬ ਦੇ ਉਹ ਜਿਹੜੇ ਨਿਸ਼ਾਨੀਆਂ, ਅਗਰ ਉਸਨਾਂ ਨੂੰ ਸਾਂਭਿਆ ਜਾ ਸਕਦਾ, ਹਾਲੇ ਵੀ ਮੈਂ ਇੱਕ ਗੱਲ ਬੜੀ ਜ਼ਿੰਮੇਵਾਰੀ ਨਾਲ ਕਹਿ ਰਿਹਾ, ਸਭ ਨੂੰ ਪਤਾ ਹੈ ਕਿੱਥੇ ਹੈਗੇ ਆ। ਇੰਨਾ ਵੱਡਾ ਅਗਰ 5 ਮੰਜ਼ਲੀ ਇਮਾਰਤ ਦਾ ਜਾਂ 6 ਮੰਜ਼ਲੀ ਇਮਾਰਤ ਦਾ ਉਹ ਸਾਰਾ ਜਿਹੜਾ ਢਾਂਚਾ ਅਗਰ ਤੋੜ ਕੇ ਅਗਰ ਹੈ, ਕਿੱਥੇ ਸੁੱਟਿਆ ਹੋਣਾ, ਕਿੱਥੇ ਦੱਬਿਆ ਹੋਣਾ। ਤੇ ਉਹਨੂੰ ਅਜੇ ਵੀ ਜੇ ਕਰ ਸਕਦੇ ਆ, ਹੁਣ ਤਾਂ ਉਹ ਕੋਈ ਪੁਰਾਣੀ ਗੱਲ ਨਹੀਂ ਹੈਗੀ, ਉਸ ਨੂੰ ਅਗਰ ਕੱਢ ਕੇ ਅਗਰ ਉਹਨਾਂ ਨੂੰ ਸਾਂਭਿਆ ਜਾਏ, ਲੈਮੀਨੇਟ ਕਰਾ ਕੇ ਦਿੱਤਾ ਜਾਏ, ਜਿਹੜਾ ਲੈਣਾ ਚਾਹੇ ਉਹਨੂੰ ਦੇ ਦਿੱਤਾ ਜਾਏ, ਮੈਂ ਇੱਕ ਗੱਲ ਯਕੀਨ ਨਾਲ ਕਹਿ ਸਕਦਾ ਕਿ ਉਹਦੀ ਕੀਮਤ ਜਿਹੜੀ ਹੈ, ਉਸ ਟੁਕੜੇ ਦੀ ਕੀਮਤ ਸੋਨੇ ਨਾਲ ਤੋਲ ਕੇ ਲੋਕੀ ਦੇਣ ਨੂੰ ਤਿਆਰ ਹੋ ਜਾਣਗੇ। ਪਰ ਇਹ ਇੱਕ ਸਾਡੇ, ਮੈਂ ਡੈਨਮਾਰਕ ਗਿਆ, ਉੱਥੇ ਰੰਧਾਵਾ ਸਾਹਿਬ ਤੁਹਾਨੂੰ ਦੱਸਾਂ, ਇੱਕ ਪੁਰਾਣੀ ਇਮਾਰਤ ਹੈ, ਸ਼ਹਿਰ ਦੀ ਆਮ ਇਮਾਰਤ ਹੈ, ਤੇ ਉਸ ਇਮਾਰਤ ਨੂੰ ਉਹਨਾਂ ਨੇ ਢਾਣਾ ਸੀ, ਪਰ ਉੱਥੋਂ ਦੀ ਸਰਕਾਰ ਨੇ ਕਿਹਾ ਨਹੀਂ, ਇਹਦਾ ਜਿਹੜਾ ਅਗਲਾ ਹਿੱਸਾ ਹੈ ਉਹਦੇ ਬਿਲਡਿੰਗ ਦੇ ਪਿਛਲੇ ਪਾਸੇ ਉਹਨਾਂ ਨੇ ਉਹਦੇ ਲਗਾ ਕੇ ਬਲੀਆਂ, ਤੇ ਅੱਗੋਂ ਜਿਵੇਂ ਬ੍ਰੈਡ ਦਾ ਅਗਲਾ ਹਿੱਸਾ ਕੱਟੀ ਦਾ, ਅਗਲਾ ਹਿੱਸਾ ਕੱਟ ਲਿਆ, ਪਿੱਛੇ ਉਹਨਾਂ ਨੇ ਬੋਲਡਰਸ ਲਗਾ ਦਿੱਤੇ, ਪਿੱਛੇ ਨਵੀਂ ਬਿਲਡਿੰਗ ਬਣਾ ਦਿੱਤੀ, ਔਰ ਜਿਹੜਾ ਫਰੰਟੇਜ ਹੈਗਾ ਉਹ ਪੁਰਾਣਾ ਰੱਖਿਆ। ਰੋਮ ਦੇ ਵਿੱਚ ਮੈਂ ਗਿਆ, ਉੱਥੇ ਪੁਰਾਣੀਆਂ ਸੜਕਾਂ, ਪੁਰਾਣੀਆਂ ਚੀਜ਼ਾਂ, ਉਹਨਾਂ ਦੇ 2000 ਸਾਲ ਪੁਰਾਣੇ ਜਿਹੜੇ ਉਹ ਪੱਥਰ ਹੈ, ਸਿਲਾਂ ਹੈ, ਪੌੜੀਆਂ ਹੈ, ਉਹਨਾਂ ਨੇ ਨਹੀਂ। ਇੱਥੇ ਨਿਊਯਾਰਕ ਦੇ ਵਿੱਚ ਸੋਹੋ ਸਟਰੀਟ ਹੈਗੀ ਹੈ, ਪੁਰਾਣੀਆਂ ਉੱਥੇ ਪੱਥਰ ਦੀਆਂ ਇੱਟਾਂ ਹੈਗੀਆਂ, ਇੱਟਾਂ ਦੀ ਜਿਹੜੀ ਪੱਥਰਾਂ ਦੀ ਜਿਹੜੀ ਸੜਕ ਬਣੀ ਹੋਈ ਹੈਗੀ ਹੈ। ਸੋ ਇਹ ਵਿਰਾਸਤ ਨੂੰ ਸਾਂਭਣਾ, ਇਹ ਇੱਕ ਬਹੁਤ ਹੀ, ਜਿਸ ਦੇ ਬਾਰੇ ਮੇਰਾ ਖਿਆਲ ਹੈ, ਜਿਵੇਂ ਅਕਬਰ ਅਲਾਹਾਬਾਦੀ ਨੇ ਕਿਹਾ ਸੀ, जो बात मुनासिब है उसे हासिल नहीं करते, जो अपने गिरे में है उसे खो भी रहे हैं, बेइल्म भी हम लोग हैं, गफलत भी है तारी, अफसोस के अंधे भी हैं और सो भी रहे हैं। ये साडी बड़ी वड्डी। अच्छा, एक गल रंधावा साहब मैं जरूर कहनी चाहांगा, हरमंदर साहब दा जिहड़ा चौगिरदा बनाया गया, जिन्हों गलियारा कहा गया, ये गलियारा अकाल तख्त साहब दी तुसी पुरानी फोटो देख लो, ਅਕਾਲ ਤਖਤ ਸਾਹਿਬ ਇੱਕ ਫੋਰਟੀਫਾਈ ਸੀਗਾ, ਉਹਦੇ ਨਾਲ ਜੁੜੀਆਂ ਸਿਰਫ ਫਰੰਟ ਦੇ ਵਿੱਚ ਥੋੜਾ ਜਿਹਾ ਨਜ਼ਰ ਆਉਂਦਾ, ਅਕਾਲ ਤਖਤ ਸਾਹਿਬ ਦੀਆਂ ਪੌੜੀਆਂ ਜਿਹੜੀਆਂ ਥੱਲੋਂ ਦੀਆਂ ਜਾਂਦੀਆਂ ਸੀ। ਕਿਸੇ ਵੀ ਘਰ ਦੇ ਅੰਦਰ ਜਾਣ ਲਈ ਤੁਹਾਨੂੰ ਉਤਲੀ ਮੰਜ਼ਲ ਜਾਣਾ, ਸਾਹਮਣੇ ਦਰਵਾਜ਼ਿਓਂ ਅੰਦਰ ਜਾਂਦੇ ਹੋ। ਇਹਨਾਂ ਨੇ ਜਿਹੜਾ ਨਵਾਂ ਨਕਸ਼ਾ ਬਣਾਇਆ, ਉਹ ਰਸਤਾ ਬਾਹਰੋਂ ਕਰ ਦਿੱਤਾ ਜੀ। ਇਹ ਤੇ ਐਸੀ ਹੋ ਗਈ ਜਿਵੇਂ ਕਿਸੇ ਬਾਹਰਲੇ ਨੇ ਕੀਤਾ ਤੇ ਪੌੜੀਆਂ ਬਾਹਰੋਂ ਬਣਾ ਕੇ ਤੇ ਉੱਤੇ ਜਾਣ ਵਾਸਤੇ ਹੁੰਦਾ। ਇਹ ਨਕਸ਼ੇ ਦੇ ਵਿੱਚ ਉਹਦੀ ਜਿਹੜੀ ਹੈ, ਔਰ ਇੱਕ ਕਿਸਮ ਨਾਲ ਰੜੇ ਮੈਦਾਨ ਦੇ ਵਿੱਚ ਅਕਾਲ ਤਖਤ ਸਾਹਿਬ ਦੀ ਇਮਾਰਤ ਖੜੀ ਕਰ ਦਿੱਤੀ ਗਈ, ਜਿਹਨੂੰ ਚਾਰੇ ਪਾਸਿਓਂ ਖੁੱਲਾ ਲੁੱਗਾ ਹੈਗਾ, ਚਾਰੇ ਪਾਸਿਓਂ, ਨਹੀਂ ਤਾਂ ਸਾਰੇ ਪਾਸਿਓਂ ਬੰਦ ਸੀ। ਸਿਰਫ ਫਰੰਟ ਦੇ ਵਿੱਚ ਥੋੜਾ ਜਿਹਾ ਯੂ ਸ਼ੇਪ ਦੇ ਵਿੱਚ ਆਂਦਾ, ਔਰ ਉਹਦੇ ਵਿੱਚ ਲੋਕਾਂ ਦੀਆਂ ਇਮਾਰਤਾਂ ਸੀ ਜੁੜੀਆਂ ਸੀ, ਪਿੱਛੇ ਵੀ ਇਮਾਰਤਾਂ ਸੀਗੀਆਂ। ਨਾ ਕੇਵਲ ਇਹ ਕੀਤਾ, ਔਰ ਗਲਿਆਰਾ ਬਣਾਇਆ, ਔਰ ਨਾਲ ਇੱਕ ਹੋਰ ਕੀਤਾ ਜਿਹੜਾ ਬੜਾ ਵੱਡਾ ਗਲਤ ਕੀਤਾ ਗਿਆ ਸੀਗਾ, ਕਿ ਜਿਤਨੇ ਦੇਖੋ ਗੁਰੂ ਸਾਹਿਬ ਨੇ, ਗੁਰੂ ਰਾਮਦਾਸ ਜੀ ਨੇ ਬਾਹਰੋਂ ਵੱਖ-ਵੱਖ ਜਿਹੜੇ ਕਿੱਤਿਆਂ ਦੇ ਬੰਦੇ ਵੱਖ-ਵੱਖ ਬਾਜ਼ਾਰ ਬਣਾਏ, ਉਹ ਗੁਰੂ ਦੀ ਨਿਸ਼ਾਨੀ ਸੀ। ਗੁਰੂ ਸਾਹਿਬ ਨੇ ਕੋਈ ਉੱਥੇ ਜਿਹੜਾ ਮਨਿਆਰੀ ਬਾਜ਼ਾਰ ਸੀ, ਝੂਠਾ ਬਾਜ਼ਾਰ ਸੀ, ਜਿਹੜੇ ਗਹਿਣਿਆਂ ਦਾ ਮੋਚੀ ਬਾਜ਼ਾਰ ਸੀ, ਉਹ ਸਾਰੀਆਂ ਪੁਰਾਤਨ 500 ਦੇ ਕਰੀਬ ਇਮਾਰਤਾਂ, ਪੁਰਾਣੀਆਂ ਵਿਰਾਸਤੀ ਇਮਾਰਤਾਂ ਜਿਹੜੀਆਂ, ਇੰਨਾ ਜ਼ੁਲਮ ਮੇਰਾ ਖਿਆਲ ਹੈ ਕਿਸੇ ਹੋਰ ਕੌਮ ਨੇ ਨਹੀਂ ਕੀਤਾ, ਔਰ ਅਸੀਂ ਫਿਰ ਵੀ ਜੈਕਾਰੇ ਗਜਾਈ ਜਾ ਰਹੇ ਜਿਹੜਾ ਸਾਡੇ, ਔਰ ਜਿਹੜਾ ਨੁਕਸਾਨ ਹੋਇਆ ਅਸੀਂ ਕਹਿੰਦੇ ਜੀ ਬੜੀ ਸੇਵਾ ਕੀਤੀ। ਬਿਲਕੁਲ ਬਿਲਕੁਲ ਠੀਕ ਹੈ। ਮੈਂ ਕਿਉਂਕਿ ਫਿਰ ਇੱਕ ਵਾਰੀ ਸਾਰਿਆਂ ਦਾ ਧਿਆਨ ਉਸ ਗੱਲ ਵੱਲ ਦਿਵਾਉਣਾ ਚਾਹੁੰਦਾ ਹੈ ਕਿ ਬਹੁਤ ਵਾਰੀ ਸਾਡੇ ਚੋਂ ਸਾਡੇ ਪੁਰਖੇ ਬੋਲਦੇ ਆ, ਬਹੁਤ ਵਾਰੀ ਸਾਡੇ ਚੋਂ ਸਾਡੀਆਂ ਪਰੰਪਰਾਵਾਂ ਜਨਮ ਲੈਂਦੀਆਂ ਨੇ, ਬਹੁਤ ਵਾਰੀ ਅਸੀਂ ਜੋ ਵੀ ਕਰਦੇ ਆ। ਅੱਜ ਵੀ ਜਦੋਂ ਸਿੰਘੂ ਬਾਰਡਰ ਦੀ ਸਟੇਜ ਤੋਂ ਬਾਰ-ਬਾਰ ਭਾਵੇਂ ਉਹ ਸਿੰਗਰ ਨੇ, ਭਾਵੇਂ ਉਹ ਪ੍ਰਚਾਰਕ ਨੇ, ਤੇ ਭਾਵੇਂ ਕੋਈ ਸਮਾਜ ਸੇਵੀ ਨੇ, ਬੋਲਦੇ ਨੇ, ਤੇ ਉਹ ਗੱਲ ਬਾਬਾ ਬਘੇਲ ਸਿੰਘ ਦੀ ਕਰਦੇ ਆ। ਅੱਜ ਵੀ ਜਦੋਂ ਲੋਕ ਉੱਥੋਂ ਬੋਲਦੇ ਆ ਤੇ ਉਹ ਇਤਿਹਾਸ ਵਿੱਚੋਂ ਸਾਨੂੰ ਉਹ ਹਵਾਲੇ ਲੈ ਕੇ ਖੜੇ ਕਰਨ ਦੀ ਕੋਸ਼ਿਸ਼ ਕਰਦੇ ਆ, ਲੇਕਿਨ ਇਤਿਹਾਸ ਨੂੰ ਸਮੁੱਚੇ ਰੂਪ ਵਿੱਚ ਅਸੀਂ ਜਾਣਨਾ ਨਹੀਂ ਚਾਹੁੰਦੇ। ਇਹੀ ਸਾਡੀ ਕਮਜ਼ੋਰੀ ਹੈ। ਤਾਂ ਹੀ ਸਾਡੀਆਂ ਅੱਖਾਂ ਮੂਹਰੇ ਬਹੁਤ ਕੁਝ ਐਸਾ ਹੁੰਦਾ ਰਹਿੰਦਾ ਹੈ ਜਿਹੜਾ ਗਲਤ ਹੁੰਦਾ, ਲੇਕਿਨ ਅਸੀਂ ਉਹਨੂੰ ਬਰਦਾਸ਼ਤ ਕਰੀ ਜਾਂਦੇ ਆ। ਸਾਡੀ ਬਰਦਾਸ਼ਤ ਕਰਨ ਦੀ ਆਦਤ ਨੇ ਸਾਡੇ ਇਤਿਹਾਸ ਤੇ ਵੱਡੀ ਸੱਟ ਮਾਰੀ ਹੈ, ਜਿਵੇਂ ਸਰਦਾਰ ਸਾਹਿਬ ਨੇ ਕਿਹਾ। ਮੈਂ ਅੱਜ ਫਿਰ ਇੱਕ ਵਾਰੀ ਥੋੜਾ ਜਿਹਾ ਅੱਗੇ ਜਾਣਾ ਚਾਹੂੰਗਾ, ਅਸੀਂ ਲੰਬਾ ਨਹੀਂ ਖਿੱਚਾਂਗੇ ਇਹਨੂੰ, ਲੇਕਿਨ ਸਰਦਾਰ ਸਾਹਿਬ ਗੱਲ ਤੁਰੀ ਆ ਤੇ ਤੋਰ ਲੈਨੇ ਆ ਕਿ ਬਹੁਤ ਵਾਰੀ ਜਦੋਂ ਨਵੇਂ ਗੁਰਦੁਆਰਾ ਸਾਹਿਬਾਨ ਬਣਦੇ ਆ
ਅੱਜ ਵੀ ਜਦੋਂ ਕਾਰ ਸੇਵਾ ਹੁੰਦੀਆਂ ਨੇ, ਪੁਰਾਤਨ ਇਮਾਰਤਾਂ ਤੋਂ ਨਵੀਆਂ 'ਚ ਤਬਦੀਲ ਹੁੰਦੀਆਂ ਨੇ, ਇਸ ਟਰਾਂਸਫਰਮੇਸ਼ਨ ਨੂੰ ਅਸੀਂ ਕਿਸੇ ਹੋਰ ਨਜ਼ਰੀਏ ਤੋਂ ਲੈਂਦੇ ਆ। ਜਿਹੜਾ ਆਰਕੀਟੈਕਚਰ ਸੀ, ਸਿੱਖ ਆਰਕੀਟੈਕਚਰ, ਜਿਹਦੇ ਵਿੱਚ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਾਲਾ ਏਰੀਆ ਸੀ, ਸਥਾਨ ਸੀ, ਜਿਵੇਂ ਆਪਾਂ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦਰਬਾਰ ਸਾਹਿਬ ਨੂੰ ਹੀ ਦੇਖ ਲਈਏ ਕਿ ਉਹ ਬਹੁਤ ਛੋਟੀ ਜਗ੍ਹਾ ਹੈ, ਉਹਦੇ ਵਿੱਚ ਕੁਝ ਕੁ ਲੋਕ ਹੀ ਬੈਠ ਸਕਦੇ ਆ। ਇਸੇ ਤਰ੍ਹਾਂ ਹੀ ਨਨਕਾਣਾ ਸਾਹਿਬ ਜਾਂ ਬਾਕੀ ਜਿਹੜੇ ਧਾਰਮਿਕ ਸਾਡੇ ਗੁਰੂ ਕਾਲ ਦੇ ਸਮੇਂ ਤੋਂ ਚੱਲੀਆਂ ਆਉਂਦੀਆਂ ਉਹ ਥਾਵਾਂ ਨੇ, ਉਹਦੇ ਵਿੱਚ ਇੱਕ ਜਿਹੜੀ ਜਗ੍ਹਾ ਹੈ ਛੋਟੀ ਰੱਖੀ ਗਈ ਆ। ਅੱਜ ਸਾਨੂੰ ਵਿਸ਼ਾਲ ਜਗ੍ਹਾ ਚਾਹੀਦੀਆਂ, ਅੱਜ ਸਾਨੂੰ ਬਹੁਤ ਵੱਡੀਆਂ ਜਗ੍ਹਾ ਚਾਹੀਦੀਆਂ। ਨੰਬਰ 1। ਨੰਬਰ 2, ਇੱਕ ਬਹੁਤ ਅਹਿਮ ਸਵਾਲ ਆ ਕਿ ਪੁਰਾਤਨ ਸਮੇਂ ਦੇ ਵਿੱਚ ਜਿਹੜਾ ਕੀਰਤਨ ਸੀ ਉਹ ਗੁਰੂ ਵੱਲ ਮੂੰਹ ਕਰਕੇ ਹੁੰਦਾ ਸੀ। ਅੱਜ ਵੀ ਹਰਿਮੰਦਰ ਸਾਹਿਬ ਦੇ ਅੰਦਰ, ਦਰਬਾਰ ਸਾਹਿਬ ਦੇ ਅੰਦਰ ਜਿਹੜਾ ਕੀਰਤਨ ਹੋ ਰਿਹਾ, ਰਾਗੀ ਸਿੰਘ ਗੁਰੂ ਵੱਲ ਮੂੰਹ ਕਰਕੇ ਬੈਠਿਆ, ਸੰਗਤ ਵੱਲ ਨਹੀਂ। ਕੁਛ ਇੱਕ ਚੀਜ਼ਾਂ ਨੇ ਜਿਨ੍ਹਾਂ ਤੇ ਅਸੀਂ ਦੀਰਘ ਤਵੱਜੋ ਨਹੀਂ ਦਿੰਦੇ। ਬਹੁਤ ਵਾਰੀ ਜਿਹੜੇ ਬਾਬੇ ਨੇ, ਸਾਧ ਨੇ, ਉਹ ਲੋਕ ਜਿਹੜੇ ਕਾਰ ਸੇਵਾ ਦੇ ਨਾਂ ਤੇ ਇਮਾਰਤਾਂ ਹੀ ਬਣਾਉਣ ਦਾ ਕੰਮ ਕਰ ਰਹੇ ਆ, ਉਹ ਚੀਜ਼ਾਂ ਨੂੰ ਸੰਕਲਪ ਤੋਂ ਖੋਰ ਕੇ ਦੂਜੇ ਬੰਨੇ ਲੈ ਕੇ ਜਾ ਰਹੇ ਆ। ਇਹ ਦੋ ਚੀਜ਼ਾਂ ਕਿ ਜਿੱਥੇ ਗੁਰੂ ਮਹਾਰਾਜ ਦਾ ਸਰੂਪ ਹੁੰਦਾ, ਮੇਨ ਜਗ੍ਹਾ, ਉਹਦਾ ਸਾਈਜ਼ ਕੀ ਕੋਈ ਨਿਰਧਾਰਤ ਹੈ? ਬੜਾ ਅੱਛਾ ਹੈ। ਇਹਦਾ ਦੋਨਾਂ ਦਾ ਜਿਹੜਾ ਇਹਦੀ ਬੈਕਗਰਾਉਂਡ ਜਾਂ ਪਿਛੋਕੜ ਦੇ ਵਿੱਚ ਇੱਕ ਗੱਲ ਮੈਨੂੰ ਬਾਰ-ਬਾਰ ਦੁਹਰਾਉਣ ਦਾ ਜੀ ਕਰਦਾ ਹੈ। ਉਹ ਕਿਸੇ ਨੇ ਕਿਹਾ ਸੀ, ਦੀਵਾਰ ਕਿਆ ਗਿਰੀ ਮੇਰੇ ਕੱਚੇ ਮਕਾਨ ਕੀ, ਲੋਗੋਂ ਨੇ ਮੇਰੇ ਸਹਿਨ ਸੇ ਰਸਤੇ ਬਣਾ ਲਈਏ। ਜੀ, ਇਹ ਸਾਡੀ ਜਿਹੜੀ ਤਰਾਸਦੀ ਹੈ, ਟ੍ਰੈਜਡੀ ਹੈਗੀ ਹੈ। ਦੇਖੋ, ਜਿਹੜਾ ਸਿੱਖ ਆਰਕੀਟੈਕਚਰ ਹੈ, ਸਿੱਖ ਸੰਗੀਤ ਹੈ, ਸਿੱਖ ਆਰਕੀਟੈਕਚਰ ਹੈ, ਸਿੱਖ ਸ਼ਸਤਰ ਵਿਦਿਆ ਹੈ, ਸਿੱਖ ਸਕ੍ਰਿਪਚਰਸ ਦਾ ਜਿਹੜਾ ਸਿਧਾਂਤ ਹੈ, ਵਿਆਕਰਣ ਹੈ, ਹਰ ਚੀਜ਼ ਆਪਣੀ ਵਿਸ਼ੇਸ਼ ਹੈ। ਗੁਰੂ ਸਾਹਿਬ ਨੇ ਹਰ ਪੱਖੋਂ ਸੰਪੰਨ ਕੀਤਾ, ਭਾਵੇਂ ਉਹ ਸ਼ਸਤਰ ਵਿਦਿਆ, ਸ਼ਾਸਤਰ ਵਿਦਿਆ, ਜਿਹੜੀ ਮਰਜ਼ੀ ਹੈ। ਤੁਸੀਂ ਦੇਖੋਗੇ ਡਾਕਟਰ ਪੰਨੂ ਸਾਹਿਬ ਕਹਿੰਦੇ ਹੁੰਦੇ ਹੈ ਕਿ ਉਹ ਜ਼ਿਕਰ ਕਰਦੇ ਹੈ ਕਿ ਗੁਰੂ ਸਾਹਿਬ ਨੇ ਭਾਈ ਮਰਦਾਨਾ ਜੀ ਨੂੰ ਕਿਹਾ, ਮੇਰੇ ਨਾਲ ਗੋਡੇ ਨਾਲ ਗੋਡਾ ਜੋੜ ਕੇ ਬੈਠ। ਹੁਣ ਤੁਸੀਂ ਹਰਿਮੰਦਰ ਸਾਹਿਬ ਜਾਓ, ਸਾਹਮਣੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਬਾਲਾ ਮਰਦਾਨਾ ਦੀ ਇੱਕ ਮੂਰਤ ਉਕਰੀ ਹੋਈ ਹੈ। ਉਸ ਮੂਰਤ ਦੇ ਉੱਤੇ ਦੋਨਾਂ ਦਾ ਮੂੰਹ ਜਿਹੜਾ ਹੈ ਗੁਰੂ ਸਾਹਿਬ ਵੱਲ ਹੈਗਾ। ਹਰਿਮੰਦਰ ਸਾਹਿਬ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਬਿਲਕੁਲ ਉਹ ਰਾਗੀ ਜਿਹੜੇ ਸੀ ਉਹ ਗੁਰੂ ਨੂੰ ਕੀਰਤਨ ਸੁਣਾਉਂਦੇ ਸੀ, ਉਹ ਗੁਰੂ ਨੂੰ ਮੁਖਾਤਬ ਹੁੰਦੇ ਸੀਗੇ। ਹੁਣ ਕੀ ਹੋ ਗਿਆ ਸਾਡੇ ਵਿੱਚ, ਪਤਾ ਨਹੀਂ ਜਾਂ ਸਿਆਣਪ ਜ਼ਿਆਦਾ ਆ ਗਈ ਹੈ ਜਾਂ ਕੀ ਹੋ ਗਿਆ ਹੈਗਾ। ਹੁਣ ਖਾਸ ਕਰਕੇ ਆਮ ਬਾਹਰ ਵਿਦੇਸ਼ਾਂ ਵਿੱਚ ਤੇ ਬਹੁਤ ਜ਼ਿਆਦਾ, ਪਰ ਪੰਜਾਬ ਦੇ ਵਿੱਚ ਵੀ ਸ਼ੁਰੂ ਹੋ ਗਿਆ ਕਿ ਗੁਰੂ ਗ੍ਰੰਥ ਸਾਹਿਬ ਦੇ ਪੈਰਲਲ ਜਿਹੜੀਆਂ ਸਟੇਜਾਂ ਬਣਨੀਆਂ ਸ਼ੁਰੂ ਹੋ ਗਈਆਂ। ਔਰ ਜਦੋਂ ਉੱਥੋਂ ਕਿਹਾ ਗਿਆ ਤੇ ਇੱਕ ਦੱਸ ਰਹੇ ਸੀ, ਕਹਿੰਦੇ ਰਾਗੀ ਕਹਿਣ ਲੱਗੇ ਜੀ ਕਿ ਸਾਡਾ ਆਈ ਕੰਟੈਕਟ ਜਿਹੜਾ ਸੰਗਤ ਨਾਲ ਹੋਣਾ ਚਾਹੀਦਾ। ਹੁਣ ਸੰਗਤ ਨਾਲ ਹੋਣਾ ਚਾਹੀਦਾ ਕਿ ਗੁਰੂ ਵੱਲ ਹੋਣਾ ਚਾਹੀਦਾ, ਇਹ ਬੜਾ ਛੋਟਾ ਜਿਹਾ ਨੁਕਤਾ ਹੈਗਾ। ਉਹਦਾ ਨਤੀਜਾ ਕੀ ਨਿਕਲਦਾ ਹੈ ਕਿ ਜਿਵੇਂ ਤੁਸੀਂ ਜ਼ਿਕਰ ਕੀਤਾ, ਪੁਰਾਣੀਆਂ ਜਿੰਨੇ ਵੀ ਸਥਾਨ ਹੈ, ਧਾਰਮਿਕ ਔਰ ਇਤਿਹਾਸਕ ਸਥਾਨ ਹੈ, ਭਾਵੇਂ ਪੰਜਾ ਸਾਹਿਬ ਲੈ ਲਿਆ ਜਾਏ, ਨਨਕਾਣਾ ਸਾਹਿਬ ਲੈ ਲਿਆ ਜਾਏ, ਹਜ਼ੂਰ ਸਾਹਿਬ ਲੈ ਲਓ, ਜਾਂ ਜਿੱਥੇ ਵੀ ਹੋਰ ਗੁਰਦੁਆਰੇ, ਉਹਨਾਂ ਦਾ ਇੱਕ ਤਰੀਕਾ ਸੀ ਕਿ ਜਿਹਨੂੰ ਗਰਭ ਗ੍ਰਹਿ ਕਹਿੰਦੇ ਆ, ਸੈਂਟਰ ਹੈਗਾ, ਉਹ ਬਹੁਤ ਛੋਟੀ ਇਮਾਰਤ ਹੁੰਦੀ ਹੈ, 15 ਫੁੱਟ ਜਾਂ 20 ਫੁੱਟ ਵੱਧ ਤੋਂ ਵੱਧ ਹੁੰਦਾ ਹੈ। ਔਰ ਉਸ ਦੇ ਵਿੱਚ ਸੰਗਤ ਜਿਹੜੀ ਹੈ ਗੁਰੂ ਦੇ ਦੁਆਲੇ ਜੁੜਦੀ ਹੈ, ਸੰਗਤ ਗੁਰੂ ਦੇ ਦੁਆਲੇ ਜੁੜਦੀ ਹੈ। ਤਕਰੀਬਨ ਵਿਚਕਾਰ ਜਿਹੜਾ ਪ੍ਰਕਾਸ਼ ਹੁੰਦਾ ਸੀਗਾ, ਹਰ ਜਗ੍ਹਾ ਦੇ ਏਦਾਂ ਹੀ ਹੈ। ਹੁਣ ਉਸ ਦੇ ਬਾਅਦ ਇੱਕ ਬਾਹਰ ਬਰਾਂਡਾ ਹੁੰਦਾ, ਵੱਡਾ ਹੁੰਦਾ, ਫਿਰ ਉਸ ਦੇ ਬਾਅਦ ਲੋੜ ਹੁੰਦੀ ਹੈ, ਫਿਰ ਵਿਹੜਾ ਹੁੰਦਾ। ਹਰਿਮੰਦਰ ਸਾਹਿਬ ਦਾ ਵੀ ਤੁਸੀਂ ਦੇਖੋਗੇ ਡਿਜ਼ਾਈਨ ਔਰ ਉਹਦਾ ਜਿਹੜਾ ਹੈ। ਔਰ ਇੱਕ ਸਭ ਤੋਂ ਵੱਡੀ ਗੱਲ ਹੈ ਕਿ ਗੁਰੂ ਸਾਹਿਬ ਨੇ ਤੇ ਸਾਰੇ ਵਹਿਮ ਜਿਹੜੇ ਆ ਤੋੜ ਦਿੱਤੇ। ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਥੱਲੇ ਜ਼ਮੀਨ ਦੇ ਉੱਤੇ ਹੈ ਔਰ ਸੰਗਤ ਉੱਤੇ ਬਾਲਕਨੀ 'ਚ ਬੈਠੀ ਹੈ। ਭਾਈ ਕਾਹਨ ਸਿੰਘ ਕਹਿੰਦੇ ਜੇ ਅੱਜ ਕੋਈ ਸਿੱਖ ਏਦਾਂ ਦਾ ਨਕਸ਼ਾ ਬਣਾ ਦਿੰਦਾ, ਉਹਦੀ ਜ਼ਰੂਰੀ ਹੈ ਕਪਾਲ ਕਿਰਿਆ ਹੋ ਜਾਣੀ ਸੀ ਕਿ ਤੂੰ ਆਪ ਉੱਤੇ ਬੈਠੇਗਾ ਤੇ ਗੁਰੂ ਸਾਹਿਬ ਥੱਲੇ ਬੈਠੇ ਹੈਗੇ। ਤਾਂ ਇਹ ਜਿਹੜੀ ਚੀਜ਼ ਸੀ, ਹੁਣ ਜ਼ਰੂਰੀ ਹੈ ਕਿ ਠੀਕ ਹੈ ਇੰਨੇ 'ਚ ਦੀਵਾਨ ਵੱਡਾ ਨਹੀਂ ਲੱਗ ਸਕਦਾ, ਪਰ ਉਹਦੇ ਲਈ ਮੰਜੀ ਸਾਹਿਬ ਹੁੰਦੇ ਆ, ਉਹਦੇ ਲਈ ਹਰਿਮੰਦਰ ਸਾਹਿਬ ਮੰਜੀ ਸਾਹਿਬ ਵੱਖਰਾ ਹੈਗਾ, ਉਹ ਦੀਵਾਨ ਸਥਾਨ ਹੈ। ਮੰਜੀ ਸਾਹਿਬ ਦਾ ਕਨਸੈਪਟ ਮੰਜੀ ਨਾਲ ਜੋੜ ਕੇ ਜੇ ਦੇਖਿਆ ਜਾਵੇ ਤੇ ਇਹ ਵੀ ਸੱਚ ਧਰਤੀ ਨਾਲ ਜੁੜਿਆ ਹੋਇਆ। ਹਾਂਜੀ, ਨਹੀਂ, ਦੋ ਗੱਲਾਂ ਉਹਦੇ 'ਚ। ਮੰਜੀ ਸਾਹਿਬ ਇਸ ਤਰ੍ਹਾਂ ਹੈ ਕਿ ਦੇਖੋ ਹਰ ਕੋਈ ਜਿਹੜਾ ਉਹ ਆਸਨ ਲਗਾਉਂਦਾ, ਮਿਰਗਸ਼ਾਲਾ ਤੇ, ਕੋਈ ਸਿੰਘਾਸਨ ਤੇ, ਕੋਈ ਸ਼ੇਰ ਦੇ ਉੱਤੇ ਬਹਿੰਦਾ, ਕੋਈ ਕਿਸੇ ਤੇ ਬਹਿੰਦਾ, ਲక్ష్ਮੀ ਉੱਲੂ ਦੇ ਉੱਤੇ ਸਵਾਰੀ ਕਰਦੀ ਹੈ, ਹਰ ਇੱਕ ਦੇ ਆਪਣੇ ਆਪਣੇ ਹੈਗੇ ਆ। ਤੇ ਭੈਰੋ ਜਿਹੜਾ ਉਹ ਗਧੇ ਦੇ ਉੱਤੇ ਕਰਦਾ, ਇਸ ਤਰ੍ਹਾਂ ਵੱਖ-ਵੱਖ ਹੈਗੇ ਆ, ਆਪਣਾ ਆਪਣਾ ਉਹਨਾਂ ਦਾ ਵਿਸ਼ਵਾਸ ਹੈਗਾ। ਹੁਣ ਜਿਹੜਾ ਗੁਰੂ ਸਾਹਿਬ ਦਾ ਕਨਸੈਪਟ ਸੀਗਾ ਕਿ ਗ੍ਰਸਤੀਆਂ ਦਾ ਮਾਰਗ ਹੈ,
ਗੁਰਮਤ ਗ੍ਰਸਤੀਆਂ ਦਾ ਮਾਰਗ ਹੈ, ਉਹ ਮੰਜੀ ਸਾਹਿਬ ਦੇ ਉੱਤੇ ਸਥਾਪਿਤ ਕੀਤਾ ਜਾਂਦਾ ਹੈ। ਤੁਸੀਂ ਦੇਖੋਗੇ ਹਰਮੰਦਰ ਸਾਹਿਬ ਦੇ ਵਿੱਚ ਜਦੋਂ ਪ੍ਰਕਾਸ਼ ਹੁੰਦਾ ਹੈ, ਉਹ ਜਿਹੜਾ ਹੈ ਵਾਕਈ ਇੱਕ ਨਿਵਾਰ ਵਾਲਾ ਤੇ ਉਹ ਪਾਵੇ ਹੈਗੇ ਆ, ਉਹਨਾਂ ਪਾਵਿਆਂ ਦੇ ਉਹ ਜਿਹੜੇ ਇੱਕ ਪਲੰਗ ਛੋਟਾ ਬਣਾ ਮੰਜੀ ਬਣੀ ਹੈ, ਉਹਦੇ ਉੱਤੇ ਪ੍ਰਕਾਸ਼ ਕੀਤਾ ਜਾਂਦਾ ਹੈ। ਮਗਰ ਇਹ ਵੀ ਅਸੀਂ ਥੋੜੀ ਜਿਹੀ ਉਣਤਾਈ ਕਰ ਗਏ, ਕਈ ਜਗ੍ਹਾ ਦੇ ਉੱਤੇ ਉਹਦੇ ਚੌਕੀ ਲਾਤੀ, ਕੋਈ ਫੱਟੇ ਰੱਖ ਦਿੱਤੇ, ਕੋਈ ਡੱਬਾ ਰੱਖ ਦਿੱਤਾ। ਸੋ ਕੁਝ ਚੀਜ਼ਾਂ ਜਿਹੜੀਆਂ ਉਹ ਸਾਡੀਆਂ ਪਰੰਪਰਾ ਨਾਲ ਜੁੜੀਆਂ, ਉਹਦੇ ਨਾਲ ਕੋਈ ਸੰਕਲਪ ਜੁੜੇ ਸੀਗੇ, ਉਹਨਾਂ ਨੂੰ ਸੰਭਾਲਣ ਦੀ ਲੋੜ ਹੈ। ਔਰ ਇਸੇ ਤਰੀਕੇ ਦੇ ਨਾਲ ਮੈਂ ਤੁਹਾਡੇ ਕੋਲ ਉਹ ਗੱਲ ਜ਼ਰੂਰ ਸੁਣਨੀ ਹੈ ਕਿ ਜਦੋਂ ਸਿੰਘ ਸਾਹਿਬ ਨੂੰ ਇੱਕ ਵਾਰੀ ਪੁਰਾਤਨ ਸਮਿਆਂ ਦੇ ਵਿੱਚ ਕੋਈ ਅਮੀਰ ਸਿੱਖ ਆ ਕੇ ਆਖਦਾ ਹੈ ਕਿ ਮੈਂ ਦਰਬਾਰ ਸਾਹਿਬ ਪਾਲਕੀ ਭੇਂਟ ਕਰਨੀ ਹੈ, ਤੇ ਜਿਹੜਾ ਉਹਨਾਂ ਨੇ ਅੱਗੋਂ ਜਵਾਬ ਦਿੱਤਾ ਸੀ ਉਹ ਕਾਬਲੇ ਤਾਰੀਫ ਸੀ। ਮੈਂ ਉਹਨੂੰ ਸੁਣ ਕੇ ਅੱਛ-ਅੱਛ ਕਰ ਉੱਠਿਆ ਸੀ। ਮੈਂ ਤੁਹਾਡੇ ਮੂੰਹੋਂ ਹੀ ਸੁਣਨਾ ਜੀ। ਇਹ ਗੱਲ ਹੈਗੀ ਜੀ, ਜਥੇਦਾਰ ਅਜਨੋਵਾ ਸਾਹਿਬ ਸਨ ਜਿਸ ਵੇਲੇ ਸਿੰਘ ਸਾਹਿਬ ਜਥੇਦਾਰ ਸਨ, ਤੇ ਬੜੇ ਮੁਦੱਲਲ ਔਰ ਬੜੇ ਸਾਫ਼ ਗੋ ਜਥੇਦਾਰ ਸਨ। ਤੇ ਉਹਨਾਂ ਦੇ ਕੋਲ ਸਰਦਾਰ ਫੁਲੇਲ ਸਿੰਘ ਜੀ ਜਿਹੜੇ ਰਾਂਚੀ ਦੇ ਚੰਗੇ ਧਨਾੜ ਸੀਗੇ, ਉਹ ਆਏ ਤੇ ਕਹਿਣ ਲੱਗੇ, ਸਿੰਘ ਸਾਹਿਬ ਮੇਰਾ ਜੀ ਕਰਦਾ ਹੈ ਕਿ ਮੈਂ ਹਰਮੰਦਰ ਸਾਹਿਬ ਵਿੱਚ ਇੱਕ ਬਹੁਤ ਸੋਹਣੀ ਪਾਲਕੀ ਦਿਆਂ, ਬਹੁਤ ਸੁੰਦਰ ਪਾਲਕੀ ਬਣਾ ਕੇ ਦਿਆਂ। ਸਿੰਘ ਸਾਹਿਬ ਕਹਿਣ ਲੱਗੇ ਕਿ ਸਰਦਾਰ ਸਾਹਿਬ ਤੁਹਾਡਾ ਕੀ ਖਿਆਲ ਹੈ, ਤੁਹਾਡੇ ਤੋਂ ਪਹਿਲਾਂ ਕੋਈ ਅਮੀਰ ਆਦਮੀ ਇੱਥੇ ਆਇਆ ਹੋਏਗਾ? ਕਹਿੰਦੇ ਜੀ ਜ਼ਰੂਰ। ਸਿੰਘ ਸਾਹਿਬ ਕਹਿਣ ਲੱਗੇ ਕੀ ਤੁਹਾਡਾ ਖਿਆਲ ਹੈ ਕਿ ਤੁਹਾਡੇ ਤੋਂ ਪਹਿਲਾਂ ਕੋਈ ਸਿਆਣਾ ਵੀ ਆਇਆ ਹੋਏਗਾ? ਕਹਿੰਦੇ ਜੀ ਜ਼ਰੂਰ। ਕਹਿੰਦੇ ਜੇ ਤੁਹਾਡੇ ਤੋਂ ਜ਼ਿਆਦਾ ਅਮੀਰ, ਤੁਹਾਡੇ ਤੋਂ ਜ਼ਿਆਦਾ ਸਿਆਣਾ ਬੰਦਾ ਇੱਥੇ ਹੋ ਕੇ ਚਲਾ ਗਿਆ, ਹਰਮੰਦਰ ਸਾਹਿਬ ਵਿੱਚ ਪਾਲਕੀ ਨਹੀਂ ਹੈ, ਤੇ ਫਿਰ ਤੁਹਾਨੂੰ ਪੁੱਛਣਾ ਚਾਹੀਦਾ ਪਾਲਕੀ ਕਿਉਂ ਨਹੀਂ ਹੈ। ਪਾਲਕੀ ਇੱਕ ਸਵਾਰੀ ਹੈ, ਇੱਕ ਕਨਵੇਂਸ ਹੈ। ਮਹਾਰਾਜ ਦੀ ਸਵਾਰੀ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ ਅਕਾਲ ਤਖਤ ਸਾਹਿਬ ਤੋਂ ਪਾਲਕੀ ਦੇ ਵਿੱਚ ਆਂਦੀ ਹੈ। ਤੁਸੀਂ ਆਪਣੀ ਕਨਵੇਂਸ, ਆਪਣੀ ਗੱਡੀ, ਆਪਣੀ ਜਿਹੜੀ ਸਵਾਰੀ ਹੈ ਉਹ ਕਮਰੇ ਦੇ ਅੰਦਰ ਨਹੀਂ ਲੈ ਜਾਂਦੇ, ਪਾਲਕੀ ਬਾਹਰ ਰੁਕ ਜਾਂਦੀ ਹੈ ਜੀ, ਦਰਬਾਰ ਸਾਹਿਬ ਦੇ ਬਾਹਰ ਰੁਕ ਜਾਂਦੀ ਹੈ। ਉੱਥੋਂ ਜਿਹੜੇ ਸਿੰਘ ਸਾਹਿਬ ਹੈ, ਗ੍ਰੰਥੀ ਸਿੰਘ ਹੈਗੇ ਆ, ਮਹਾਰਾਜ ਦੀ ਸਵਾਰੀ ਸੀਸ ਦੇ ਉੱਤੇ ਲੈ ਕੇ ਮੰਜੀ ਸਾਹਿਬ ਦੇ ਉੱਤੇ ਬਿਰਾਜਮਾਨ ਕਰਦੇ ਆ। ਇਹ ਤਰੀਕਾ ਸੀਗਾ। ਪਰ ਹੋਇਆ ਕੀ ਹੈ ਕਿ ਅਸੀਂ ਗੁਰਦੁਆਰਿਆਂ ਦੇ ਵਿੱਚ ਪਾਲਕੀ ਬਣਾ ਦਿੱਤੀ ਔਰ ਬਾਹਰ ਕਈ ਵਾਰੀ ਝੋਲੀ ਚੁੱਕ ਕੇ ਗੁਰੂ ਗ੍ਰੰਥ ਸਾਹਿਬ ਲੈ ਜਾਂਦੇ ਹਾਂ। ਸੋ ਸ਼ਾਇਦ ਲੱਗਦਾ ਹੈ ਕਿ ਕੁਝ ਚੀਜ਼ਾਂ, ਹਾਲਾਂਕਿ ਇਹ ਸਿੱਖ ਰਹਿਤ ਮਰਿਆਦਾ ਬੜੀ ਸਪਸ਼ਟ ਲਿਖੀ ਹੈ, ਪਰ ਅਸੀਂ ਕਦੀ ਉਹਨੂੰ ਧਿਆਨ ਵੀ ਨਹੀਂ ਦਿੱਤਾ, ਤੇ ਨਾ ਕਿਸੇ ਨੇ ਕਿਹਾ ਤੇ ਨਾ ਹੀ ਕਿਸੇ ਨੇ ਪੜ੍ਹਨ ਦੀ, ਸਮਝਣ ਦੀ। ਹੁਣ ਇੱਕ ਦਿੱਕਤ ਹੋਰ ਮੈਨੂੰ ਜਿਹੜੀ ਆ ਰਹੀ ਹੈ, ਦਿੱਕਤ ਆ ਰਹੀ ਹੈ, ਮੈਨੂੰ ਬੜੀ ਕੋਫਤ ਆ ਰਹੀ ਹੈ। ਕਿਧਰੇ ਵੀ ਹਰਮੰਦਰ ਸਾਹਿਬ ਦੀ ਪਰਿਕਰਮਾ, ਇਤਿਹਾਸਕ ਗੁਰਦੁਆਰਿਆਂ 'ਚ ਹਰਮੰਦਰ ਸਾਹਿਬ ਦੀ ਪਰਿਕਰਮਾ 'ਚ ਜਿਤਨੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਸਨ, ਸਾਰੇ ਦੇ ਸਾਰੇ ਉਹ ਜੁੜਵੇਂ ਅੱਖਰਾਂ ਵਾਲੀ ਜਿਹੜੀ ਹੈਗੀ ਹੈ, ਬਿਨਾਂ ਪਦ ਛੇਦ ਦੇ ਬੀੜਾਂ ਸੀਗੀਆਂ। ਉਹ ਹੋਣੀ ਚਾਹੀਦੀ ਹੈ, ਉਹ ਸਰੂਪ ਰਹਿਣਾ। ਦੂਜੀ ਕਿਧਰੇ ਪਾਲਕੀ ਨਹੀਂ ਸੀ। ਪਰ ਹੁਣ ਕਈ ਥਾਵਾਂ ਦੇ ਉੱਤੇ ਹਰਮੰਦਰ ਸਾਹਿਬ ਦੀ ਪਰਿਕਰਮਾ ਦੇ ਵਿੱਚ ਵੀ ਪਾਲਕੀ ਨਜ਼ਰ ਆਣੀ ਸ਼ੁਰੂ ਹੋ ਗਈ ਹੈ। ਇਹ ਸਾਡੀ ਕੋਤਾਹੀ ਹੈ ਜਾਂ ਅਣਗਹਿਲੀ ਹੈ, ਜਾਂ ਇਸ ਨੂੰ ਕੀ ਕਿਹਾ ਜਾਏਗਾ, ਮੈਂ ਨਹੀਂ ਕਹਿ ਸਕਦਾ। ਅੱਛਾ, ਇੱਕ ਤੁਹਾਡੇ ਕੋਲ ਜਾਣਕਾਰੀ ਮੈਂ ਬਹੁਤ ਹਾਸਲ ਕੀਤੀ ਔਰ ਮੈਂ ਸਹੀ ਮਾਨਿਆਂ ਦੇ ਵਿੱਚ ਆਪਣੇ ਆਪ ਨੂੰ ਅੱਗੇ ਨਾਲੋਂ ਅਨਰਿਚ ਮਹਿਸੂਸ ਕਰਦਾ, ਭਰਪੂਰ ਮਹਿਸੂਸ ਕਰਦਾ ਹੈ। ਇਹ ਸਵੇਰ ਬੜੀ ਖੂਬਸੂਰਤ ਸਵੇਰ ਹੈ। ਹਾਲਾਂਕਿ ਸਾਨੂੰ ਕੁਝ ਐਫਰਟਸ ਲਾਉਣੇ ਪਏ ਪ੍ਰੋਗਰਾਮ ਸ਼ੁਰੂ ਕਰਨ ਲੱਗਿਆ, ਕੁਝ ਮੁਸ਼ਕਲਾਂ ਆਈਆਂ ਟੈਕਨੀਕਲ, ਲੇਕਿਨ ਮੈਂ ਲਾਂਬਾ ਸਾਹਿਬ ਇਹ ਪੁੱਛਣਾ ਹੈ ਤੁਹਾਨੂੰ ਜਾਂਦੇ ਜਾਂਦੇ, ਕਿਉਂਕਿ ਅਸੀਂ ਮੋਰਚੇ 'ਚ ਹੈ, ਅੰਦੋਲਨ 'ਚ ਹੈ, ਲੋਕਾਂ ਦਾ ਸਾਰਾ ਧਿਆਨ ਉਹਨਾਂ ਬਾਰਡਰਸ ਤੇ ਲੱਗਿਆ ਜਿੱਥੇ ਉਹਨਾਂ ਦੇ ਆਪਣੇ ਸਕੇ ਸੰਬੰਧੀ ਬੈਠੇ ਆ। ਹੁਣ ਸਵਾਲ ਇਹ ਆ ਕਿ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਮੋਰਚੇ ਲੱਗਦੇ ਰਹੇ, ਇਹ 'ਚ ਕੋਈ ਦੋ ਰਾਵਾਂ ਨਹੀਂ। ਜੇ ਮੈਂ ਇਹਦੇ ਇਤਿਹਾਸ ਨੂੰ 2-3 ਮਿੰਟ 'ਚ ਤੁਹਾਡੇ ਤੋਂ ਜਾਣਨਾ ਹੋਵੇ ਕਿ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਕਦੋਂ ਮੋਰਚੇ ਲੱਗੇ, ਤੇ ਮੈਨੂੰ ਜਾਂਦੇ ਜਾਂਦੇ ਦੱਸ ਜਿਓ ਤਾਂ ਕਿ ਇਹ ਵੀ ਇੱਕ ਮਰਹਲਾ ਸਰ ਕਰ ਲਈਏ। ਇਸ ਤਰ੍ਹਾਂ ਜੀ ਕਿ ਜਦੋਂ ਦਾ ਅਕਾਲ ਤਖਤ ਸਾਹਿਬ ਬਣਿਆ, ਸਭ ਤੋਂ ਪਹਿਲਾ ਮੋਰਚਾ ਤਾਂ ਜਦੋਂ ਗੁਰੂ ਸਾਹਿਬ ਨੇ ਬਾਜ਼ ਹੈ, ਜਾਂ ਉਹਦੇ ਬਾਅਦ ਜਿਹੜੀਆਂ ਜੰਗਾਂ ਯੁੱਧਾਂ ਹੋਈਆਂ ਸਾਰੀਆਂ ਅਕਾਲ ਤਖਤ ਸਾਹਿਬ ਦੇ ਉੱਤੋਂ ਹੋਈਆਂ। ਉਹਦੇ ਬਾਅਦ ਅਕਾਲ ਤਖਤ ਸਾਹਿਬ ਜਦੋਂ ਬਾਅਦ ਵਿੱਚ ਮੁਗਲਾਂ ਵੇਲੇ ਵੀ ਹੋਇਆ, ਜਦੋਂ ਅਹਿਮਦ ਸ਼ਾਹ ਅਬਦਾਲੀ ਨੇ ਬਾਰ-ਬਾਰ ਜਦੋਂ ਹਮਲੇ ਕੀਤੇ ਹੈ, ਤਾਂ ਉਸ ਵੇਲੇ ਮੈਂ ਅੱਗੇ ਵੀ ਜ਼ਿਕਰ ਕੀਤਾ ਸੀਗਾ, ਇਕਰਾਮ ਅਲੀ ਮਲਿਕ ਨੇ ਆਪਣੀ ਕਿਤਾਬ ਲਿਖੀ ਹੈ ਰੀਡਿੰਗਸ ਫਰਮ ਪੰਜਾਬ ਹਿਸਟਰੀ। ਇਹ ਉਹਦੀ ਪੰਜਾਬ ਯੂਨੀਵਰਸਿਟੀ ਲਾਹੌਰ ਨੇ ਛਾਪੀ ਹੈ। ਉਹਦੇ ਵਿੱਚ ਲਿਖਿਆ, ਉਹਦੀ ਕਿਤਾਬ ਦੇ ਵਿੱਚ ਅੰਕਿਤ ਹੈ ਕਿ ਸਿੱਖ ਇਕੱਠੇ ਹੋਏ, 40,000 ਦੇ ਕਰੀਬ ਸਿੱਖ ਇਕੱਠੇ ਹੋਏ। ਸਿੱਖ ਹਮੇਸ਼ਾ ਦੀਵਾਲੀ ਔਰ ਵਿਸਾਖੀ ਦੇ ਉੱਤੇ ਇਕੱਠੇ ਹੁੰਦੇ ਸੀਗੇ। ਇਹ 2 ਦਿਨ ਸੀ।
ਕਾਰਨ ਇਹ ਹੈ, ਗੁਰੂ ਸਾਹਿਬ ਦੇ ਹੁਕਮਨਾਮੇ ਵੀ ਇਹਨਾਂ ਦੋਨਾਂ ਦੇ ਹਵਾਲੇ ਨਾਲ ਹੈ ਕਿ ਦੀਵਾਲੀ ਦੇ ਉੱਤੇ ਆਣਾ, ਵਿਸਾਖੀ ਦੇ ਉੱਤੇ ਆਣਾ, ਕਿਉਂਕਿ ਹਰ ਕਿਸੇ ਨੂੰ ਪਤਾ ਹੈ ਦੀਵਾਲੀ ਕਦੋਂ ਆਏਗੀ। ਜਿਵੇਂ ਹੁਣ ਪੋਹ ਸੁਦੀ 7ਵੀਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪ੍ਰਕਾਸ਼ ਦਿਵਸ ਜਿਹੜਾ ਹੈ, ਉਹ ਪੋਹ ਦੀ ਜਿਹੜੀ ਸੁਦੀ 7ਵੀਂ ਹੈ, ਯਾਨੀ ਕਿ ਜਦੋਂ ਮੱਸਿਆ ਹੋਏਗੀ ਉਸ ਤੋਂ 7ਵਾਂ ਦਿਨ ਹੈ। ਐਤਕੀ ਉਹ 20 ਜਨਵਰੀ ਨੂੰ ਹੈਗਾ। ਇਹਨੂੰ ਹਰ ਕਿਸੇ ਨੂੰ ਪਤਾ ਹੈ। ਤੁਸੀਂ ਲਿਊਨਰ ਕੈਲੰਡਰ ਦੇਖ ਕੇ ਤੁਸੀਂ ਪਤਾ ਕਰ ਸਕਦੇ ਹੋ ਕਿ ਪੋਹ ਸੁਦੀ 7ਵੀਂ ਕਦੋਂ ਹੈ। ਇਸ ਸਾਲ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਪ੍ਰਕਾਸ਼ ਦਿਵਸ 20 ਜਨਵਰੀ ਨੂੰ ਹੈ। ਇਸ ਤਰੀਕੇ ਨਾਲ ਉਹ ਜਦੋਂ ਸਿੱਖ ਇਕੱਠੇ ਹੋਏ ਤਾਂ ਉਹਦੇ ਵਿੱਚ ਹੋਇਆ ਕਿ ਬਾਰ-ਬਾਰ ਅਬਦਾਲੀ ਹਮਲਾ ਕਰਦਾ। ਹੁਣ ਇਕਰਾਮ ਅਲੀ ਮਲਿਕ ਲਿਖ ਰਿਹਾ ਪੰਜਾਬ ਯੂਨੀਵਰਸਿਟੀ ਲਾਹੌਰ ਕਿ ਇਹਦਾ ਕੀ ਕੀਤਾ ਜਾਏ। ਉਹਦੇ ਵਿੱਚ ਇੱਕ ਸਿੱਖ ਨੇ ਕਿਹਾ ਕਿ ਅਸੀਂ ਲਾਹੌਰ ਤੇ ਕਬਜ਼ਾ ਕਰ ਲਈਏ। ਉੱਥੇ ਹੀ ਗੁਰਮਤਾ ਪਾਸ ਹੋ ਗਿਆ। ਅਕਾਲ ਤਖਤ ਦੀ ਤਾਕਤ ਹੈ, ਅਕਾਲ ਤਖਤ ਦੀ ਸ਼ਕਤੀ ਹੈ, ਔਰ ਉੱਥੇ ਪਾਸ ਹੋ ਗਿਆ। ਉੱਥੋਂ ਹੀ ਸਿੱਖ ਟੁਰੇ ਹੈ। ਔਰ ਇਕਰਾਮ ਅਲੀ ਮਲਿਕ ਦੀ ਲਾਈਨਾਂ ਹੈ, ਵਿਦਨ ਕੋਰਟਸ ਐਂਡ ਈਜ਼ੀਲੀ ਦਾ ਸਿੱਖਸ ਕੈਪਚਰਡ ਲਾਹੌਰ ਵਿਦਨ 7 days। ਇਹ ਅਕਾਲ ਤਖਤ ਸਾਹਿਬ ਦੀ ਤਾਕਤ ਸੀ। ਦਿੱਲੀ ਜਦੋਂ ਸਿੱਖਾਂ ਨੇ ਫਤਿਹ ਕੀਤੀ ਹੈ ਔਰ ਉੱਥੋਂ ਜੱਸਾ ਸਿੰਘ ਰਾਮਗੜੀਆ, ਉਹ ਤਖਤ ਜਿੱਥੋਂ ਗੁਰੂ ਸਾਹਿਬ ਦੇ ਔਰ ਸਿੰਘਾਂ ਦੇ ਖਿਲਾਫ ਫਤਵੇ ਜਾਰੀ ਹੁੰਦੇ ਰਹੇ, ਉਹ ਸ਼ਹੀਦੀਆਂ ਹੋਈਆਂ, ਉਹ ਤਖਤ ਪੂਰੇ ਦਾ ਪੂਰਾ ਪੁੱਟ ਕੇ ਉਹ ਸੰਗਲਾਂ ਨਾਲ ਬੰਨ ਕੇ, ਜਿਵੇਂ ਬੰਦਾ ਬਹਾਦਰ ਨੂੰ ਸੰਗਲਾਂ ਨਾਲ ਬੰਨ ਕੇ ਲਿਜਾਇਆ ਗਿਆ ਸੀ, ਅੱਜ ਉਹ ਇਤਿਹਾਸ ਵੀ ਸਾਡਾ ਜਾਣਦਾ ਹੈ। ਕਦੀ ਪੋਤੇ ਦੀ, ਕਦੀ ਬਾਬੇ ਦੀ ਖੁੱਲ ਹੁਣ ਵੀ ਜੇਕਰ ਮਿਲ ਜਾਵੇ, ਕੀਮਤ ਪੈ ਜਾਏ ਖਰਾਬੇ ਦੀ। ਉਹ ਲਿਖਿਆ ਸੀ ਤੇਜਾ ਸਿੰਘ ਸਾਬਰ ਨੇ, ਇਹ ਮਨ ਹੀ ਸਾਡਾ ਜਾਣਦਾ, ਅਸੀਂ ਦੰਦ ਕਿਵੇਂ ਪੇ ਪੀਨੇ ਆ, ਜਦ ਮੌਕਾ ਆਇਆ ਦੱਸਾਂਗੇ, ਅਸੀਂ ਮੁਰਦਾ ਨਹੀਂ ਪੇ ਜੀਨੇ ਆ। ਉਹ ਤਖਤ ਦਿੱਲੀ ਦਾ ਉਹ ਪੁੱਟ ਕੇ ਸੰਗਲਾਂ ਦੇ ਨਾਲ ਬੰਨ ਕੇ, ਹਾਥੀਆਂ ਦੇ ਨਾਲ, ਉਹ ਗੁਰੂ ਰਾਮਦਾਸ ਜੀ ਦੇ ਦਰਬਾਰ ਵਿੱਚ ਲਿਆ ਕੇ ਉਹਨਾਂ ਨੇ ਰੱਖ ਦਿੱਤਾ। ਔਰ ਉੱਥੇ ਉਹਨਾਂ ਨੇ ਰੱਖ ਕੇ ਉਹ ਜਿਹੜਾ ਅਜੇ ਵੀ ਪ੍ਰਕਰਮਾਂ ਦੇ ਵਿੱਚ ਸਾਂਭਿਆ ਪਿਆ ਹੈਗਾ। ਇਹ ਸਾਡਾ ਇਤਿਹਾਸ ਹੈ, ਇਹ ਅਕਾਲ ਤਖਤ ਦੀ ਤਾਕਤ ਹੈ। ਹਰਮੰਦਰ ਸਾਹਿਬ ਦੀ ਨਿਮਰਤਾ ਹੈ, ਹਰਮੰਦਰ ਸਾਹਿਬ ਦੀ ਵਿਨਮਰਤਾ ਹੈ। ਉਹ ਨੀਵਾਂ, ਮਗਰ ਉਹਨਾਂ ਦੀ ਯਾਦ ਵਿੱਚ, ਸਿੱਖਾਂ ਦੀ ਚੜ੍ਹਦੀ ਕਲਾ ਦੀ ਯਾਦ ਵਿੱਚ, ਉਹ ਜਿਹੜਾ ਬੁੰਗਾ ਹੈ, ਉਹ ਬੁੰਗਾ ਰਾਮਗੜੀਆ, ਉਹ ਬੁਲੰਦ ਹੈ, ਉਹ ਬਹੁਤ ਉੱਚਾ ਹੈਗਾ। ਇਹ ਇਤਿਹਾਸ ਨੂੰ ਸਮਝਣਾ ਪਏਗਾ। ਔਰ ਇਸੇ ਤਰੀਕੇ ਦੇ ਨਾਲ ਬਾਅਦ ਵਿੱਚ ਜਿਹੜਾ ਆਇਆ, ਜਿੰਨੇ ਵੀ ਅੰਗਰੇਜ਼ਾਂ ਦੇ ਖਿਲਾਫ ਉੱਥੇ ਮੋਰਚੇ ਲੱਗੇ, ਅਕਾਲ ਤਖਤ ਸਾਹਿਬ ਤੋਂ ਲੱਗਦੇ ਰਹੇ। ਭਾਵੇਂ ਉਹ ਗੁਰੂ ਕੇ ਬਾਗ ਦਾ ਹੈ, ਜੈਤੋ ਦਾ ਹੈ, ਗੰਗਸਰ ਦਾ ਹੈ, ਹੋਰ ਜਿਤਨੇ ਮੋਰਚੇ ਲੱਗੇ, ਅਕਾਲ ਤਖਤ ਸਾਹਿਬ ਅਗਵਾਈ ਕਰਦਾ ਰਿਹਾ। ਫਿਰ 1947 ਵਿੱਚ ਜਦੋਂ ਹੋਇਆ, ਜਦੋਂ 1947 ਆਈ, ਮੈਂ ਇੱਕ ਗੱਲ ਜ਼ਰੂਰ ਕਹਿਣੀ ਚਾਹਾਂਗਾ। ਮੈਂ ਮਾਸਟਰ ਤਾਰਾ ਸਿੰਘ ਜੀ ਦੀ ਲਿਖਤ ਪੜ੍ਹ ਰਿਹਾ ਸੀ। ਉਹਨਾਂ ਨੇ ਲਿਖਿਆ, ਕਹਿੰਦੇ ਕਿ ਅੰਗਰੇਜ਼ ਜਾ ਰਹੇ ਆ, ਮੈਨੂੰ ਡਰ ਲੱਗ ਰਿਹਾ, ਕਿਉਂਕਿ ਅੱਜ ਤੋਂ ਪਹਿਲੇ ਕੋਈ ਸਿੱਖ ਜਿੰਨਾ ਮਰਜ਼ੀ ਬੇਈਮਾਨ ਹੋ ਜਾਏ, ਉਹ ਅੰਗਰੇਜ਼ ਨਹੀਂ ਸੀ ਬਣ ਸਕਦਾ। ਹੁਣ ਉਸ ਨੂੰ ਹਾਕਮ ਸ਼੍ਰੇਣੀ ਵਿੱਚ ਆਉਣ ਲਈ ਸਿਰਫ 1 ਮਿੰਟ ਦਾ ਟਾਈਮ ਚਾਹੀਦਾ, ਔਰ ਇਹ ਇਤਿਹਾਸ ਨੇ ਸਾਬਤ ਕਰ ਦਿੱਤਾ ਹੈਗਾ। ਪਹਿਲਾਂ ਗੁਰਦੁਆਰਿਆਂ ਦਾ ਸੈਕੂਲਰਾਈਜੇਸ਼ਨ ਹੋਈ ਦਾਲਮ ਕਮੇਟੀ ਰਾਹੀਂ, ਫਿਰ ਅਕਾਲੀ ਦਲ ਦੀ ਸੈਕੂਲਰਾਈਜੇਸ਼ਨ ਹੋ ਗਈ। ਹੁਣ ਕੋਈ ਪੰਥ ਦੀ, ਪੰਥਕ ਹਿੱਤਾਂ ਦੀ ਦੇਖਣ ਵਾਲੀ, ਪੰਥਕ ਜਮਾਤ, ਪੰਥਕ ਹਿੱਤ ਦੇਖਣ ਵਾਲੀ ਪੰਥ ਦੀ ਨੁਮਾਇੰਦਾ ਜਥੇਬੰਦੀ ਕੋਈ ਵੀ ਨਹੀਂ ਹੈਗੀ। ਸੈਕੂਲਰ ਹੈਗੀ ਹੈ, ਇਹ ਹੈਗੀ ਹੈ, ਪਰ ਨਿਰੋਲ ਪੰਥ ਦੀ ਗੱਲ ਕਰਨ ਵਾਲੀ ਕੋਈ ਜਥੇਬੰਦੀ ਨਹੀਂ ਹੈਗੀ। ਇਹ ਮੰਨ ਲੈਣਾ ਪਏਗਾ। ਇਸੇ ਕਰਕੇ ਉਹ ਜਿਹੜੇ ਉਸ ਦੇ ਬਾਅਦ ਜਿਹੜੀਆਂ ਚੇਂਜਸ ਆਈਆਂ, ਤੁਸੀਂ ਸਿੰਘ ਸਾਹਿਬ ਦੀ ਗੱਲ ਕਰ ਰਹੇ ਹੋ, ਜਿਸ ਦਿਨ ਕੋਈ ਪੰਥਕ ਜਥੇਬੰਦੀ ਆਏ, ਪੰਥ ਤਿਆਰ ਹੋਏ, ਜਿਹਨੂੰ ਕਹਿੰਦੇ ਯਥਾ ਪ੍ਰਜਾ ਤਥਾ ਰਾਜਾ, ਉਹ ਜਿਵੇਂ ਹੁੰਦਾ, ਪਹਿਲੇ ਉਲਟੀ ਗੱਲ ਕਹਿੰਦੇ ਸੀ ਪਰ ਹੁਣ ਨਹੀਂ। ਉਹਨਾਂ ਦੇ ਉੱਤੇ ਤੇ ਕਿਹਾ ਜਾਂਦਾ ਹੈ, ਸਿੰਘ ਸਾਹਿਬ ਤੇ ਬੜੀਆਂ ਉਮੀਦਾਂ ਰੱਖੀਆਂ ਜਾਂਦੀਆਂ, ਪਰ ਇਸੇ ਕਰਕੇ ਮਾਸਟਰ ਤਾਰਾ ਸਿੰਘ ਨੇ ਕਿਹਾ ਸੀ, ਹੁਣ ਸਾਨੂੰ ਇੱਕ ਲਹਿਰ ਸ਼ੁਰੂ ਕਰਨੀ ਚਾਹੀਦੀ ਹੈ, ਅਸੀਂ ਆਪਣੇ ਆਪ ਨੂੰ ਸਿੱਖ ਬਣਾਈਏ। ਉਹ ਨਹੀਂ ਰਹੇ। ਅਸਲ 'ਚ ਇਹ ਮੰਨ ਲੈਣਾ ਪਏਗਾ, ਅਸੀਂ ਉਹ ਨਹੀਂ ਰਹੇ। ਅਸੀਂ ਦੂਸਰੇ ਨੂੰ ਕਹਿੰਦੇ ਆ, ਤੂੰ ਇਹ ਕਰ ਤੇ ਤੂੰ ਇਹ ਕਰ ਤੇ ਤੈਨੂੰ ਇਹ ਕਰਨਾ ਚਾਹੀਦਾ। ਅਸੀਂ ਕਿਤਨਾ ਕੁ ਦੇ ਲਈ ਤਿਆਰ ਹਾਂ। ਮੈਨੂੰ ਯਾਦ ਹੈ ਦਵਿੰਦਰ ਸਿੰਘ ਦੁੱਗਲ, ਜਿਹੜੇ ਸਿੱਖ ਰੈਫਰੈਂਸ ਲਾਇਬ੍ਰੇਰੀ ਦੇ ਇੰਚਾਰਜ ਸੀ, ਉਹ ਕਹਿੰਦੇ ਹੁੰਦੇ ਸੀਗੇ, ਅਸੀਂ ਡਰਾਇੰਗ ਰੂਮ ਵਾਲੇ ਸਿੱਖ ਹਾਂ। ਅਸੀਂ ਡਰਾਇੰਗ ਰੂਮ ਵਿੱਚ ਬਹਿ ਕੇ ਗੱਲ ਕਰ ਸਕਦੇ ਹਾਂ, ਬਾਕੀ ਉਸ ਤੋਂ ਅੱਗੇ ਜਾਣ ਲਈ ਉਹ ਜਿਹੜਾ ਹੈ ਨਹੀਂ। ਜਿਹਨੂੰ ਈਸ਼ਰ ਸਿੰਘ ਭਾਈਆ ਨੇ ਕਿਹਾ ਸੀ, ਅਮਲ ਕਰਨਾ ਜਾਂ ਨਾ ਕਰਨਾ ਇਹ ਕੰਮ ਹੈ ਤੁਸਾਂ ਲੋਕਾਂ ਦਾ, ਅਸੀਂ ਵਟ ਚਾੜ ਕੇ ਮੁੱਛਾਂ ਕਰਨ ਵਖਿਆਨ ਜੰਮੇ ਆ। ਸੋ ਇਹ ਜਿੰਨੀ ਦੇਰ ਤੱਕ ਆਮ ਸਿੱਖ ਚੇਤਨ ਨਹੀਂ ਹੋਏਗਾ, ਆਮ ਸਿੱਖ ਮੈਂ ਇਹ ਬੇਨਤੀ ਕਰੂੰਗਾ ਕਿ ਜਦੋਂ ਵੀ ਅਸੀਂ ਲਥਾਰਜਿਕ ਹੋਏ, ਜਦੋਂ ਵੀ ਅਸੀਂ ਉਦਾਸੀਨ ਹੋਏ, ਜਦੋਂ ਸਾਡੇ 'ਚ ਕੁਰੈਤਾਂ ਆਈਆਂ, ਉਦੋਂ ਇੱਕ ਵਾਰੀ ਫਿਰ ਕੁਦਰਤ ਨੇ ਉਹ ਸਾਨੂੰ ਮੌਕੇ ਫਰਾਹਮ ਕੀਤੇ, ਮੁਹੱਈਆ ਕੀਤੇ। ਅੱਜ
ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਕਿ ਡਰਾਇੰਗ ਰੂਮ ਦੇ ਸਿੱਖਾਂ ਵਾਲੀ ਗੱਲ, ਜਿਹਦੇ ਚ ਇੰਟੈਲੈਕਚੁਅਲਸ ਜ਼ਿਆਦਾ ਆਉਂਦੇ ਆ, ਪੋਲੀਟੀਸ਼ੀਅਨਸ ਆਉਂਦੇ ਆ ਜਿਹੜੇ ਵਾਰਾ ਖਾਂ ਦੀ ਗੱਲ ਕਰਦੇ ਆ, ਉਹਨਾਂ ਨੂੰ ਛੱਡ ਕੇ ਅੱਜ ਜਿਹੜੇ ਮੋਰਚਿਆਂ ਦਾ ਸੱਚਾ ਸੋਨਾ ਸੀਗਾ, ਖਰਾ ਸੋਨਾ ਸੀ, ਉਹੀ ਤਰ੍ਹਾਂ ਦੇ ਲੋਕ ਜਿਹੜੇ ਮੋਢੇ ਤੇ ਪਰਨਾ ਪਾ ਲੈਂਦੇ ਆ, ਜਿਹੜੇ ਮੋਢੇ ਤੇ ਲੋਈਆਂ ਸੁੱਟ ਲੈਂਦੇ ਆ, ਉਹ ਅੱਜ ਫੇਰ ਉਵੇਂ ਹੀ ਲੜ ਰਹੇ ਆ, ਅੱਜ ਉਵੇਂ ਹੀ ਬੈਠੇ ਆ। ਮੈਨੂੰ ਲੱਗਦਾ ਕਿ ਸਪਿਰਿਟ ਨਹੀਂ ਮਰੀ, ਭਾਵਨਾ ਅਜੇ ਜਿਉਂਦੀ ਆ, ਸਿਰਫ ਸਮਝਣ ਦੀ ਲੋੜ ਆ। ਪਹਿਲਾਂ ਵੀ ਜੋ ਦੋਨਾਂ ਲੋਕਾਂ ਲੜੇ, ਜਿਹੜੇ ਸਧਾਰਨ ਸੀ, ਜਜ਼ਬੇ ਵਾਲੇ ਸੀ, ਜਿਹੜੇ ਸੱਚੀ ਸਿੱਖ ਸੀਗੇ, ਕਦੇ ਲੀਡਰ ਪਹਿਲਾਂ ਵੀ ਸ਼ਾਇਦ ਉਸ ਤਰੀਕੇ ਨਾਲ ਅੱਗੇ ਨਹੀਂ ਲੜਦੇ ਰਹੇ। ਆ ਸਾਡੇ ਲਗਭਗ ਇਸ ਅੱਧੀ ਇੱਕ ਸਦੀ ਚ ਤਾਂ ਇੰਜ ਹੀ ਵਾਪਰਿਆ। ਪੁਰਾਤਨਤਾ ਜਿਹੜੀ ਸੀ ਉਹ ਮੈਨੂੰ ਲੱਗਦਾ ਲੀਡਰ ਵੀ ਆਮ ਲੋਕਾਂ ਚੋਂ ਹੀ ਆਉਂਦੇ ਸੀ ਤੇ ਆਮ ਲੋਕਾਂ ਵਰਗੇ ਸੀ। ਅੱਜ ਲੋਕਾਂ ਨੇ ਫਿਰ ਇਤਿਹਾਸ ਨੂੰ ਉਵੇਂ ਹੀ ਉਹ ਘੁਮਾ ਕੇ ਉਸੇ ਬਿੰਦੂ ਤੇ ਖੜਾ ਕਰਤਾ ਜਿਸ ਬਿੰਦੂ ਦਾ ਸਾਨੂੰ ਮਾਣ ਹੈ। ਤੇ ਮੈਨੂੰ ਲੱਗਦਾ ਹੈ ਕਿ ਅਜੇ ਉਹ ਪ੍ਰਬਲ ਇੱਛਾ ਸ਼ਕਤੀ ਅਜੇ ਕਾਇਮ ਆ ਤੇ ਉਹ ਆਮ ਲੋਕਾਂ 'ਚ ਹੈ। ਉਹ ਬਹੁਤ ਪੜ੍ਹੇ ਲਿਖੇ ਸਿਆਣਿਆਂ ਦੀ ਗੱਲ ਨਾ ਕਰੀਏ, ਅੱਜ ਵੀ ਫਾਇਦਾ ਜਾਂ ਨੁਕਸਾਨ ਸੋਚੇ ਬਿਨਾ ਜਿਉਂਦੇ ਲੋਕ ਆਪਣੇ ਲਈ ਖਣ ਲਈ, ਦੂਜਿਆਂ ਲਈ ਖਣ ਲਈ ਤਿਆਰ ਬਰ ਤਿਆਰ ਨੇ। ਤੁਹਾਡੀ ਗੱਲ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ। ਜਿਹੜੀ ਸਪਿਰਿਟ ਹੈ, ਉਹ ਖਾਲਸੇ ਦੀ ਸਪਿਰਿਟ ਜਿਹੜੀ ਹੈ ਉਹ ਨਹੀਂ ਮਰੀ, ਉਹ ਨਹੀਂ ਮਰੇਗੀ, ਇਹ ਗੁਰੂ ਦਾ ਵਾਅਦਾ ਹੈ। ਪਰ ਦਿੱਕਤ ਇਹ ਹੋ ਜਾਂਦੀ ਹੈ, ਪੁਰਾਤਨ ਜਿਹੜਾ ਸਮਾਂ ਸੀ ਔਰ ਹੁਣ ਦਾ ਸਮਾਂ ਬਹੁਤ ਫਰਕ ਹੈ, ਬਹੁਤ ਫਰਕ ਹੈਗਾ। ਇੱਕ ਬੁਨਿਆਦੀ ਫਰਕ ਹੈ, ਉਸ ਵੇਲੇ ਤੁਹਾਡੀ ਬਾਹੂਬਲ ਸੀ, ਤੁਹਾਡੀ ਤਾਕਤ ਸੀ, ਤੁਹਾਡਾ ਜਜ਼ਬਾ ਸੀ, ਤੁਹਾਡਾ ਸਾਰਾ ਕੁਝ ਸੀ। ਹੁਣ ਜਿਹੜੀਆਂ ਹਕੂਮਤ ਹੈਗੀ ਹੈ ਉਹ ਤੁਹਾਡੇ ਕਾਗਜ਼ੀ ਔਰ ਕਲਮ ਦੇ ਨਾਲ ਹਕੂਮਤ ਕਰਦੀ ਹੈ। ਇਹ ਗੱਲ ਸਮਝਣ ਪਏਗੀ। ਹੁਣ ਵੀ ਜੋ ਕੁਝ ਹੋ ਰਿਹਾ ਹੈ, ਇਸੇ ਕਰਕੇ ਜਦੋਂ ਅੰਗਰੇਜ਼ ਆਏ ਉਹਨਾਂ ਨੇ ਇੱਕ ਗੱਲ ਹਿੰਦੁਸਤਾਨੀਆਂ ਨੂੰ ਕਹੀ ਸੀਗੀ ਕਿ ਤੁਸੀਂ ਇਹ ਦੱਸੋ ਕਿ ਤੁਸੀਂ ਤਲਵਾਰ ਨਾਲ ਆਪਣੇ ਤੇ ਰੂਲ ਚਾਹੁੰਦੇ ਹੋ ਕਿ ਕਲਮ ਨਾਲ ਚਾਹੁੰਦੇ ਹੋ। ਹੁਣ ਜਿਹੜੀ ਹੈਗੀ ਹੈ, ਮੈਨੂੰ ਮਾਫ ਕਰਨਾ, ਮੈਂ ਫਿਰ ਦੁਬਾਰਾ ਦੁਹਰਾ ਦਿਆਂ, ਮੈਨੂੰ ਇੱਕ ਗੱਲ ਮੁੜ ਚੇਤੇ ਆ ਰਹੀ ਹੈ, ਇਸ ਚੋਂ ਗੱਲ ਨਿਕਲੀ ਹੈ। ਮਾਸਟਰ ਤਾਰਾ ਸਿੰਘ ਜੀ ਨੇ ਲਿਖਿਆ ਸੀ, ਕਹਿੰਦੇ ਮੈਂ ਗੱਡੀ ਵਿੱਚ ਸਫ਼ਰ ਕਰ ਰਿਹਾ ਸੀ ਤੇ ਮੇਰੇ ਨਾਲ ਇੱਕ ਲਾਲਾ ਜੀ ਬੈਠੇ ਸੀ ਤੇ ਉਹ ਮੈਨੂੰ ਕਹਿਣ ਲੱਗੇ, ਬਾਰ-ਬਾਰ ਕਹਿਣ ਲੱਗੇ, 2-3 ਵਾਰੀ ਕਿਹਾ, कहने लगे सरदार साहब हम तो बस विद्या प्रणाली में संशोधन करेंगे और मुसलमानों की मुसलमानी निकाल देंगे। कहते जो 3-4 बारी क्या, मैनू बड़ा गुस्सा चढ़िया। मैं क्या जी फिर सानू कितना टाइम दिता है? कहते नहीं आप तो हैं ही हिंदू, आप तो हैं ही हमारे हैं। कहना सो ये जिहड़ी कलम दे जोर दे नाल जिहड़ी गल है ना, तुसी शक्ति है, ताकत है, सब कुछ है, उन्होंने चैनलाइज करन लई आगू भी चाहिए। ਜਿਹੜਾ ਆਗੂ ਕੁਰਬਾਨੀ ਦੇਣ ਵਾਲਾ ਹੋਏਗਾ, ਜਿਸ ਦਿਨ ਉਹ ਆ ਗਿਆ ਮਿਲ ਜਾਏਗਾ, ਉਹ ਉਸ ਨੂੰ ਚੈਨਲਾਈਜ਼ ਕਰ ਲੇਗਾ। ਇਸ ਵੇਲੇ ਤਾਂ ਜਿੰਨੇ ਆਗੂ ਹੈ ਉਹ ਸਾਰੇ ਮੇਰਾ ਖਿਆਲ ਹੈ ਕਿ ਮੂੰਹ ਸਿਰ ਵਲੇਟ ਕੇ ਤੇ ਉਹ ਆਪਣਾ ਡੰਗ ਟਪਾ ਰਹੇ ਹੈ ਕਿ ਸ਼ਾਇਦ ਮੌਸਮ ਸਾਫ਼ ਹੋ ਜਾਏ ਫਿਰ ਅਸੀਂ ਬਾਹਰ ਨਿਕਲਾਂਗੇ। ਮੈਨੂੰ ਇਦਾਂ ਲੱਗਦਾ ਤੇ ਇਹਨਾਂ ਨੂੰ ਤੇ ਇੱਕੋ ਹੀ ਜਿਹੜੇ ਆਗੂ ਸਨ, ਜਿਨ੍ਹਾਂ ਨੇ ਅਕਾਲ ਤਖਤ ਸਾਹਿਬ ਜਿਨ੍ਹਾਂ ਦੇ ਹੁੰਦਿਆਂ ਸਾਰਾ ਕੁਝ ਹੋਇਆ, ਉਹ ਤਾਂ ਢੱਠਣਾ ਸੀ, ਢਾਇਆ ਗਿਆ, ਸਭ ਕੁਝ ਕੀਤਾ, ਪਰ ਉਸਦੇ ਬਾਅਦ ਜਿਹੜੀਆਂ ਸਾਰੀਆਂ ਗੱਲਾਂ ਹੋਈਆਂ ਉਹ ਉਹਦੇ ਲਈ ਜਿਹੜਾ ਉਹ ਜ਼ਿੰਮੇਵਾਰੀ ਤੋਂ ਨਹੀਂ ਬਚ ਸਕਦੇ। ਉਸ ਨੂੰ ਜਿਹੜੀ ਗੱਲ ਕੀਤੀ ਗਈ ਉਸਦੇ ਬਾਰੇ ਇੱਕੋ ਗੱਲ ਮੈਂ ਕਹਿ ਸਕਦਾ, ਉਹਦੇ ਬਾਰੇ ਮੇਰੇ ਕੋਲ ਇੱਕੋ ਲਫ਼ਜ਼ ਮੈਨੂੰ ਯਾਦ ਆਉਂਦੇ ਹੈ, ਜਿਹਨੂੰ ਪੰਡਿਤ ਜਵਾਹਰ ਲਾਲ ਨਹਿਰੂ ਨੂੰ ਪਾਰਲੀਮੈਂਟ ਵਿੱਚ ਕਿਸੇ ਨੇ ਕਹੇ ਸੀਗੇ। ਉਹਨੇ ਕਿਹਾ ਸੀ, ਤੂੰ ਇਧਰ ਉਧਰ ਕੀ ਬਾਤ ਨਾ ਕਰ, ये बता के काफिला लुटा क्यों, हमें राहजनी का गम नहीं, तेरी रहबरी का सवाल है। बिल्कुल ठीक है, बिल्कुल ठीक है। और ये सच है कि अज दी लीडरशिप नूं जे तुसीं इस वेले आंकना होवे ते ओदी कोई होंद हस्ती किते नज़र नहीं आउंदी, लोकां नूं एक वारी फैसला करना पऊगा कि उन्हां ने इस सिस्टम, इस खिते दी व्यवस्था नूं किवें मोड़ा देना है। जिस जज्बे नाल लोग दिल्ली च बैठे आ, कि उस जज्बे नाल ਉਹ ਆਪਣੇ ਇਸ ਵਿਵਸਥਾ ਪੰਜਾਬ ਦੇ ਧਰਾਤਲ ਤੇ ਕੋਈ ਰਾਜਨੀਤਿਕ ਤਬਦੀਲੀ ਵੀ ਚਾਹਣਗੇ ਕਿ ਰਾਜਨੀਤਿਕ ਤਬਦੀਲੀ ਦੇ ਨਾਲ ਧਾਰਮਿਕ ਪ੍ਰਬੰਧ ਵਿੱਚ ਵੀ ਤਬਦੀਲੀਆਂ ਆਉਣਗੀਆਂ, ਕਿ ਸਾਨੂੰ ਪੁਰਾਤਨਤਾ ਦੇ ਨਜ਼ਰੀਏ ਤੋਂ, ਆਪਣੇ ਪੁਰਖਿਆਂ ਦੀ ਵਿਰਾਸਤ ਦੇ ਨਜ਼ਰੀਏ ਤੋਂ ਇੱਕ ਵਾਰੀ ਫਿਰ ਰਾਜ ਭਾਗ ਬਣਨਗੇ, ਕਿ ਇੱਥੇ ਇਨਸਾਫ ਦੀ ਇੱਕ ਵਹਿਣ ਜਿਹੜਾ ਹੋਊਗਾ, ਜਿੱਥੇ ਸਾਨੂੰ ਕਿਸੇ ਤਰ੍ਹਾਂ ਦਾ ਡਰ ਭੈ ਨਹੀਂ ਹੋਊਗਾ। ਇੱਥੇ ਸਿਆਸਤਾਂ ਆਪਣਾ ਜਿਹੜਾ ਪਰਚਮ ਬੁਲੰਦ ਕਰਕੇ ਬੈਠੀਆਂ, ਜਿਨ੍ਹਾਂ ਨੇ ਆਪਣੇ ਢੰਗ ਨਾਲ ਇੱਥੋਂ ਦੀ ਰਹਿਤਲ ਨੂੰ, ਇੱਥੋਂ ਦੀ ਰਹਿਣੀ ਬਹਿਣੀ ਨੂੰ ਸਿਰਜ ਲਿਆ, ਕਿ ਉਹਦੇ ਵਿੱਚ ਤਬਦੀਲੀ ਹੋਊਗੀ ਤੇ ਅਸੀਂ ਆਪਣੀਆਂ ਰਵਾਇਤਾਂ ਅਨੁਸਾਰ ਜਿਉਣ ਲੱਗਾਂਗੇ। ਇਹ ਵੱਡੇ ਸਵਾਲ ਆ। ਸਰਦਾਰ ਸਾਹਿਬ, ਤੁਸੀਂ ਸਾਡੇ ਨਾਲ ਜੁੜੇ, ਤੁਹਾਡਾ ਬਹੁਤ ਧੰਨਵਾਦ। ਮੈਨੂੰ ਲੱਗਦਾ ਹੈ ਕਿ ਜਦੋਂ ਲੋਕ ਦਿੱਲੀੋਂ ਮੁੜਨਗੇ, ਇੱਕ ਚੇਤਨਾ ਨਾਲ ਮੁੜਨਗੇ, ਫਿਰ ਉਹ ਚੇਤਨਾ ਦਾ ਪਸਾਰਾ ਹੋਊਗਾ
ਤੇ ਉਸ ਪਸਾਰੇ ਦੇ ਨਾਲ ਕਾਫੀ ਕੁਝ ਬਦਲ ਜਾਊਗਾ। ਲੋਕ ਪੜ੍ਹਨ ਲਿਖਣ ਲੱਗਣਗੇ, ਲੋਕ ਇਤਿਹਾਸ ਦੇ ਉਹਨਾਂ ਰਾਵਾਂ ਥਾਣੀ ਨਿਕਲਣ ਦੀ ਕੋਸ਼ਿਸ਼ ਕਰਨਗੇ, ਫਿਰ ਸਮਝ ਕੇ ਆਉਣਗੇ, ਫਿਰ ਜਿਉਣਾ ਸਿੱਖਣਗੇ। ਫਿਰ ਜਿਹੜੇ ਇੱਥੋਂ ਪ੍ਰਵਾਸ ਹੋ ਰਿਹਾ ਉਹ ਪ੍ਰਵਾਸ ਕਿਸੇ ਹੋਰ ਰੂਪ 'ਚ ਹੋਊਗਾ। ਫਿਰ ਲੋਕ ਜਾਣਗੇ, ਕਮਾਈਆਂ ਕਰਕੇ ਮੁੜਨਗੇ, ਧਰਤੀ ਗੁਲਜ਼ਾਰ ਰਹੂਗੀ, ਪੰਜਾਬ ਦਾ ਜ਼ਰਾ ਜ਼ਰਾ ਮਹਿਕੂਗਾ। ਇਸ ਤਰ੍ਹਾਂ ਦੀ ਉਮੀਦ ਨਾਲ ਹੀ ਸਾਨੂੰ ਅੱਗੇ ਤੁਰਨਾ ਚਾਹੀਦਾ। ਇਹ ਕੋਈ ਲਫ਼ਜ਼ ਨਹੀਂ, ਪ੍ਰਵਚਨ ਨਹੀਂ, ਇਹ ਸਾਡੀ ਭਾਵਨਾ ਜਿਹੜੀ ਅਸੀਂ ਚਾਹੁੰਦੇ ਹਾਂ ਕਿ ਸਾਡੇ ਜੀਂਦੇ ਜੀ ਸਾਡੇ ਹੁੰਦਿਆਂ ਅਸੀਂ ਇਹ ਵੇਖ ਸਕੀਏ ਕਿ ਪੰਜਾਬ ਜਿਹੜਾ ਵਸਦਾ ਗੁਰਾਂ ਦੇ ਨਾਂ, ਜਿਉਂਦਾ ਗੁਰਾਂ ਦੇ ਨਾਂ, ਉਹ ਪੰਜਾਬ ਇੱਕ ਵਾਰੀ ਆਪਣੀ ਉਸੇ ਮੂਲ ਭਾਵਨਾ ਤੋਂ ਪ੍ਰੇਰਿਤ ਹੋਵੇ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਆਮੀਨ। ਬਹੁਤ ਬਹੁਤ ਧੰਨਵਾਦ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ।